ਅਫਗਾਨਿਸਤਾਨ ਤੋਂ ਫੌਜ ਦੀ ਵਾਪਸੀ ਨੂੰ ਲੈ ਕੇ ਹੁਣ ਅਮਰੀਕਾ ਦੇ ਸੁਰ ਬਦਲਦੇ ਨਜ਼ਰ ਆ ਰਹੇ ਨੇ। ਕਈ ਦਿਨਾਂ ਤੋਂ ਅਫਗਾਨਿਸਤਾਨ ਵਿੱਚ ਫਿਰ ਤੋਂ ਹੋ ਰਹੀਆਂ ਘਟਨਾਵਾਂ ਤੋਂ ਸਾਰੇ ਚਿੰਤਤ ਨੇ। ਫੌਜ ਵਾਪਸੀ ਮਾਮਲੇ ਤੇ ਹੁਣ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਹਿੰਸਾਗ੍ਰਸਤ ਅਫਗਾਨਿਸਤਾਨ ਤੋਂ ਅਜੇ ਅਮਰੀਕੀ ਫੌਜ ਦੀ ਵਾਪਸੀ ਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਦੱਸ ਦਈਏ ਕਿ ਤਾਲਿਬਾਨ ਨਾਲ ਤੱਕ ਫੌਜ ਦੀ ਵਾਪਸੀ ਦੀ ਡੈਡਲਾਈਨ ਤੈਅ ਕੀਤੀ ਗਈ ਹੈ, ਜਿਸ ਤੇ ਟਰੰਪ ਪ੍ਰਸ਼ਾਸਨ ਨੇ ਇਸ ਸਮਝੌਤੇ ਤੇ ਦਸਤਖਤ ਕੀਤੇ ਸਨ। ਪਹਿਲੇ ਆਪਣੀ ਰਾਏ ਪ੍ਰਗਟ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਅਜੇ ਤੱਕ ਫੌਜ ਦੇ ਸਬੰਧ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ, ਪਰੰਤੂ ਅਸੀਂ ਯਤਨ ਕਰ ਰਹੇ ਹਾਂ ਕਿ ਦੋਹਾਂ ਹੀ ਪੱਖਾਂ ਵਿੱਚ ਵਾਰਤਾ ਪਿੱਛੋਂ ਸ਼ਾਂਤੀ ਲਈ ਸਥਾਈ ਸਮਝੌਤਾ ਹੋ ਜਾਵੇ, ਜਿਸ ਨਾਲ ਸਾਰੇ ਪੱਖ ਪਾਰਟੀ ਪ੍ਰਤੀ ਲਾਇਲਟੀ ਔਰ ਉਹਨਾਂ ਦੀ ਕੰਟਰੀਬਿਊਸ਼ਨ ਪਾਰਟੀ ਵੱਲ। ਔਰ ਮੈਂ ਫਿਰ ਉਹ ਕਹੂੰਗਾ ਵੀ ਜਿਹੜੇ ਬੰਦੇ ਇੱਕ ਸਾਫ਼ ਸੁਥਰੇ ਅਕਸ ਵਾਲੇ ਲੋਕ ਹੋਣ, ਤਾਂ ਕਿ ਕਾਂਗਰਸ ਦੀ ਜਿਹੜੀ ਇੱਕ ਪਛਾਣ ਆ ਉਹਦੇ ਨਾਲ ਇੱਕ ਆਉਣ ਵਾਲੇ ਸਮੇਂ 'ਚ ਇੱਕ ਇਹੋ ਜਿਹਾ ਮੈਸੇਜ ਜਾਵੇ ਵੀ ਕਾਂਗਰਸ ਜਿਹੜੀ ਆ ਆਪਣਾ ਇੱਕ ਸਾਫ਼ ਸੁਥਰੇ ਅਕਸ ਵਾਲੇ ਲੋਕਾਂ ਨੂੰ ਇਲੈਕਸ਼ਨ 'ਚ ਉਤਾਰਦੀ। ਔਰ ਸਭ ਤੋਂ ਵੱਡਾ ਇੰਪੋਰਟੈਂਟ ਜਿਹੜਾ ਫੈਕਟਰ ਰਹੂਗਾ ਉਹ ਵਿਨੇਬਿਲਟੀ ਰਹੂਗਾ। ਏਜੰਡਾ ਕੀ ਰਹੂਗਾ ਚੋਣਾਂ ਦੇ ਵਿੱਚ? ਇੱਕ ਨਵੇਂ ਜਿਹੜੇ ਤੁਸੀਂ ਕੈਂਡੀਡੇਟ ਜਾ ਰਹੇ ਜਾਂ ਨਵੇਂ ਜਿਹਨਾਂ ਨੂੰ ਐਡ ਕਰ ਰਹੇ ਆ ਪਾਰਟੀ 'ਚ, ਉਹਨਾਂ ਦਾ ਪੁਰਾਣੇ ਕਾਂਗਰਸੀਆਂ ਦਾ ਜਿਹੜਾ ਥੋੜਾ ਬਹੁਤਾ ਆਪਸ 'ਚ ਹੈ, ਉਹਨਾਂ ਨੂੰ ਕਿਹਨੂੰ ਤਰਜੀਹ ਦਿੱਤੀ ਹੈ? ਨਵੇਂ ਪੁਰਾਣੇ ਵਾਲੀ ਗੱਲ ਭਾਜੀ ਮੇਰੀ ਮਤਲਬ ਨਵੀਂ ਪਾਰਟੀ ਤੋਂ ਆਏ ਯਾਨੀ ਕਿ ਨਹੀਂ, ਦੇਖੋ ਪਾਰਟੀਆਂ ਨੂੰ ਅਗਰ ਕੋਈ ਆਜ਼ਾਦ ਉਮੀਦਵਾਰ ਸੀ ਉਹਨੂੰ ਕਾਂਗਰਸ ਦੀ ਆਈਡੀਓਲੋਜੀ ਨਾਲ ਜੋੜਨਾ ਮੇਰੇ ਹਿਸਾਬ ਨਾਲ ਇੱਕ ਚੰਗੀ ਗੱਲ ਆ। ਅਗਰ ਕੋਈ ਤੁਹਾਡਾ ਆ ਕੇ ਪੱਲਾ ਫੜਦਾ ਵਾ ਉਹ ਵਧੀਆ ਗੱਲ ਆ। ਟਿਕਟ ਦੇਣਾ ਨਹੀਂ ਦੇਣਾ ਇਸ ਕਰਕੇ ਕੋਈ ਸ਼ਰਤਾਂ ਤੇ ਨਹੀਂ ਲਿਆਂਦੇ ਵੀ ਉਹਨਾਂ ਨੂੰ ਟਿਕਟਾਂ ਦੇਣੀਆਂ ਵਾ ਜਾਂ ਟਿਕਟਾਂ ਨਹੀਂ ਦੇਣੀਆਂ। ਇਸ ਸ਼ਰਤਾਂ ਦੇ ਉੱਤੇ ਨਹੀਂ ਪਾਰਟੀ 'ਚ ਆਇਆ ਜਾਂਦਾ। ਲੇਕਿਨ ਕਈਆਂ ਨੇ ਮੇਰੀ 2017 ਦੇ ਵਿੱਚ ਬੜੀ ਮਦਦ ਕੀਤੀ ਆ ਔਰ ਬਤੌਰ ਕਈਆਂ ਨੇ ਮਦਦ ਨਹੀਂ ਵੀ ਕੀਤੀ। ਲੇਕਿਨ ਹੁਣ ਮੈਂ ਉਹੀ ਤੁਹਾਨੂੰ ਇਹ ਕਹਿ ਰਿਹਾ ਵੀ ਅੱਜ ਕ੍ਰਾਈਟੇਰੀਆ ਜਿਹੜਾ ਬਣ ਰਿਹਾ ਵਾ ਓਬਜ਼ਰਵਰ ਸਾਹਿਬ ਨੇ ਬਣਾਉਣਾ, ਪਾਰਟੀ ਨੇ ਡਿਸਾਈਡ ਕਰਨਾ ਵਾ। ਮੇਰੀ ਇਹ ਕੋਸ਼ਿਸ਼ ਆ ਵੀ ਬਿਹਤਰ ਵਧੀਆ ਤੋਂ ਵਧੀਆ ਜਿਹੜੇ ਕੈਂਡੀਡੇਟ ਆ, ਕਿਉਂਕਿ ਵੀ ਮੈਂ ਇੱਥੇ ਜਿੰਨੇ ਆਪਣਾ ਇਲੈਕਸ਼ਨ ਲੜੀ ਆ, ਮੈਨੂੰ ਇਸ ਚੀਜ਼ ਦੀ ਜੋ ਪਰਖ ਸੀਗੀ ਮੇਰੇ ਸਮਝ ਨਾਲ, ਮੈਂ ਕੋਸ਼ਿਸ਼ ਕਰੂੰਗਾ ਵੀ ਚੰਗੇ ਤੋਂ ਚੰਗੇ ਲੋਕ ਅਪਲਾਈ ਕਰਨ ਔਰ ਜਿਹੜੇ ਨਹੀਂ ਜਿਨ੍ਹਾਂ ਨੂੰ ਟਿਕਟ ਮਿਲ ਸਕੂਗੀ ਉਹਨਾਂ ਨੂੰ ਵੀ ਇਹ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕਿਤੇ ਨਾ ਕਿਤੇ ਐਡਜਸਟ ਕੀਤਾ ਜਾਵੇ, ਕਿਉਂਕਿ ਪਾਰਟੀ ਸਰਕਾਰ 'ਚ ਹੈਗੀ ਆ। ਉਹਨਾਂ ਨੂੰ ਕੋਈ ਆਪਣਾ ਉਸ ਤਰੀਕੇ ਨਾਲ ਮਾਹੌਲ ਦਿੱਤਾ ਜਾਵੇ। ਲੇਕਿਨ ਫਿਰ ਮੈਂ ਕਹਿੰਦਾ ਉਹਦੀ ਕੰਟਰੀਬਿਊਸ਼ਨ ਪਾਰਟੀ ਵੱਲ ਕੀ ਆ, ਉਹਨਾਂ ਨੇ ਬਤੌਰ ਪਾਰਟੀ ਪ੍ਰਤੀ ਕੀ ਕੀਤਾ ਵਾ, ਇਹ ਚੀਜ਼ਾਂ ਨੂੰ ਤਰਜੀਹ ਦਿੱਤੀ ਜਾਊਗੀ। ਰੋਪੜ ਦੇ ਵਿੱਚ ਦੇਖੋ ਅੱਜ ਤੁਸੀਂ ਵੇਖੋ ਸੜਕਾਂ ਦਾ, ਤੁਸੀਂ ਆਲੇ ਦੁਆਲੇ ਜਾਲ ਵੇਖੋ ਕਿਸ ਤਰੀਕੇ ਨਾਲ ਬੜੇ ਲੰਮੇ ਸਮੇਂ ਬਾਅਦ ਉਹ ਸੜਕਾਂ ਬਣੀਆਂ ਜਿਹੜੀਆਂ ਕਦੀ ਅੱਜ ਤੱਕ ਜਿੱਥੇ ਕਦੀ ਆਪਣਾ ਕਿਤੇ ਬਜਰੀ ਵੀ ਨਹੀਂ ਸੁੱਟੀ ਗਈ ਸੀ। ਅੱਜ ਤੁਸੀਂ ਰੋਪੜ ਦੇ ਬਾਹਰਲੇ ਪਾਸੇ ਜਿੱਥੇ ਸਾਡਾ ਅਸੀਂ ਇਹ ਕਹਿ ਸਕਦੇ ਹਾਂ ਅਸੀਂ ਸਾਡੀ ਕੌਂਸਲ ਨਹੀਂ ਸੀਗੀ, ਸਾਡਾ ਕੁਝ ਨਹੀਂ ਸੀਗਾ, ਉੱਥੇ ਸੜਕਾਂ ਬਣਾ ਕੇ ਤੁਸੀਂ ਭਾਵੇਂ ਕੋਈ ਵੀ ਸੜਕ ਵੇਖ ਲਓ, ਬੇਲਾ ਰੋਡ ਇੱਧਰੋਂ ਆਪਣਾ ਮੰਦਰ ਵਾਲੀ ਸੜਕ ਵੇਖ ਲਓ, ਤੁਸੀਂ ਬੱਸ ਸਟੈਂਡ ਵਾਲੀ ਸੜਕ ਵੇਖ ਲਓ, ਤੁਸੀਂ ਕਚਹਿਰੀਆਂ ਵਾਲੀ ਸੜਕ ਵੇਖ ਲਓ। ਇਹ ਇੱਕ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਦੀ ਅਸੀਂ ਗੱਲ ਕਰ ਰਹੇ ਹਾਂ। ਉਹਦੇ ਨਾਲ ਨਾਲ ਅਸੀਂ ਇੱਕ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਸਾਫ਼ ਸੁਥਰਾ ਮਾਹੌਲ ਦੇ ਸਕੀਏ। ਮੈਂ ਪਿਛਲੇ ਜਿਹੜੇ ਇਹਨਾਂ ਦੇ ਆਪਣਾ ਕਾਰਜਗੁਜ਼ਾਰੀ ਰਹੀ ਆ ਉਹਦੇ ਵਿੱਚ ਜਿਸ ਤਰੀਕੇ ਦੀ ਇੱਕ ਤਲਖੀ ਰਹੀ ਆ ਇੱਕ ਆਪੋਜੀਸ਼ਨ ਦੇ ਨਾਲ, ਉਹ ਤਲਖੀ ਖਤਮ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਰੋਪੜ ਬੜਾ ਸ਼ਾਂਤ ਸ਼ਹਿਰ ਆ, ਇੱਥੇ ਸ਼ਾਂਤ ਲੋਕ ਆ। ਲੋਕਾਂ ਦੀ ਜਿਹੜੀ ਇੱਕ ਸੋਚ ਆ ਉਹ ਸੋਚ ਕਾਂਗਰਸ ਵਿੱਚ ਦਰਸਾਈ ਜਾਵੇ, ਉਹ ਕੌਂਸਲ ਵਿੱਚ ਆਈ ਜਾਵੇ। ਔਰ ਲੋਕੀ ਇਕੱਲੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਨਹੀਂ, ਇਕਨੋਮਿਕ ਤੌਰ ਦੇ ਉੱਤੇ ਡਿਵੈਲਪਮੈਂਟ ਆ। ਜਿਹੜਾ ਆਪਣਾ ਇੰਨੇ ਲੰਮੇ ਸਮੇਂ ਤੋਂ ਕਈ ਪ੍ਰੋਜੈਕਟ ਆ ਜਿਹੜੇ ਇਹਨਾਂ ਨੇ ਮਾੜੇ ਪ੍ਰੋਜੈਕਟ ਪਾਤੇ, ਇੰਨਾ ਪੈਸਾ ਆ ਗਿਆ, ਲੇਕਿਨ ਉਹ ਪ੍ਰੋਜੈਕਟਾਂ ਦੀ ਇਹਨਾਂ ਦੀ ਜਿਹੜੀ ਦੇਖ ਰੇਖ ਸੀਗੀ ਇਹਨਾਂ ਨੇ ਗਲਤ ਤਰੀਕੇ ਨਾਲ ਉਹਦੀ ਰੂਪਰੇਖਾ ਬਣਾਈ। ਛੇਤੀ ਸਿਰਫ ਲੋਕਾਂ ਨੂੰ ਇੱਕ ਦਿਖਾਣ ਨੂੰ ਚਿੱਟੇ ਹਾਥੀ ਖੜੇ ਕਰਤੇ। ਉਹੋ ਜਿਹੇ ਪ੍ਰੋਜੈਕਟ ਨਾ ਲਿਆਏ ਜਾਣ, ਲੋਕਾਂ ਦਾ ਪੈਸਾ ਸਹੀ ਤਰੀਕੇ ਨਾਲ ਲੱਗੇ, ਸਹੀ ਤਰੀਕੇ ਨਾਲ ਕੰਮ ਹੋਵੇ, ਇਹ ਸਾਡੀ ਕੋਸ਼ਿਸ਼ ਹੈ। ਪੀਣ ਦਾ ਪਾਣੀ, ਸੀਵਰੇਜ ਦੀ ਸਮੱਸਿਆ ਉਹਨੂੰ ਵੀ ਕਿੱਥੇ? ਮੈਂ ਤੁਹਾਨੂੰ ਕਹਿ ਰਿਹਾ ਸਭ ਤੋਂ ਵੱਡੀ ਮੁੱਖ ਸਮੱਸਿਆਵਾਂ ਵਾ ਔਰ ਸਾਡੀ ਕੌਂਸਲ ਬਣੂਗੀ ਔਰ ਅਸੀਂ ਇਸ ਜਿਹੜੇ ਹੱਲ ਆ ਇਹਨਾਂ ਨੂੰ ਅਸੀਂ ਛੇਤੀ ਤੋਂ ਛੇਤੀ ਇਹਨਾਂ ਨੂੰ ਠੀਕ ਕਰ ਦਾਂਗੇ। ਤੁਸੀਂ ਆਉਣ ਵਾਲੇ ਸਮੇਂ 'ਚ ਵੇਖਿਓ ਵੀ ਜਦੋਂ ਕੌਂਸਲ ਬਣ ਜਾਂਦੀ ਆ, ਅੱਜ ਰੋਪੜ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪਿਆ ਵੀ ਸਾਡੇ ਇੱਥੇ ਐਮਐਲਏ ਦੀ ਜਿਹੜੀ ਇਲੈਕਸ਼ਨ ਸੀ, ਬੇਸ਼ੱਕ ਅਸੀਂ ਜਿੰਨਾ ਮਰਜ਼ੀ ਐਫਰਟ ਕਰ ਲਈਏ, ਲੇਕਿਨ ਜਿੱਤਿਆ ਹੋਇਆ ਐਮਐਲਏ ਜਿੱਤਿਆ ਹੋਇਆ ਹੁੰਦਾ ਵਾ ਔਰ ਉਸੇ ਤਰੀਕੇ ਜਿੱਤੀ ਹੋਈ ਕੌਂਸਲ ਜਿੱਤੀ ਹੋਈ ਹੁੰਦੀ ਆ। ਅਗਰ ਕੌਂਸਲ ਜਿੱਤੀ ਹੋਊਗੀ, ਕੌਂਸਲ ਦੇ ਕੋਲ ਇੱਕ ਆਪ ਸੈਲਫ ਸਸਟੇਨਿੰਗ ਕੌਂਸਲ ਹੁੰਦੀ ਆ, ਲੋਕਲ ਜਿਹੜੇ ਗਵਰਨਮੈਂਟ ਆ ਉਹਦੇ ਵਿੱਚ ਬੜੀ ਤਾਕਤ ਹੁੰਦੀ ਆ ਔਰ ਆਪ ਦੇ ਵਿੱਚ ਇੱਕੋ ਸਰਕਾਰ ਹੁੰਦੀ ਆ। ਔਰ ਜਦੋਂ ਸਰਕਾਰ ਆਪਾਂ ਲੋਕਾਂ ਦੀ ਜਿਹੜੀ ਉੱਪਰਲੀ ਸਰਕਾਰ ਦੇ ਨਾਲ ਰਲ ਕੇ, ਜਦੋਂ ਜਿੱਥੇ ਕੈਪਟਨ ਸਾਹਿਬ ਦੀ ਸਰਕਾਰ ਆ, ਜਿੱਥੇ ਉਹਨਾਂ ਦੀ ਸੋਚ ਆ, ਜਿਹੜੇ ਉਹਨਾਂ ਦੀ ਸੋਚ ਨਾਲ ਸਹਿਮਤ ਹੁੰਦੇ ਆ। ਅਕਸਰ ਅਕਾਲੀ ਦਲ ਦੀ ਅਗਰ ਸਰਕਾਰ ਅਗਰ ਮੰਨ ਲਓ ਲੋਕਲ ਗਵਰਨਮੈਂਟ 'ਚ ਬਣ ਜਾਂਦੀ ਆ, ਉਹ ਜਾਣ-ਬੁੱਝ ਕੇ ਅੜਚਣਾ ਪਾਉਂਦੇ ਆ, ਜਾਣ-ਬੁੱਝ ਕੇ ਪ੍ਰੋਬਲਮਸ ਕ੍ਰੀਏਟ ਕਰਦੇ ਆ, ਚੰਗੇ ਕੰਮ ਨੂੰ ਵੀ ਪੁੱਠਾ ਦਿਖਾਉਂਦੇ ਆ ਵੀ ਦੇਖੋ ਜੀ, ਕਿਉਂਕਿ ਉਹਨਾਂ ਦਾ ਜਿਹੜਾ ਇੰਟੈਂਸ਼ਨ ਹੁੰਦੀ ਆ ਉਹ ਉੱਪਰਲੀ ਸਰਕਾਰ ਨੂੰ ਹਿਲਾਉਣ ਦੀ ਹੁੰਦੀ ਆ, ਲੋਕਾਂ ਪ੍ਰਤੀ ਨਹੀਂ ਹੁੰਦੀ। ਸੋ ਇਸ ਕਰਕੇ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਵੀ ਕਾਂਗਰਸ ਦੀ ਸਰਕਾਰ
ਉੱਪਰ ਹੈਗੀ ਆ, ਆਪਣੇ ਕੋਲ ਸਮਾਂ ਪਿਆ ਵਾ, ਆਪਾਂ ਵਧੀਆ ਤਰੀਕੇ ਨਾਲ ਪੈਸਾ ਲੈ ਕੇ ਆ ਸਕਦੇ ਹਾਂ ਔਰ ਆਲਰੇਡੀ ਪੈਸਾ ਆਇਆ ਵੀ ਆ, ਲੱਗਾ ਵੀ ਆ, ਤੁਹਾਨੂੰ ਅਸੀਂ ਕਰਕੇ ਵੀ ਵਿਖਾਇਆ। ਔਰ ਅਗਰ ਤੁਸੀਂ ਸਾਡੇ ਹੱਥ ਤਕੜੇ ਕਰੋਗੇ ਕਾਂਗਰਸ ਪਾਰਟੀ ਦੇ, ਤੇ ਬਹੁਤ ਤਕੜੇ ਤਰੀਕੇ ਨਾਲ, ਬੜੇ ਵਧੀਆ ਤਰੀਕੇ ਨਾਲ ਡਿਵੈਲਪਮੈਂਟ ਹੋਊਗੀ ਔਰ ਇਹਨਾਂ ਦੀਆਂ ਜਿਹੜੀਆਂ ਕਾਲੇ ਇਹਨਾਂ ਦੀਆਂ ਕਰਤੂਤਾਂ ਵਾ ਉਹ ਵੀ ਸਾਹਮਣੇ ਆਉਣਗੀਆਂ। ਇਹਦਾ ਕੀ ਸੀਗਾ ਜੀ? ਅੱਛਾ, ਅੱਜ ਮੈਨੂੰ ਐਜ਼ ਅ ਆਬਜ਼ਰਵਰ ਰੂਪਨਗਰ ਜਿਹੜੀ ਹੈ ਮਿਊਨਿਸਪਲ ਕੌਂਸਲ ਦੇ ਲਈ ਮੈਨੂੰ ਭੇਜਿਆ ਗਿਆ, ਪਾਰਟੀ ਵੱਲੋਂ ਮੈਨੂੰ ਡਿਊਟੀ ਲਾਈ ਗਈ ਹੈ। ਅੱਜ ਪ੍ਰੀਲਿਮਿਨਰੀ ਮੀਟਿੰਗ ਹੋ ਰਹੀ ਹੈ ਇਹਨਾਂ ਸਾਰਿਆਂ ਦੇ ਨਾਲ ਇੰਟਰੈਕਟ ਕਰਕੇ, ਫੀਡਬੈਕ ਲੈਣ ਲਈ, ਇਹਨਾਂ ਦੇ ਸਾਰੇ ਜਿਹੜੀਆਂ ਕੋਈ ਇਸ਼ੂਜ਼ ਹੈਗੇ ਆ ਉਹਨਾਂ ਨੂੰ ਆਬਜ਼ਰਵ ਕਰਨ ਲਈ। ਅਤੇ ਹਫਤਾ ਵਿਦਿਨ 1 ਵੀਕ ਅਸੀਂ ਜਿਹੜੇ ਹੈਗੇ ਇੱਕ ਆਪਣੀ ਰਿਪੋਰਟ ਬਣਾ ਕੇ ਵਿਦ ਜਿਹੜੇ ਪੋਸੀਬਲ ਕੈਂਡੀਡੇਟਸ ਅਸੀਂ ਉੱਥੇ ਭੇਜ ਦਿਆਂਗੇ। ਉਹਦੇ ਵਿੱਚ ਆਪਣਾ ਰਿਪੋਰਟ ਦੇਣੀ ਹੈ, ਇੰਟਰਨਲ ਰਿਪੋਰਟ ਦੇਣੀ ਹੈ, ਸਾਰਾ ਕੁਝ ਜਿਸ ਤਰ੍ਹਾਂ ਇਲੈਕਸ਼ਨ ਲੜਨ ਲਈ ਕਰਨਾ ਪੈਂਦਾ ਵਾ ਉਹ ਸਾਰਾ ਕਰ ਰਹੇ। ਸੁਬਰਮਣੀਅਮ ਜੀ, ਅੱਜ ਧੜੇਬਾਜ਼ੀ ਦੇਖੀ ਹੈ, ਅੱਜ ਦੱਸਿਆ ਕਿ ਟਕਸਾਲੀ ਕਾਂਗਰਸੀ ਨੇ ਕਿ ਧੜੇਬਾਜ਼ੀ ਕਾਫੀ ਹੈ, ਜਿਹਦੇ ਕਦੇ ਪਿੱਛੇ ਲੋਕ ਸਭਾ ਚੋਣਾਂ 'ਚ ਵੀ ਹਾਰ ਮਿਲੀ ਸੀ, ਤੇ ਉਹ ਖਤਮ ਕਰਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇਹਦੇ 'ਚ ਰੋਲ ਅਦਾ ਕਰੋਗੇ? ਕਾਂਗਰਸ ਇੱਕ ਬਹੁਤ ਵੱਡਾ ਪਰਿਵਾਰ ਹੈ, ਕੋਈ ਹਾਰ ਨਹੀਂ ਮਿਲੀ। ਕਾਂਗਰਸ ਇੱਕ ਬਹੁਤ ਵੱਡਾ ਪਰਿਵਾਰ ਹੈ ਔਰ ਜਿਸ ਤਰ੍ਹਾਂ ਅਸੀਂ ਜਦੋਂ ਇਲੈਕਸ਼ਨ ਲੜਦੇ ਹਾਂ ਤਾਂ ਸਟੇਕ ਹੋਲਡਰਸ ਜਿਹੜੇ ਆਪਸ ਦੇ ਵਿੱਚ ਕਈ ਵਾਰੀ ਕਨਫਰੰਟ ਕਰਦੇ ਹੈਗੇ। ਮਕਸਦ ਮੇਰਾ ਇਹੀ ਹੈ ਕਿ ਵੀ ਜਿਸ ਇੱਕ ਬੰਦੇ ਨੂੰ ਟਿਕਟ ਮਿਲਣੀ ਹੈਗੀ ਹੈ, ਸਾਰੇ ਉਸ ਤੋਂ ਬਾਅਦ ਸਾਰੇ ਕਾਂਗਰਸ ਉਹਨੂੰ ਸਪੋਰਟ ਕਰੇ ਔਰ ਅਸੀਂ ਉਹ ਜਿੱਤੀ। ਜਿਹੜੀ ਧੜੇਬੰਦੀ ਸੋ ਕਾਲਡ ਜਿਹੜਾ ਵਾ ਉਹ ਲਫ਼ਜ਼ ਮੈਨੂੰ ਲੱਗਦਾ ਬਹੁਤ ਜ਼ਿਆਦਾ ਐਗਜ਼ੈਜਰੇਟਿਡ ਹੈ। ਮੇਰਾ ਆਪਣਾ ਇਹ ਮੰਨਣਾ ਮੈਂ ਵੀ ਹਰੇਕ ਬੰਦਾ ਵਰਕਰ ਹੈ ਔਰ ਵਰਕਰ ਜਿਹੜਾ ਹੈ ਉਹ ਆਪਣਾ ਰਾਈਟ ਰੱਖਦਾ ਵਾ ਕਿ ਆਪਣਾ ਕਲੇਮ ਕਰਨਾ ਵੀ ਮੈਨੂੰ ਕੁਝ ਚੀਜ਼ ਮਿਲੇ। ਧੜੇਬੰਦੀ ਦੇ ਵਿੱਚ ਜਿਹੜੀ ਤੁਸੀਂ ਉਹ ਸਾਡੇ ਪਰਿਵਾਰ ਦੇ ਬੰਦੇ ਨੇ, ਮਨਾਣਾ ਉਹਨਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਇਹ ਸਾਡਾ ਕੰਮ। ਅੱਜ ਕੀ ਕਾਰਗੁਜ਼ਾਰੀ ਹੋਈ ਹੈ ਆਪਣੀ ਮੀਟਿੰਗ 'ਚ? ਅੱਜ ਦਾ ਕੀ ਕੀਤਾ ਜਿਹੜੇ ਬੰਦੇ ਆਏ ਸੀ ਕਿ ਟਿਕਟ ਲੈਣ ਜਾ ਰਹੇ? ਅੱਜ ਅਸੀਂ ਮੋਟਾ ਉਹਨਾਂ ਨੂੰ ਦੱਸਤਾ ਵਾ ਵੀ ਪਰਸੋਂ ਤੱਕ ਸਾਰਿਆਂ ਨੇ ਅਪਲਾਈ ਕਰਨਾ ਹੈਗਾ ਵਾ ਔਰ ਉਸ ਤੋਂ ਬਾਅਦ ਜਿਹੜੇ ਕੈਂਡੀਡੇਟਸ ਹਰੇਕ ਵਾਰਡ ਦੇ ਵਿੱਚ ਆਉਣਗੇ ਉਹਨਾਂ ਤੇ ਫਿਰ ਜਿਹੜੀ ਹੈਗੀ ਆ ਉਹਨਾਂ ਨੂੰ ਐਗਜ਼ਾਮਿਨ ਕੀਤਾ ਜਾਵੇਗਾ। ਉਹਦੇ 'ਚ ਜਿਹੜਾ ਬੈਸਟ ਕੈਂਡੀਡੇਟ, ਵਿਨਿੰਗ ਕੈਂਡੀਡੇਟ ਹੋਏਗਾ ਉਹਦਾ ਰਿਕਮੈਂਡ ਕਰਕੇ ਭੇਜਿਆ ਜਾਵੇਗਾ ਤੇ ਸਾਡੀ ਜਿਹੜੀ ਚੋਣ ਕਮੇਟੀ ਜਿਹੜੀ ਫਾਈਨਲ ਹੈਗੀ ਆ ਉਹ ਫਾਈਨਲ ਕਰੇਗੀ। ਇੱਕ ਜਿਹੜੇ ਨਵੇਂ ਐਂਟਰ ਕਰਦੇ ਆ ਜਿਨ੍ਹਾਂ ਨੂੰ ਹੁਣ ਇਲੈਕਸ਼ਨ ਆ ਗਿਆ, ਕਈ ਬੰਦਿਆਂ ਨੂੰ ਸਰੋਪੇ ਪਾ ਕੇ ਕਾਂਗਰਸ 'ਚ ਲੈ ਜਾਂਦਾ, ਉਹਨਾਂ ਦਾ ਪੁਰਾਣੇ ਕਾਂਗਰਸੀਆਂ ਨਾਲ ਕਿਸ ਤਰ੍ਹਾਂ ਤੁਸੀਂ ਮੁਕਾਬਲਾ ਕਰੋਗੇ ਜਾਂ ਕਿਆ ਉਹਨਾਂ ਨੂੰ ਕਿੰਨੀ ਤਰਜੀਹ ਦਿੱਤੀ ਜਾਊਗੀ ਜਿਹੜੇ ਨਵੇਂ ਕਾਂਗਰਸੀ ਹੈ? ਅਲਟੀਮੇਟਲੀ ਦੋ ਗੱਲਾਂ ਦੇਖਣ ਵਾਲੀਆਂ। ਕਈ ਵਾਰੀ ਲੋਕ ਚਲੇ ਜਾਂਦੇ ਨੇ ਖੁੰਦੇ ਕਾਂਗਰਸੀ ਨੇ ਫਿਰ ਵਾਪਸ ਮੁੜ ਆਉਂਦੇ ਆ। ਦੂਸਰਾ ਇਹ ਹੈ ਵੀ ਉਹ ਹੈਗੇ ਦੂਸਰੀ ਪਾਰਟੀ ਦੇ ਹੁੰਦੇ ਆ ਪਰ ਉਹਨਾਂ ਨੂੰ ਕਾਂਗਰਸ ਆਈਡੀਓਲੋਜੀ ਦੇ ਨਾਲ ਉਹ ਕਹਿੰਦੇ ਕਿ ਅਸੀਂ ਕਾਂਗਰਸ ਪਾਰਟੀ 'ਚ ਰਹਿ ਕੇ ਕਾਂਗਰਸ ਦੀ ਸੇਵਾ ਕਰਨਾ ਚਾਹੁੰਦੇ ਹਾਂ। ਇਹ ਸਾਰੇ ਜਿਹੜੇ ਫੈਕਟਰਸ ਹੈਗੇ ਆ ਇਹਨਾਂ ਨੂੰ ਬਕਾਇਦਾ ਜਿਹੜਾ ਵਾ ਐਗਜ਼ਾਮਿਨ ਕਰਕੇ ਉਸ ਤੋਂ ਬਾਅਦ ਹੀ ਉਸ 'ਤੇ ਜਿਹੜਾ ਵਾ ਓਪੀਨੀਅਨ ਰੱਖਾਂਗੇ। ਕਮਿਟਮੈਂਟ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਜਿਹੜਾ ਬੰਦਾ ਜੁਆਇਨ ਕਰ ਰਿਹਾ ਉਹਨੂੰ ਕੋਈ ਕਮਿਟਮੈਂਟ ਦੇ ਨਾਲ ਅਸੀਂ ਜੁਆਇਨ ਨਹੀਂ ਕਰਾਂਗੇ। ਕਦੋਂ ਤੱਕ ਟਿਕਟਾਂ ਫਾਈਨਲ ਹੋ ਚੁੱਕੀਆਂ ਜੀ? ਹੋਪਫੁਲੀ ਮੇਰਾ ਖਿਆਲ ਹੈ ਵੀ 20 ਤਰੀਕ ਤੱਕ ਟਿਕਟਾਂ ਫਾਈਨਲ ਕਰ, ਕਿਉਂਕਿ ਡਿਪੈਂਡ ਕਰਦਾ ਵਾ ਕਦੋਂ ਕੋਡ ਆਫ ਕੰਡਕਟ ਲੱਗਦਾ ਵਾ। 13 ਫਰਵਰੀ ਤੋਂ ਪਹਿਲਾਂ ਇਲੈਕਸ਼ਨ ਹੋਣੇ ਆ ਸਾਰੇ ਫਾਈਨਲ ਕਾਉਂਸਲ ਦੀ, ਤੋਂ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਹੀ ਕੋਡ ਆਫ ਕੰਡਕਟ ਲੱਗੇਗਾ ਡਿਊ ਪ੍ਰੋਸੈਸ ਟਾਈਮ ਦੇ ਨਾਲ ਸਾਰਾ ਹੋ ਜਾਏਗਾ। ਤੇ ਜਿਹੜੇ ਇਸ ਵਾਰੀ ਕਾਂਗਰਸ ਤੋਂ ਫਿਰ ਆਜ਼ਾਦ ਲੜਨਗੇ ਉਹਨਾਂ ਦੇ ਅੰਗੇਸ ਵੀ ਕੋਈ ਕਾਂਗਰਸ ਇੱਦਾਂ ਦਾ ਕੋਈ ਐਕਸ਼ਨ ਲੈਣ? ਬਿਲਕੁਲ ਲਵਾਂਗੇ। ਕਬਜ਼ਾ ਰਿਹਾ ਉਹਨਾਂ ਦਾ, ਤੇ ਕੀ ਕਮੀਆਂ ਲੱਗੀਆਂ ਜਾਂ ਕੀ ਜਿਹੜੀ ਕਾਂਗਰਸ ਜੇ ਨਗਰ ਕੌਂਸਲ ਬਣਦੀ ਹੈ ਕੀ ਆਉਣ ਵਾਲੇ ਸਮੇਂ ਵਿੱਚ ਕੰਮ ਹੋਣਗੇ? ਮੈਂ ਬੜੀ ਦੇਰ ਬਾਅਦ ਰੋਪੜ ਦੇ ਅੰਦਰਲੇ ਜਿਹੜੇ ਸ਼ਹਿਰ ਦੇ ਵਿੱਚ ਮੈਂ ਘੁੰਮ ਫਿਰ ਕੇ ਦੇਖਿਆ ਵਾ। ਕਹਿਣਾ ਨਹੀਂ ਚਾਹੀਦਾ ਵਾ ਪਰ ਸਹੀ ਮਾਇਨੇ 'ਚ ਬਹੁਤ ਬੁਰਾ ਹਾਲ ਹੈ। ਸੜਕਾਂ ਦਾ ਬੁਰਾ ਹਾਲ ਹੈ, ਇੱਥੇ ਸੀਵਰੇਜ ਸਿਸਟਮ ਵੀ ਮੈਨੂੰ ਦੱਸਦੇ ਵੀ ਉਹ ਵੀ ਠੀਕ ਹੈ ਨਹੀਂਗਾ। ਅਰਬਨ ਡਿਵੈਲਪਮੈਂਟ ਜਿੰਨਾ ਇਹ ਏਜੰਡਾ ਪੈਸਾ ਜਿਹੜਾ ਆਇਆ ਵਾ ਉਹ ਕਿੱਥੇ ਲੱਗਿਆ ਵਾ। ਔਰ ਇਕੱਲੀ ਪੋਲਿਟਿਕਸ ਕਰਨਾ ਮਕਸਦ ਨਹੀਂ ਹੁੰਦਾ, ਕੌਂਸਲ ਬਣਾਉਣਾ ਮਕਸਦ ਨਹੀਂ, ਅਲਟੀਮੇਟਲੀ ਲੋਕਾਂ ਦੀ ਸੇਵਾ ਕਰਨਾ ਵੀ ਇੱਕ ਮਕਸਦ ਹੈ। ਜੇ ਉਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਪਾਸ ਹੋਏ ਨੇ, ਬੁਰੀ ਤਰ੍ਹਾਂ ਫੇਲ ਹੋਏ। ਸੁਬਰਮਣੀਅਮ ਸਾਹਿਬ, ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਸਾਬਕਾ ਸਿੱਖਿਆ ਮੰਤਰੀ, ਉਹਨਾਂ ਦਾ ਕਹਿਣਾ ਕਿ ਇੱਥੇ ਜਿਹੜੇ ਵਿਕਾਸ ਦੇ ਕੰਮ ਚੱਲਦੇ ਸੀ ਅਕਾਲੀ ਦਲ ਦੇ, ਉਹ ਰੁਕਵਾਤ ਤੇ ਕਾਂਗਰਸ ਨੇ ਫੰਡ ਵਾਪਸ ਲਏ ਆ, ਇਸ ਕਰਕੇ ਵਿਕਾਸ ਰੁਕਿਆ ਹੈ। ਮੈਨੂੰ ਇੱਕ ਵੀ ਇਹੋ ਜਿਹਾ ਪ੍ਰੋਜੈਕਟ ਸਾਰੇ ਪੰਜਾਬ 'ਚ ਦਿਖਾ ਦੇਣ ਜਿਹਦੇ ਵਿੱਚ ਚੱਲਦੇ ਕੰਮ ਨੂੰ ਰੁਕਵਾਇਆ ਹੋਵੇ। ਪਰ ਜੇ ਤੁਸੀਂ ਬੇਫਜ਼ੂਲ ਜਿਹੜੀ ਹੈਗੀ ਹੈ ਸ਼ੋਹਰਤ ਲਈ ਬੇਫਜ਼ੂਲ ਪੈਸਾ ਖਰਚਿਆ ਹੈਗਾ ਵਾ ਔਰ ਉਹਦਾ ਅਲਟੀਮੇਟ ਪਬਲਿਕ ਯੂਟਿਲਿਟੀ ਹੈ ਨਹੀਂ ਗੀ। ਜਿਵੇਂ ਕਿ ਨਾ ਰਾਜੇ ਦੀ ਜਿਹੜੀਆਂ ਮੈਂ ਇੱਛਾਵਾਂ ਨੂੰ ਪੂਰਾ ਕਰਨ ਲਈ ਲੋਕਾਂ ਦਾ ਪੈਸਾ ਨਹੀਂ ਹੁੰਦਾ ਵਾ, ਉਹ ਜਿਹੜਾ
ਬਾਦਲ ਸਾਹਿਬ ਸੀਗੇ, ਉਹਨਾਂ ਨੇ ਬੜੇ ਇਹੋ ਜਿਹੇ ਪ੍ਰੋਜੈਕਟ ਸ਼ੁਰੂ ਕਰਾਏ ਆ ਜਿਹਦੇ 'ਚ ਬਹੁਤ ਜ਼ਿਆਦਾ ਟੈਕਸ ਪੇਅਰਸ ਦਾ ਮਨੀ ਜਿਹੜੀ ਵੇਸਟ ਹੋਈ ਹੈ। ਸਪੈਸੀਫਿਕ ਕੋਈ ਪ੍ਰੋਜੈਕਟ ਹੈਗਾ ਵਾ ਤਾਂ ਮੈਨੂੰ ਦੱਸ ਦਿਓ, ਉਹਦੇ ਬਾਰੇ ਮੈਂ ਪਤਾ ਵੀ ਕਰਾ ਲਾਂਗਾ ਵੀ ਉਹ ਕਿਉਂ ਰੁਕਿਆ। ਅਕਾਲੀ ਦਲ ਵੱਲੋਂ ਲਿਖਤੀ ਚਿੱਠੀ ਦਿੱਤੀ ਗਈ ਚੋਣ ਕਮਿਸ਼ਨ ਨੂੰ ਕਿ ਧੱਕਾ ਕਰਦੀ ਕਾਂਗਰਸ, ਬਲਾਕ ਸੰਮਤੀ ਚੋਣਾਂ ਦੇ ਵਿੱਚ ਵੀ ਧੱਕਾ ਕੀਤਾ ਗਿਆ ਤੇ ਇਸ ਵਾਰੀ ਵੀ ਬੂਥ ਕੈਪਚਰਿੰਗ ਦੇ ਸ਼ੱਕ ਜਤਾਏ ਉਹਨਾਂ ਨੇ। ਹਾਲੇ ਤਾਂ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੀ ਨਹੀਂ ਹੋਇਆ। ਇਹ ਤਾਂ ਬੜਾ ਬਚਕਾਨਾ ਜਿਹਾ ਜਿਹਨੂੰ ਕਹੀਏ ਕਿ ਬੜੀ ਇਮੈਚੁਰ ਜੀ ਉਹਨਾਂ ਦੀ ਜਿਹੜੀ ਮੂਵ ਹੈਗੀ ਹੈ। ਮੇਰਾ ਖਿਆਲ ਹੈ ਵੀ ਉਹ ਉਹਨਾਂ ਨੂੰ ਲੱਗਦਾ ਵਾ ਵੀ ਅਸੀਂ ਬੜੀ ਬੁਰੀ ਤਰ੍ਹਾਂ ਹਾਰ ਜਾਵਾਂਗੇ। ਉਹਨਾਂ ਨੂੰ ਲੋਕ ਵੈਸੇ ਹੀ ਨਕਾਰਿਆ ਹੋਇਆ ਵਾ ਅਕਾਲੀ ਦਲ, ਬੀਜੇਪੀ ਨੂੰ ਤਾਂ ਇਸ ਟਾਈਮ ਬੁਰੀ ਤਰ੍ਹਾਂ ਨਕਾਰਿਆ ਹੋਇਆ ਵਾ। ਕਾਂਗਰਸ ਹੀ ਕ੍ਰੈਡੀਬਲ ਪਾਰਟੀ ਹੈ ਅੱਜ ਦੀ ਡੇਟ ਦੇ ਵਿੱਚ, ਔਰ ਲੀਡਰਸ਼ਿਪ ਆਫ ਕੈਪਟਨ ਅਮਰਿੰਦਰ ਸਿੰਘ ਵੈਲ ਐਸਟੈਬਲਿਸ਼ਡ ਹੈ। ਕਾਂਗਰਸ ਦਾ ਕਾਡਰ ਜਿਹੜਾ ਵਾ ਵੈਲ ਐਸਟੈਬਲਿਸ਼ਡ ਹੈ। ਕਾਂਗਰਸ ਦਾ ਜਿਹੜਾ ਵਾ ਵਰਕਰ ਜਿਹੜਾ ਵਾ ਪੂਰੇ ਹਾਈ ਮੋਰਾਲ 'ਚ ਹੈ ਤੇ ਬਹੁਤ ਅੱਛੇ ਰਿਜ਼ਲਟ ਆ। ਅਸੀਂ ਇਹੀ ਚਾਹੁੰਦੇ ਹਾਂ ਜੀ, ਜਿਨ੍ਹਾਂ ਨੇ ਕਾਂਗਰਸ ਦਾ ਔਖੇ ਵੇਲੇ ਸਾਥ ਦਿੱਤਾ ਹੈ, ਕਾਂਗਰਸ ਦੇ ਟਕਸਾਲੀ ਕਾਂਗਰਸੀ ਆ ਪੁਰਾਣੇ, ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ। ਜਿਹੜੇ ਨਵੇਂ ਆਏ ਆ ਕਾਂਗਰਸ ਦੇ, ਪਾਰਟੀ ਛੱਡ ਕੇ ਹੋਰ ਪਾਰਟੀ 'ਚੋਂ ਆਏ ਆ, ਉਹਨਾਂ ਨੂੰ ਇਹ ਮੂਹਰੇ ਨਾ ਕੀਤਾ ਜਾਵੇ। ਜਿਹੜੇ ਪੁਰਾਣੇ ਟਕਸਾਲੀ ਆ ਜਿਨ੍ਹਾਂ ਨੇ ਕਾਂਗਰਸ ਛੱਡੀ ਨਹੀਂ, ਹੁਣ ਤੱਕ ਕੰਮ ਕਰਿਆ, ਉਹਨਾਂ ਨੂੰ ਦਿੱਤੀ ਜਾਵੇ। ਮੈਂ ਕਾਂਗਰਸ ਦਾ ਸੈਕਟਰੀ ਹਾਂ ਜੀ, ਜ਼ਿਲ੍ਹੇ ਦਾ 32 ਸਾਲ ਹੋ ਗਏ। ਮੈਂ ਉਗਰਵਾਦ ਵੇਲੇ ਕਾਂਗਰਸ ਦਾ ਦਫ਼ਤਰ ਬਣਾਇਆ ਜਦ ਕੋਈ ਕਾਂਗਰਸ ਦਾ ਝੰਡਾ ਨਹੀਂ ਲਾਉਂਦਾ ਸੀ। ਗਿਆਨੀ ਜੈਲ ਸਿੰਘ, ਆਪਣੇ ਬੇਅੰਤ ਸਿੰਘ, ਸਾਰਿਆਂ ਨਾਲ ਕੰਮ ਕਰਿਆ ਪਿਆ ਮਹਾਰਾਜ। ਕਾਂਸ਼ੀ ਰਾਮ ਰਾਜਾ ਸਿੰਘ ਜੀ, ਇੱਥੇ ਕਈਆਂ ਨੂੰ ਪਤਾ ਵੀ ਨਹੀਂ ਕਾਂਸ਼ੀ ਰਾਮ ਰਾਜਾ ਸਿੰਘ ਜੀ ਕੌਣ ਸੀ। ਅਸੀਂ ਕਾਂਗਰਸ ਦੇ 32 ਸਾਲ ਹੋ ਗਏ ਜੀ ਕੰਮ, ਪਾਰਟੀ ਦੇ 35 ਸਾਲ ਨਾਲ ਕੰਮ ਕਰਦੇ ਨੂੰ। ਮਗਰ ਟਿਕਟ ਨਹੀਂ ਦੇ ਰਹੇ ਉਹਨੇ। ਅਸੀਂ ਤਾਂ ਟਿਕਟ ਲੈਣੀ ਨਹੀਂ ਜੀ, ਨਾ ਅਸੀਂ ਐਮਸੀ ਦੇ ਇਲੈਕਸ਼ਨ ਚਾਹਵਾਨ। ਅਸੀਂ ਇਹੀ ਚਾਹੁੰਦੇ ਵੀ ਪਾਰਟੀ ਹਾਈ ਕਮਾਂਡ ਪੁਰਾਣੇ ਬੰਦਿਆਂ ਨੂੰ ਦੇਵੇ ਜਿਹੜੇ ਟਕਸਾਲੀ ਕਾਂਗਰਸੀ ਜਿਹੜੇ ਕੰਮ ਕਰਦੇ ਆ। ਤੇ ਸਾਡੀ ਕੋਈ ਵੈਲਿਊ ਨਹੀਂ ਹੈ, ਨਾ ਸਾਨੂੰ ਕੋਈ ਕਾਂਗਰਸ 'ਚ ਇੰਨੀ ਦੇਰ ਹੋ ਗਈ ਕੰਮ ਕਰਦੇ ਨੂੰ ਕੋਈ ਪੁੱਛਦਾ, ਨਾ ਕੋਈ ਮੀਟਿੰਗ ਦੱਸਦਾ, ਨਾ ਕੋਈ ਪ੍ਰੋਗਰਾਮ ਦੱਸਦਾ। ਨਵੇਂ ਬੰਦੇ ਜਿਹੜੇ ਬਾਹਰੋਂ ਆਏ ਉਹਨਾਂ ਨੂੰ ਮੂਹਰੇ ਕਰੀ ਜਾਂਦੇ। ਤੇ ਜਿਹੜੇ ਇੰਨੇ ਬੈਨਰ ਲੱਗੇ ਵੀ ਨਵੇਂ ਬੰਦਿਆਂ ਦੇ ਜਿਹੜੇ ਵਾਰਡਾਂ ਵਿੱਚ, ਉਹਨਾਂ ਨੂੰ ਟਿਕਟਾਂ ਫਾਈਨਲ ਹੋ ਗਈਆਂ। ਹਾਲੇ ਕੋਈ ਟਿਕਟਾਂ ਫਾਈਨਲ ਨਹੀਂ ਹੋਈਆਂ ਜੀ, ਹਾਲੇ ਟਿਕਟਾਂ ਦੇ ਰਹੇ ਆ। ਦੇਖੋ ਬਾਕੀ ਟਿਕਟਾਂ ਹਾਲੇ ਕਿਹਨੂੰ ਮਿਲਦੀ ਹੈ। ਉਹਨਾਂ ਨੇ ਬੈਨਰ ਕਿੱਦਾਂ ਲਾਤੇ, ਉਹਨਾਂ ਨੂੰ ਕੋਈ ਥਾਪੀ ਮਿਲੀ ਹੋਣੀ ਕਿਸੇ ਤੋਂ? ਥਾਪੀ ਮਿਲੀ ਹੋਣੀ ਜੀ, ਪਾਰਟੀ ਵਾਲਿਆਂ ਨੇ ਕਹਿਤਾ ਹੋਣਾ। ਕਈਆਂ ਨੇ ਲਾਏ ਪਏ ਆ, ਦੋ ਨੇ, ਤਿੰਨ ਨੇ ਲਾਏ ਪਏ ਆ। ਬਾਕੀ ਪਾਰਟੀ ਜਿਹਨੂੰ ਹਾਈ ਕਮਾਂਡ ਦਊਗੀ ਟਿਕਟ, ਅਸੀਂ ਤਾਂ ਇਹੀ ਹਾਈ ਕਮਾਂਡ ਨੂੰ ਕਹਿੰਦੇ ਆ ਪੁਰਾਣੇ ਬੰਦਿਆਂ ਨੂੰ ਦਿਓ ਜਿਹੜੇ ਜਿੱਤਣ ਵਾਲੇ ਹੋਣ। ਅਸੀਂ ਪਾਰਟੀ ਦੇ ਨਾਲ ਆ, ਪਾਰਟੀ ਦੇ ਨਾਲ ਜਿਹੜਾ ਚੰਗੇ ਬੰਦੇ ਨੂੰ ਟਿਕਟ ਦਊਗੇ ਉਹਦੀ ਸਪੋਰਟ ਕਰੂੰਗੇ। ਮੀਟਿੰਗ ਦੇ ਵਿੱਚ ਤੁਸੀਂ ਕਾਫੀ ਦੁਖੜੇ ਜਿਹੜੇ ਗਏ ਰੋਏ ਆ, ਕੀ ਮਾਮਲਾ ਹੈ, ਕੀ ਗੱਲਬਾਤ ਹੈ? ਨਹੀਂ ਭਰਾਵਾ, ਸਾਡਾ ਕੋਈ ਦੁਖੜਾ ਨਹੀਂ ਹੈਗਾ। ਅਸੀਂ ਕਾਂਗਰਸ ਪਾਰਟੀ ਨਾਲ ਡਟ ਕੇ ਖੜੇ ਹੋਏ ਹਾਂ। ਸਾਡੀ ਇਹ ਹੈ ਵੀ ਸਾਡੀ ਸਾਰੀ, ਜਿਸ ਤਰ੍ਹਾਂ ਅਸੀਂ ਸਾਰੇ ਵਰਕਰ ਇਕੱਠੇ ਹੋਣਾ ਚਾਹੁੰਦੇ ਹਾਂ, ਸਾਡੀ ਲੀਡਰਸ਼ਿਪ ਵੀ ਇਕੱਠੀ ਹੋ ਜਾਵੇ ਔਰ ਅਸੀਂ ਇਕੱਠੇ ਹੋ ਕੇ ਇਲੈਕਸ਼ਨ ਲੜੀਏ। ਜੇ ਅਸੀਂ ਔਰ ਲੀਡਰ ਇਕੱਠੇ ਹੋ ਗਏ ਤਾਂ ਸਾਨੂੰ ਕੋਈ ਦੁਨੀਆ ਤਾਕਤ ਹਰਾ ਨਹੀਂ ਸਕਦੀ। ਕਮੇਟੀ ਬਣੀ ਕਿ ਬਣੀ, ਲੇਕਿਨ ਇਕੱਠ ਦੀ ਜ਼ਰੂਰਤ ਬਹੁਤ ਵਧੀਆ। ਮੇਰੀ ਸਾਰਿਆਂ ਨੂੰ ਬੇਨਤੀ ਹੈ, ਲੀਡਰਾਂ ਨੂੰ ਵੀ ਇਕੱਠੇ ਹੋ ਜਾਣਗੇ। ਬਿਲਕੁਲ ਹੋਣਗੇ, ਆਪਣੀ ਗਰਜ ਨੂੰ ਹੋਣਗੇ। ਨਹੀਂ ਹੋਣਗੇ ਤਾਂ ਫਿਰ ਦੁਬਾਰਾ ਪਰ ਲਿਖਿਆ ਹੋਇਆ 2022 ਔਰ 24 ਇਕੱਠੇ ਹੋਣਗੇ। ਇਹ ਅੰਦਰ ਤੁਸੀਂ ਕਿਹਾ ਵੀ 10 ਸਾਲ ਤੁਸੀਂ ਪਹਿਲਾਂ ਦੁਗੜਾ ਝੇਲਿਆ, 4 ਸਾਲਾ ਕਾਂਗਰਸ ਦਾ ਦੁਗੜਾ ਝੇਲਿਆ। ਹਾਂਜੀ, ਇਹ ਕਿਆ ਇਹ ਬਿਲਕੁਲ ਸਹੀ ਹੈ। ਅਸੀਂ ਲੀਡਰਲੈਸ ਹੋਏ ਹਾਂ। ਸਾਡਾ ਐਮਐਲਏ ਜਿੱਤ ਨਹੀਂ ਪਾਇਆ, ਜਿਹਦੀ ਵਜ੍ਹਾ ਕਰਕੇ ਅਸੀਂ ਤਕਲੀਫ ਮੰਨੀ ਹੈ। ਸਾਡੇ ਇਸ ਗੱਲ 'ਚ ਕੋਈ ਦੋ ਰਾਏ ਹੀ ਨਹੀਂ ਹੈਗੀ ਹੈ। ਅਸੀਂ ਚਾਹੁੰਦੇ ਹਾਂ ਵੀ ਸਾਡੀ ਕਾਂਗਰਸ ਪਾਰਟੀ ਮਜ਼ਬੂਤ ਹੋਵੇ। ਅਸੀਂ ਆਪਣੇ ਦਮ ਤੇ ਸਾਰੇ ਆਪਣੇ ਵਰਕਰਾਂ ਦਾ, ਆਪਣੇ ਮਿੱਤਰਾਂ ਦਾ, ਦੋਸਤਾਂ ਦਾ ਲੜਾਈ ਲੜੀ ਵੀ ਹੈ ਔਰ ਲੜਾਂਗੇ ਵੀ। 4 ਸਾਲ ਕਮੇਟੀ 'ਚ ਰਹੇ हैं, ਬਿਲਕੁਲ 5 ਸਾਲ ਪੂਰੇ ਰਹੇ हैं। ਮੈਂ ਔਰ ਭੂਮੀ ਸੋਨੀ ਨੇ ਬਿਲਕੁਲ ਲੜ ਕੇ ਬਿਲਕੁਲ ਕਾਂਗਰਸ ਦੀ ਇੱਜ਼ਤ ਰੱਖੀ ਹੈ, ਕਾਂਗਰਸ ਨੂੰ ਜਿੰਦਾ ਰੱਖਿਆ। ਸਾਡੇ ਦੇ ਨਾਲ ਹੀ ਕਾਂਗਰਸ ਜਿੰਦੀ ਰਹੀ ਹੈ। ਅੱਜ ਵੀ ਦਾਵਾ ਕਰਦੇ ਹਾਂ, ਫਿਰ ਮੌਕਾ ਮਿਲਿਆ ਅਸੀਂ ਡਟ ਕੇ ਲੋਕਾਂ ਦੀ ਸੇਵਾ ਕਰਾਂਗੇ, ਕਾਂਗਰਸ ਦੀ ਸੇਵਾ ਕਰਾਂਗੇ। ਨਹੀਂ, ਹੁਣ ਤੁਸੀਂ ਕਿਆ ਸਮਝਦੇ ਆ ਵੀ ਅੱਜ ਤੁਹਾਡੀ ਜਿੰਨੀ ਆਵਾਜ਼ ਬੁਲੰਦ ਹੋਈ ਹੈ, ਅੱਜ ਤੋਂ ਕੰਮ ਤੁਹਾਡੇ ਹੋਣੇ ਸ਼ੁਰੂ ਹੋ ਜਾਣਗੇ? ਬਿਲਕੁਲ ਨਾ, ਸਾਨੂੰ ਅਸੀਂ ਕੰਮ ਪਹਿਲਾਂ ਵੀ ਕਰਾ ਲੈਂਦੇ, ਆਪਣੇ ਦਮ ਤੇ ਕਰਾਉਨੇ ਆ, ਲੇਕਿਨ ਸਾਨੂੰ ਪਾਰਟੀ ਦੀ ਵੀ ਮੋਰਲ ਸਪੋਰਟ ਚਾਹੀਦੀ ਆ। ਸਾਨੂੰ ਅਗਰ ਪਾਰਟੀ ਸਾਡੇ ਪਿੱਠ ਪਰ ਆਊਗੀ ਤਾਂ ਅਸੀਂ ਫਾਇਦੇ ਉਠਾਵਾਂਗੇ, ਲੋਕਾਂ ਨੂੰ ਫਾਇਦੇ ਦੇਵਾਂਗੇ, ਬਿਲਕੁਲ ਦੇਵਾਂਗੇ। ਭਾਈ ਸਾਹਿਬ, ਤੁਸੀਂ ਅੰਦਰ ਕੀਤਾ ਵੀ 4 ਸਾਲ ਹੋ ਗਏ ਸਾਡੀ ਸਰਕਾਰ, ਸਾਨੂੰ ਤਾਂ ਕੋਈ ਸੁੱਖ ਨਹੀਂ ਮਿਲਿਆ, ਸਾਡੀ ਥਾਣੇ ਕਚਹਿਰੀਆਂ 'ਚ ਪੁੱਛ ਨਹੀਂ ਹੁੰਦੀ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਹਾਂ। ਖੱਡਾਂ ਦੀ ਵੀ ਗੱਲ ਕੀਤੀ ਵੀ ਖੱਡਾਂ, ਸਾਨੂੰ ਕੋਈ ਖੱਡਾਂ ਵੀ ਨਹੀਂ ਮਿਲੀਆਂ। ਮੈਨੂੰ ਜ਼ਰੂਰਤ ਨਹੀਂ ਹੈ, ਮੇਰੇ ਪਾਸ ਬਹੁਤ ਕੁਝ ਹੈਗਾ, ਕਿਰਪਾ ਪਰਮਾਤਮਾ ਦੀ। ਲੇਕਿਨ ਕੁਝ ਵਰਕਰ ਇਹ ਜ਼ਰੂਰ ਕਹਿੰਦੇ ਆ ਵੀ 4 ਸਾਲ में ਨਾ ਕੋਈ ਖੱਡ ਮਿਲੀ, ਨਾ ਕਿਸੇ ਨੇ ਮਦਦ ਕਰੀ, ਨਾ ਕੋਈ ਕੋਟਾ ਮਿਲਿਆ, ਨਾ ਕੋਈ ਪਰਮਿਟ ਮਿਲੀ। ਉਹਨਾਂ ਦੇ ਦੁੱਖੜੇ ਆਪਣੀ ਜਗ੍ਹਾ ਨੇ। ਉਹਨਾਂ ਨੇ ਇਹ ਗੱਲ ਆਪਣਾ ਬਹਾਨਾ ਲਾ ਕੇ ਕੀਤੀ ਹੈ ਵੀ ਸਾਡੇ ਵੀ ਦੁੱਖ ਸੁਣੋ। ਸਾਰੀਆਂ ਜਿਹੜੀਆਂ ਟਿਕਟਾਂ ਤੁਹਾਡੀ ਕੰਸੈਂਟ ਨਾਲ ਜਾ ਰਹੀਆਂ, ਤੁਸੀਂ ਫਿਰ ਵੀ ਦੁਖੀ ਆ? ਕਿਹਨੇ ਕਿਹਾ? ਮੈਂ ਕਿੱਥੋਂ ਦੁਖੀ ਹਾਂ? ਤੁਹਾਨੂੰ ਕਿਹਨੇ ਕਹਿਤਾ? ਮੇਰੀ ਵਰਗੀ ਰੌਣਕ ਤੁਹਾਡੇ ਚਿਹਰੇ ਪਰ ਵੀ ਨਹੀਂ ਹੈ ਜਿਹੜਾ ਜੀ ਮੇਰੇ ਪਰ ਹੈ। ਮੈਂ ਜੁਝਾਰੂ ਆਦਮੀ ਹਾਂ, ਲੜਾਕੂ ਆਦਮੀ ਹੈ। ਜਿਹੜੀਆਂ 21 ਟਿਕਟਾਂ ਬੰਦ ਹੋ ਰਹੀਆਂ, ਪਰਾਂ ਕਰ ਥੋੜਾ ਜਿਹਾ ਆਵਾਜ਼ ਠੀਕ ਕਰੀ। हेलो, हाँ जी, हाँ करिए जी शुरू। मीडिया साथियों
इधर आया नहीं ਸਾਰੇ ਮੀਡੀਆ ਦਾ ਸਾਥੀਆਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ। ਤੁਸੀਂ ਇੱਥੇ ਪਹੁੰਚੋ। ਜਿਵੇਂ ਤੁਹਾਨੂੰ ਪਤਾ ਹੈ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਧਿਆਨ 'ਚ ਰੱਖਦੇ ਹੋਏ ਵੱਡੀ ਭਾਰੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਸੂਝਵਾਨ ਲੋਕ, ਪੰਜਾਬ ਪ੍ਰਤੀ ਦਰਦ ਰੱਖਣ ਵਾਲੇ ਲੋਕ, ਜਿਹੜੇ ਲੋਕ ਚਾਹੁੰਦੇ ਨੇ ਕਿ ਪੰਜਾਬ ਨੂੰ ਲੁਟੇਰੀਆਂ ਜਮਾਤਾਂ ਤੋਂ ਬਚਾਇਆ ਜਾ ਸਕੇ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ। ਮੈਂ ਜਿੰਨੇ ਵੀ ਸਾਥੀ ਅੱਜ ਸ਼ਾਮਲ ਹੋਣ ਵਾਸਤੇ ਆਏ ਨੇ ਸਾਰਿਆਂ ਦਾ ਸਵਾਗਤ ਕਰਦਾ। ਮੈਂ ਸ਼ੁਰੂ ਕਰਨ ਲੱਗਿਆ ਸਾਡੇ ਵਿੱਚ ਬਹੁਤ ਹੀ ਸੂਝਵਾਨ ਸਾਥੀ ਸੁਰਮਿੰਦਰ ਸਿੰਘ ਸਿਰਾ ਜੀ, ਜਿਹੜੇ ਵਿਲੇਜ ਕਲਰ ਭੈਣੀ ਤੋਂ ਸੰਬੰਧ ਰੱਖਦੇ ਨੇ ਪੋਲੀਟੀਕਲ ਤੌਰ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਨਾਲ, ਮਹਾਰਾਜਾ ਸਾਹਿਬ ਨਾਲ, ਕੈਪਟਨ ਅਮਰਿੰਦਰ ਸਿੰਘ ਜੀ ਨਾਲ ਕਾਫੀ ਵੱਡੇ ਪੱਧਰ ਤੇ ਇਹਨਾਂ ਨੇ ਕੰਮ ਕੀਤਾ। ਬਹੁਤ ਸੂਝਵਾਨ ਨੇ। LLB ਦੀ ਡਿਗਰੀ ਲਾਅ ਕੀਤਾ ਇਹਨਾਂ ਨੇ। ਮਾਸਟਰ ਆਫ ਫਾਈਨਾਂਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਟੌਪਰ ਰਹੇ ਨੇ, ਸੈਕੰਡ ਟੌਪਰ। ਅੰਡਰਗਰਾਉਂਡ ਵਾਟਰ ਪੋਲਿਊਸ਼ਨ ਇਨ ਪੰਜਾਬ ਦੇ ਵਿੱਚ ਪਰਸੂਇੰਗ ਡਾਕਟਰੇਟ ਕਰ ਰਹੇ ਨੇ। ਤੇ ਨਾਲ 1998 ਵਿੱਚ ਐਸ ਲੈਕਚਰਰ ਵਿਦ ਡਿਪਾਰਟਮੈਂਟ ਆਫ ਬਿਜ਼ਨਸ ਮੈਨੇਜਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹਨਾਂ ਨੇ ਕੰਮ ਕੀਤਾ। ਇਹਨਾਂ ਨੇ 20 ਸਾਲ ਦੀ ਆਪਣੀ ਜੌਬ ਤੋਂ VRS ਲੈ ਕੇ ਸਮਾਜਿਕ ਜੀਵਨ ਦੇ ਵਿੱਚ, ਪੋਲੀਟੀਕਲ ਲਾਈਫ ਦੇ ਵਿੱਚ ਪਾਰਟਿਸਿਪੇਟ ਕੀਤਾ, ਜਿਹਦੇ ਵਿੱਚ ਇਹਨਾਂ ਨੇ ਮੈਨੇਜਮੈਂਟ ਕੀਤੀ ਮੀਡੀਆ ਕੋਆਰਡੀਨੇਸ਼ਨ ਮਹਾਰਾਣੀ ਪ੍ਰਨੀਤ ਕੌਰ ਜੀ ਮੈਂਬਰ ਪਾਰਲੀਮੈਂਟ ਵਾਸਤੇ 2009 ਦੇ ਵਿੱਚ। ਔਰ ਫਿਰ ਇਹਨਾਂ ਨੇ 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮੀਡੀਆ ਟੀਮ ਨੂੰ ਹੈਂਡਲ ਕੀਤਾ। ਸਾਰੇ ਅੱਗੇ ਹੋ ਕੇ ਕੰਮ ਕਰਦੇ ਰਹੇ। ਪਾਰਲੀਮੈਂਟ ਇਲੈਕਸ਼ਨਾਂ ਦੇ ਵਿੱਚ ਵੀ ਪਟਿਆਲਾ ਰੂਰਲ ਕੰਸਟੀਚੁਐਂਸੀ ਦੇ ਵਿੱਚ ਇਹਨਾਂ ਨੇ ਅੱਗੇ ਹੋ ਕੇ ਕੰਮ ਕੀਤਾ। ਓਵਰਆਲ ਕੰਪੇਨ ਜਿਹੜੀ TPS ਸਿੱਧੂ ਐਟ ਮੋਹਾਲੀ ਜਿਹੜੇ ਅਕਾਲੀ ਦਲ ਦੀ ਟਿਕਟ ਤੇ ਲੜੇ ਸੀ, ਉਹਦੇ ਵਾਸਤੇ ਵੀ ਇਹਨਾਂ ਨੇ ਸੋਸ਼ਲ ਐਂਟਰਪ੍ਰੀਨਿਓਰ ਦੇ ਤੌਰ ਤੇ ਕੰਮ ਕੀਤਾ। ਇਹਨਾਂ ਦਾ ਸਮਾਜਿਕ ਜੀਵਨ ਦੇ ਵਿੱਚ, ਸੋਸ਼ਲ ਕੰਮਾਂ ਦੇ ਵਿੱਚ ਔਰ ਪੋਲੀਟੀਕਲ ਲਾਈਫ ਦੇ ਵਿੱਚ, ਕਿਉਂਕਿ ਇਹ ਸਮਝਦੇ ਨੇ ਕਿ ਜੇ ਰਾਜਨੀਤੀ ਦੇ ਵਿੱਚ ਚੰਗੇ ਲੋਕ ਆਉਣਗੇ ਉਹੀ ਸਮਾਜ ਦੇ ਵਿੱਚ ਸੁਧਾਰ ਕਰ ਸਕਦੇ ਨੇ। ਇਸ ਲਈ ਇਹ ਅੱਜ ਸਾਡੇ ਮਾਨਯੋਗ ਪ੍ਰਧਾਨ ਭਗਵੰਤ ਮਾਨ ਜੀ ਦੀ ਅਗਵਾਈ 'ਚ ਅਰਵਿੰਦ ਕੇਜਰੀਵਾਲ ਜੀ ਦੀਆਂ ਸਹੀ ਨੀਤੀਆਂ ਨੂੰ ਫੋਲੋ ਕਰਦੇ ਹੋਏ ਸ਼ਾਮਲ ਹੋ ਰਹੇ ਨੇ। ਅਸੀਂ ਇਹਨਾਂ ਦਾ ਪਾਰਟੀ ਵੱਲੋਂ ਸਵਾਗਤ ਕਰਦੇ ਹਾਂ। ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ। ਜੀ ਆਇਆਂ ਆਖਣ। ਵੈਲਕਮ ਸਾਹਿਬ, ਵੈਲਕਮ। जिंदाबाद जिंदाबाद। वेलकम साहब, वेलकम। दूजे ब्लॉग मैं हुण बेनती करदा साहब उपकार सिंह जाखड़ जी, ਜਿਹੜੇ डिस्ट्रिक्ट प्रेजिडेंट पंजाब एकता पार्टी ਦੇ ਰਹੇ ਨੇ, ਉਹਨਾਂ ਨੂੰ ਕਿ ਉਹ ਆਉਣ। ਉਹਨਾਂ ਨੂੰ ਵੀ, ਉਹਨਾਂ ਦਾ ਵੀ ਸਮਾਜ ਦੇ ਵਿੱਚ ਬਹੁਤ ਚੰਗਾ ਤਜਰਬਾ ਸੋਸ਼ਲ ਕੰਮਾਂ ਦੇ ਵਿੱਚ, ਪੋਲੀਟੀਕਲ ਲਾਈਫ ਦੇ ਵਿੱਚ ਰਿਹਾ। ਅਸੀਂ ਜੀ ਆਇਆਂ ਆਖਦੇ ਹਾਂ ਪਾਰਟੀ ਦੇ ਵਿੱਚ। ਜੀ ਆਇਆਂ ਨੂੰ ਉਪਾਰ ਸਿੰਘ ਜੀ, ਵੈਲਕਮ। ਫਿਰ ਉਸ ਤੋਂ ਬਾਅਦ ਜਸ਼ਨ ਸੰਗੀਤ ਬਰਾੜ ਜੀ, ਜਿਹੜੇ ਡਿਸਟ੍ਰਿਕਟ ਯੂਥ ਪ੍ਰੈਜ਼ੀਡੈਂਟ ਪੰਜਾਬ ਏਕਤਾ ਪਾਰਟੀ ਦੇ ਰਹੇ ਨੇ, ਇਹਨਾਂ ਨੂੰ ਵੀ ਅਸੀਂ ਸਵਾਗਤ ਕਰਦੇ ਹਾਂ। ਨਾਲ ਜਸਮੀਤ ਸਿੰਘ ਆਲੂਵਾਲੀਆ ਜੀ, ਐਡਵੋਕੇਟ ਨੇ, ਜਿਹੜੇ BSc ਇਕਨੋਮਿਕਸ ਦੀ ਕੀਤੀ ਹੈ, ਆਪਣੇ ਰਿਪਿਊਟਡ ਐਜੂਕੇਸ਼ਨ ਇੰਸਟੀਚਿਊਟ ਚਲਾ ਰਹੇ ਨੇ ਜਿਹੜੇ, ਤੇ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ। ਸਮਾਜ ਦੇ ਵਿੱਚ ਚੰਗੀ ਸੋਚ ਲੈ ਕੇ ਆਏ ਨੇ। ਜੀ ਆਇਆਂ ਨੂੰ। ਨਾਲ ਮੈਂ ਬਹੁਤ ਹੀ ਸਾਡੇ ਸਤਿਕਾਰਯੋਗ ਰਜਿੰਦਰ ਗੁਪਤਾ ਜੀ, ਜਿਹੜੇ ਜੀਰਕਪੁਰ ਤੋਂ ਨੇ, BDO ਰਿਟਾਇਰ ਹੋਏ ਨੇ, ਇਮਾਨਦਾਰੀ ਦੇ ਨਾਲ ਇਹਨਾਂ ਨੇ ਨੌਕਰੀ ਕੀਤੀ ਹੈ। ਅੱਜ ਇਹ ਆਮ ਆਦਮੀ ਪਾਰਟੀ 'ਚ ਆਏ ਨੇ। ਅਸੀਂ ਸਾਰਿਆਂ ਦਾ, ਜਿੰਨੇ ਵੀ ਸਾਥੀ ਜੁਆਇਨ ਕੀਤੇ ਨੇ, ਸਾਰਿਆਂ ਨੂੰ ਬੇਨਤੀ ਹੈ ਸਟੇਜ ਤੇ ਆ ਜਾਓ, ਇੱਕ ਗਰੁੱਪ ਫੋਟੋ ਹੋ ਜੂਗੀ। ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ, ਜੀ ਆਇਆਂ ਆਖਦੇ ਹਾਂ ਔਰ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ, ਹਰ ਆਗੂ, ਸਰਦਾਰ ਗੁਰਪ੍ਰੀਤ ਸਿੰਘ ਜੀ, ਜਿਹੜੇ ਜਨ ਕਲਿਆਣ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ, ਵਿਧਾਨ ਸਭਾ ਵੀ ਇਹਨਾਂ ਨੇ 2017 ਚ ਲੜੀ ਸੀ ਇੰਡੀਪੈਂਡੈਂਟ। ਡਿਸਟ੍ਰਿਕਟ ਬਹੁਜਨ ਸਮਾਜ ਪਾਰਟੀ ਦੇ ਵੀ ਇਹ ਆਗੂ ਰਹੇ ਨੇ। ਹਸਨਪੁਰ ਪਿੰਡ ਤੋਂ ਨੰਬਰਦਾਰ ਵੀ ਨੇ। ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ, ਸਵਾਗਤ ਕਰਦੇ ਹਾਂ ਔਰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਾਰਟੀ ਵੱਲੋਂ
ਹਰ ਪੱਧਰ ਤੇ ਇਹਨਾਂ ਦਾ ਮਾਨ ਸਨਮਾਨ ਜਿਸ ਭਾਵਨਾ ਨੂੰ ਲੈ ਕੇ ਪਾਰਟੀ ਦੇ ਵਿੱਚ ਆਏ ਨੇ ਉਹ ਇਹਨਾਂ ਦੀ ਭਾਵਨਾ ਪੂਰੀ ਕੀਤੀ ਜਾਊਗੀ। ਜੀ ਆਇਆਂ ਆਖਦੇ ਆ। ਤੇ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਹਰਪਾਲ ਸਿੰਘ ਜੀ ਚੀਮਾ ਪਾਰਟੀ ਦੀ ਤਰਫੋਂ ਹਾਈ ਕਮਾਂਡ ਦੀ ਤਰਫੋਂ ਸਾਰਿਆਂ ਦਾ ਸਵਾਗਤ ਕਰਨਗੇ। ਜੀ ਆਇਆਂ ਆਖਣਗੇ। ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਮੁੱਚੇ ਪੰਜਾਬ ਦੇ ਲੋਕ, ਸਮੁੱਚੇ ਪੰਜਾਬ ਦੇ ਇਨਸਾਫ ਪਸੰਦ ਲੋਕ ਜਿਹੜੇ ਪੰਜਾਬ ਦੀ ਤਰੱਕੀ ਚਾਹੁੰਦੇ ਨੇ, ਜਿਹੜੇ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਨੇ, ਜਿਹੜੇ ਪੰਜਾਬ ਵਿੱਚ ਰੁਜ਼ਗਾਰ ਚਾਹੁੰਦੇ ਨੇ ਕਿ ਅੱਜ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ। ਸਮੁੱਚੇ ਮੈਂ ਦੇਖ ਰਿਹਾਗਾ ਕਿ ਕਿਸ ਤਰ੍ਹਾਂ ਯੂਨੀਵਰਸਿਟੀਆਂ ਦੇ ਟੌਪਰ, ਕਿਸ ਤਰ੍ਹਾਂ ਸਮਾਜ ਦੇ ਵੱਖ-ਵੱਖ ਖੇਤਰ 'ਚ ਸੇਵਾ ਕਰਨ ਵਾਲੇ ਉਹ ਨੌਜਵਾਨ ਜਿਹੜੇ ਸਮਾਜ ਲਈ ਕੁਝ ਕਰਨਾ ਚਾਹੁੰਦੇ ਨੇ, ਸਮਾਜ 'ਚ ਵਿਚਰਨਾ ਚਾਹੁੰਦੇ ਨੇ, ਸ਼ਾਮਲ ਹੋ ਰਹੇ ਨੇ। ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਨੇਗੀਆਂ ਕਿ ਹਰ ਘਰ ਦੇ ਵਿੱਚ ਜਿਹੜਾ ਹੈਗਾ ਤੁਸੀਂ ਖੁਸ਼ਹਾਲੀ ਕਿਵੇਂ ਲੈ ਕੇ ਆਉਣੀ ਆ, ਸਸਤੀ ਬਿਜਲੀ ਕਿਵੇਂ ਮਿਲਣੀ ਆ, ਮੁਫਤ ਇਲਾਜ ਕਿਵੇਂ ਹੋਣਾਗਾ, ਅੱਛੀ ਐਜੂਕੇਸ਼ਨ ਕਿਵੇਂ ਆਉਣੀ ਆ, ਕਰਪਸ਼ਨ ਭ੍ਰਿਸ਼ਟਾਚਾਰ ਦਾ ਖਾਤਮਾ ਕਿਵੇਂ ਕਰਨਾਗਾ। ਪਰ ਲੇਕਿਨ ਦੂਜੇ ਪਾਸੇ ਜਿੰਨੀਆਂ ਵੀ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਆ, ਚਾਹੇ ਬੀਜੇਪੀ ਆ, ਚਾਹੇ ਕਾਂਗਰਸ ਪਾਰਟੀ ਆ, ਲਗਾਤਾਰ ਉਹ ਭ੍ਰਿਸ਼ਟਾਚਾਰ 'ਚ ਲਿਪਟੀਆਂ ਪਾਰਟੀਆਂ ਨੇਗੀਆਂ। ਅੱਜ ਪੰਜਾਬ ਤੇ ਲਗਭਗ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਅੱਜ ਪੰਜਾਬ ਦਾ ਬੱਚਾ ਕਰਜ਼ਾਈ ਹੋ ਗਿਆ। ਅੱਜ ਪੰਜਾਬ ਵਿੱਚ ਰੁਜ਼ਗਾਰ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਅੱਜ ਪੰਜਾਬ ਵਿੱਚ ਮੈਂ ਸਮਝਦਾ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦੇ ਵਿੱਚ ਆ। ਅੱਜ ਸਭ ਤੋਂ ਭ੍ਰਿਸ਼ਟਾਚਾਰਵਾਦ ਪੰਜਾਬ ਵਿੱਚ ਆ। ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਆ। ਅੱਜ ਪੰਜਾਬ ਦੇ ਕਿਸਾਨ ਤੇ ਮੈਂ ਸਮਝਦਾ 1 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਹੋ ਗਿਆ। ਜਿੰਨੇ ਵਾਅਦੇ ਕੈਪਟਨ ਸਾਹਿਬ ਨੇ 2017 ਚ ਕੀਤੇ ਸੀ, ਇੱਕ ਵਾਅਦਾ ਪੂਰਾ ਨਹੀਂ ਕੀਤਾ। ਜਿਹੜਾ ਮਾਫੀਆ ਰਾਜ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਚਲਾਉਂਦੀ ਸੀ ਉਸ ਨੂੰ ਖਤਮ ਕਰਨ ਦੀ ਸਹੁੰ ਕੈਪਟਨ ਸਾਹਿਬ ਨੇ ਖਾਧੀ ਸੀ। ਪਰ ਲੇਕਿਨ ਅੱਜ ਉਹ ਸਾਰਾ ਮਾਫੀਆ ਰਾਜ ਜਿਹੜਾ ਕਰਪਸ਼ਨ ਦਾ ਸਿਸਟਮ ਸੀਗਾ ਸਾਰਾ ਜੋ ਕੈਪਟਨ ਸਾਹਿਬ ਚਲਾ ਰਹੇ ਨੇ ਕਿ ਉਹ ਕਾਂਗਰਸ ਪਾਰਟੀ ਚਲਾ ਰਹੀ ਆ। ਅੱਜ ਬਹੁਤ ਸਾਰੀਆਂ ਜਿੰਨੇ ਵੀ ਸਾਡੇ ਨੌਜਵਾਨ ਸ਼ਾਮਲ ਹੋਏ ਨੇ ਕਿ ਮੈਂ ਸਾਰਿਆਂ ਦਾ ਪਾਰਟੀ ਤਰਫੋਂ ਅਰਵਿੰਦ ਕੇਜਰੀਵਾਲ ਜੀ ਵੱਲੋਂ, ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਨਾਂ ਸਵਾਗਤ ਕਰਦਾ, ਜੀ ਆਇਆਂ ਕਰਦਾਗਾ। ਬਿਲਕੁਲ ਪਾਰਟੀ ਦੇ ਵਿੱਚ ਇਹਨਾਂ ਦਾ ਮਾਨ ਸਨਮਾਨ ਰਹੂਗਾ, ਇਸੇ ਤਰ੍ਹਾਂ ਕਾਇਮ ਰਹੂਗਾ ਜਿਵੇਂ ਪਹਿਲਾਂ ਸੀਗਾ। ਔਰ ਪਾਰਟੀ ਇਹਨਾਂ ਨੂੰ ਅੱਛੇ ਮੌਕੇ ਪ੍ਰਦਾਨ ਕਰੂਗੀ ਕਿ ਆਪਣਾ ਕੰਮ ਕਰਨ, ਸਮਾਜ 'ਚ ਵਿਚਰਨ, ਪਾਰਟੀ ਦੇ ਅੱਗੇ ਲੈ ਕੇ ਜਾਣ। ਔਰ ਇਹ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਕਿ ਸੋ ਇਹਨਾਂ ਸਾਰਿਆਂ ਦਾ ਮੇਰੇ ਵੱਲੋਂ, ਪਾਰਟੀ ਵੱਲੋਂ ਬਹੁਤ ਵੈਲਕਮ। ਸਾਡੇ ਪਰਿਵਾਰ ਵਿੱਚ ਜਿਹੜਾ ਹੈਗਾ ਵਾਧਾ ਹੋਇਆ। ਸਾਰਿਆਂ ਦਾ ਬਹੁਤ ਧੰਨਵਾਦ। ਥੈਂਕ ਯੂ। ਸਾਰੇ ਸਾਥੀਆਂ ਦਾ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਬੇਨਤੀ ਹੈ ਚਾਹ ਦਾ ਕੱਪ ਜ਼ਰੂਰ ਪੀ ਕੇ ਜਾਣ। ਬਹੁਤ ਧੰਨਵਾਦ ਸਾਰਿਆਂ ਦਾ। ਦੇਖੋ, ਜਿਹੜੀ ਖੇਤੀ ਕਾਨੂੰਨ ਲੈ ਕੇ ਸੁਪਰੀਮ ਕੋਰਟ ਵੱਲੋਂ, ਮਾਨਯੋਗ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਸੀ ਅਸੀਂ, ਉਸ ਕਮੇਟੀ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਆਲਰੇਡੀ ਰੱਦ ਕਰ ਚੁੱਕੀਆਂ ਨੇਗੀਆਂ। ਉਸ ਕਮੇਟੀ ਦੇ ਬਹੁਤ ਸਾਰੇ ਮੈਂਬਰ ਰਿਜ਼ਾਈਨ ਦੇ ਚੁੱਕੇ ਨੇਗੇ। ਸੋ ਮੈਂ ਸਮਝਦਾ ਉਸ ਕਮੇਟੀ ਦੀ ਰਿਪੋਰਟ ਦੀ ਆ ਕੋਈ ਤੁੱਕ ਨਹੀਂ ਬਣਦੀ। ਉਸ ਕਮੇਟੀ ਨੂੰ ਰਿਪੋਰਟ ਦੇਣੀ ਨਹੀਂ ਚਾਹੀਦੀ ਸੀਗੀ ਕਿਉਂਕਿ ਜਿੰਨਾ ਹਾਲਾਤਾਂ ਜਿਹੜੇ ਮੈਂਬਰ ਬਣੇ ਸੀਗੇ ਉਹ 'ਚ ਮੈਂਬਰ ਰਿਜ਼ਾਈਨ ਕਰ ਚੁੱਕੇ ਸੀਗੇ। ਉਸ ਕਮੇਟੀ ਦੀ ਰਿਪੋਰਟ ਜਿਹੜੀ ਹੁਣ ਕੋਈ ਮਾਇਨੇ ਨਹੀਂ ਰੱਖਦੀ ਹੈਗੀ। ਇਸ ਵਕਤ ਮੈਂ ਸਮਝਦਾ ਸਮੇਂ ਦੀ ਲੋੜ ਆ ਕਿ ਦੇਸ਼ ਦੀ ਜਿਹੜੀ ਬੀਜੇਪੀ ਸਰਕਾਰ ਆ, ਮੋਦੀ ਸਾਹਿਬ ਦੀ ਸਰਕਾਰ ਆ, ਉਹਨੂੰ ਤੁਰੰਤ ਕਿਸਾਨਾਂ ਨਾਲ ਦੁਬਾਰਾ ਡਾਇਲੌਗ ਗੱਲ ਸ਼ੁਰੂ ਕਰਕੇ ਦੁਬਾਰਾ ਗੱਲਬਾਤ ਸ਼ੁਰੂ ਕਰਕੇ ਜਿਹੜਾ ਹੈਗਾ ਮਾਮਲੇ ਦਾ ਹੱਲ ਲੱਭਣਾ ਚਾਹੀਦਾ ਔਰ ਤਿੰਨੇ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ। ਜਿਹੜੀ ਕਮੇਟੀ ਦੀ ਰਿਪੋਰਟ ਆ ਇਹ ਬਿਲਕੁਲ ਮੈਂ ਸਮਝਦਾ ਤੱਥਾਂ ਤੋਂ ਪਰੇ ਆ। ਔਰ ਦੂਜੀ ਵੱਡੀ ਗੱਲ ਆ ਕਿ ਇਹਦੇ ਜਿਹੜੇ ਬੇਸਿਕ ਮੈਂਬਰ ਸੀਗੇ ਉਹ ਆਲਰੇਡੀ ਰਿਜ਼ਾਈਨ ਦੇ ਚੁੱਕੇ ਸੀਗੇ। ਦੇਖੋ, ਦਿੱਲੀ ਦੇ ਜਿਹੜੇ ਕਾਨੂੰਨ ਬਣੇ ਹੋਏ ਨੇ ਕਿ ਮੈਂ ਉਹਨਾਂ ਬਾਰੇ ਜ਼ਿਆਦਾ ਗਿਆਨ ਨਹੀਂ ਰੱਖਦਾ ਹੈਗਾ। ਪਰ ਲੇਕਿਨ ਮੈਨੂੰ ਜਿੰਨੀ ਕੁ ਸਮਝ ਆ ਗਈ ਕਿ ਜਿਹੜੀਆਂ ਧਾਰਮਿਕ ਇਲੈਕਸ਼ਨਾਂ ਨੇਗੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਨੇਗੀਆਂ, ਉਹ ਧਾਰਮਿਕ ਹਸਤੀਆਂ ਨੂੰ ਲੜਨੀਆਂ ਚਾਹੀਦੀਆਂ ਨੇ, ਨਾ ਕਿ ਪੋਲੀਟੀਕਲ ਵਿਅਕਤੀਆਂ ਨੂੰ। ਸੋ ਉੱਥੇ ਕਾਨੂੰਨ ਬਣਿਆ ਹੈਗਾ ਕਿ ਧਾਰਮਿਕ ਪਾਰਟੀਆਂ ਹੀ ਇਲੈਕਸ਼ਨ ਲੜ ਸਕਦੀਆਂ ਨੇ। ਜੇਕਰ ਅਕਾਲੀ ਦਲ ਧਾਰਮਿਕ ਪਾਰਟੀ ਹੈ ਤਾਂ ਲੜ ਲੂਗਾ, ਜੇਕਰ ਅਕਾਲੀ ਦਲ ਧਾਰਮਿਕ ਪਾਰਟੀ ਨਹੀਂ ਹੈਗਾ ਤਾਂ ਪਾਰਟਿਸਿਪੇਟ ਨਹੀਂ ਕਰ ਸਕਦਾਗਾ। ਸੋ ਜਿਹੜੀਆਂ ਵੀ ਪਾਰਟੀਆਂ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਨੀਆਂ ਚਾਹੁੰਦੀਆਂ ਨੇਗੀਆਂ ਉਹ ਧਾਰਮਿਕ ਹੋਣੀਆਂ ਚਾਹੀਦੀਆਂ ਨੇਗੀਆਂ। ਸੋ ਤਾਂ ਮੈਂ ਸਮਝਦਾ ਗੁਰਦੁਆਰਾ ਜਿਹੜਾ ਹੈਗਾ ਪ੍ਰਬੰਧ ਵਿੱਚ ਸੁਧਾਰ ਆ ਸਕਦਾ। ਦੇਖੋ, ਜਿਹੜੀ ਮਲੋੜ 'ਚ ਘਟਨਾ ਵਾਪਰੀ ਆ ਉਹ ਬਹੁਤ ਮਾੜੀ ਘਟਨਾ ਗਈ। ਇੱਧਰ ਨਹੀਂ ਹੋਣਾ ਚਾਹੀਦਾ ਸੀਗਾ ਕਿਉਂਕਿ ਹੁਣ ਤੱਕ ਕਿਸਾਨ ਅੰਦੋਲਨ ਜਿਹੜਾ ਹੈਗਾ ਉਹ ਸ਼ਾਂਤਮਈ ਆ। ਜਿਹੜਾ ਵੀ ਅੰਦੋਲਨ, ਜਿੰਨੇ ਵੀ ਸੰਸਾਰ 'ਚ ਅੰਦੋਲਨ ਹੋਏ ਨੇ ਜਿਹੜੇ ਸ਼ਾਂਤਮਈ ਰਹੇ ਨੇਗੇ, ਜਿਹੜੇ ਬਿਲਕੁਲ ਸ਼ਾਂਤਮਈ ਰਹੇ ਨੇ ਕਿ ਹਮੇਸ਼ਾ ਉਹ ਅੰਦੋਲਨ ਜਿੱਤਦੇ ਰਹੇ ਨੇਗੇ। ਸੋ ਮੈਂ ਸਮਝਦਾ ਸਾਰੀਆਂ ਜਿੰਨੀਆਂ ਵੀ ਜਿਹੜੀਆਂ
ਜਿਹੜੀਆਂ ਵੀ ਮੈਂ ਸਮਝਦਾ ਕਿਸਾਨ ਜਥੇਬੰਦੀਆਂ ਨੇ ਸਭ ਨੇ ਅਪੀਲ ਕੀਤੀ ਹੈ ਕਿ ਬਿਲਕੁਲ ਅਹਿੰਸਕ ਰਹਿਣਾ ਚਾਹੀਦਾ, ਬਿਲਕੁਲ ਹਿੰਸਾ ਨਹੀਂ ਹੋਣੀ ਚਾਹੀਦੀ। ਔਰ ਦੂਜੇ ਪਾਸੇ ਮੈਂ ਸਮਝਦਾ ਬੀਜੇਪੀ ਨੂੰ ਜਿਹੜਾ ਹੈਗਾ ਉਹ ਕਿਸਾਨਾਂ ਦੇ ਸਬਰ ਨੂੰ ਪਰਖਣਾ ਨਹੀਂ ਚਾਹੀਦਾ, ਕਿਸਾਨਾਂ ਨੂੰ ਪਰਖਣਾ ਨਹੀਂ ਚਾਹੀਦਾ। ਉਹਨੂੰ ਤੁਰੰਤ ਗੱਲਬਾਤ ਸ਼ੁਰੂ ਕਰਕੇ ਬੀਜੇਪੀ ਨੂੰ ਆਪਣੀ ਹੈਂਕੜ ਛੱਡਣੀ ਚਾਹੀਦੀ ਆ, ਆਪਣੀ ਧੌਣ 'ਚ ਫਸਿਆ ਕਿੱਲਾ ਕੱਢਣਾ ਚਾਹੀਦਾ, ਕੱਢ ਕੇ ਕਿਸਾਨ ਜਿਹੜਾ ਮੈਂ ਸਮਝਦਾ ਅੱਜ ਦੇਸ਼ ਦਾ ਅੰਨਦਾਤਾ ਹੈਗਾ ਉਹਦੇ ਨਾਲ ਗੱਲ ਕਰਨੀ ਚਾਹੀਦੀ ਆ। ਕਿਸਾਨ ਜਿਹੜਾ ਕਿ ਇਸ ਕੜਕਮੀ ਠੰਡ ਦੇ ਵਿੱਚ, ਇੰਨੀ ਧੁੱਪ ਦੇ ਵਿੱਚ, ਮਾੜੇ ਹਾਲਾਤਾਂ ਦੇ ਵਿੱਚ ਦਿੱਲੀ 'ਚ ਬਹਿ ਕੇ ਪ੍ਰੋਟੈਸਟ ਕਰ ਰਿਹਾ, ਪ੍ਰਦਰਸ਼ਨ ਕਰ ਰਿਹਾ, ਪੂਰੇ ਪੰਜਾਬ 'ਚ ਕਰ ਰਿਹਾ। ਸੋ ਉਹਦੇ ਸਬਰ ਨਾਲ ਜਿਹੜੀ ਬੀਜੇਪੀ ਖੇਡ ਰਹੀ ਹੈ, ਉਹਦੇ ਜਜ਼ਬਾਤਾਂ ਨਾਲ ਬੀਜੇਪੀ ਖੇਡ ਰਹੀ ਹੈ। ਨਹੀਂ ਹੋਣਾ ਚਾਹੀਦਾ। ਤੁਰੰਤ ਸਾਡੇ ਦੇਸ਼ ਦੇ ਅੰਨਦਾਤੇ ਨਾਲ ਗੱਲ ਹੋਣੀ ਚਾਹੀਦੀ ਹੈ ਔਰ ਤਿੰਨੇ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਦੇਖੋ ਨੀਤੀ ਆਯੋਗ ਜਿਹੜਾ ਹੈਗਾ, ਮੈਂ ਹੈਰਾਨ ਹੈਗਾ ਕਿ ਜਦੋਂ ਦੇਸ਼ ਦੇ ਵਿੱਚ ਇੱਕ ਧਿਰ ਜਿਹੜੀ ਆ ਜਿਹਦੇ ਤੇ ਕਾਨੂੰਨ ਲਾਗੂ ਹੋਣੇ ਨੇਗੇ, ਜਿਸ ਧਿਰ ਦੇ ਉੱਤੇ ਕਾਨੂੰਨ ਲਾਗੂ ਹੋਣੇ ਨੇ ਉਹ ਧਿਰ ਕਹਿ ਰਹੀ ਆ ਕਿ ਮੈਨੂੰ ਇਹ ਕਾਲੇ ਕਾਨੂੰਨ ਮਨਜ਼ੂਰ ਨਹੀਂ ਹੈਗੇ। ਉਸ ਸਮੇਂ ਨੀਤੀ ਆਯੋਗ ਦੀ ਰਿਪੋਰਟ ਦਾ ਆਉਣਾ ਮੈਂ ਸਮਝਦਾ ਇੱਕ ਤਰ੍ਹਾਂ ਦਾ ਪ੍ਰੈਸ਼ਰ ਹੈਗਾ, ਇੱਕ ਤਰ੍ਹਾਂ ਦਾ ਕੇਂਦਰ ਦੀ ਸਰਕਾਰ ਜਿਹੜੀ ਉਹ ਕਿਸਾਨਾਂ ਤੇ ਜਿਹੜਾ ਹੈਗਾ ਪ੍ਰੈਸ਼ਰ ਪਾਉਣਾ ਚਾਹੁੰਦੀ ਹੈ ਤਾਂ ਕਿ ਜਿਹੜਾ ਕਿਸਾਨ ਨੂੰ ਗੱਲ ਨੂੰ ਮੰਨ ਜਾਣ। ਪਰ ਮੈਂ ਸਮਝਦਾ ਨੀਤੀ ਆਯੋਗ ਜਿਹੜਾ ਹੈਗਾ ਉਹਦੇ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਮੈਂਬਰ ਸੀਗੇ, ਕੈਪਟਨ ਸਾਹਿਬ ਵੀ ਉਸ ਨੀਤੀ ਆਯੋਗ ਦੇ ਮੈਂਬਰ ਸੀਗੇ, ਉਸ ਜਿਹੜੀ ਕਮੇਟੀ ਬਣੀ ਸੀ ਉਹਦੇ ਮੈਂਬਰ ਸੀਗੇ। ਸੋ ਇਹਨਾਂ ਲੋਕਾਂ ਨੇ, ਚਾਹੇ ਅਕਾਲੀ ਦਲ ਆ, ਚਾਹੇ ਬੀਜੇਪੀ ਆ, ਚਾਹੇ ਕਾਂਗਰਸ ਪਾਰਟੀ ਆ, ਇਹ ਤਿੰਨੇ ਪਾਰਟੀਆਂ ਤਿੰਨੇ ਕਾਨੂੰਨਾਂ ਦੇ ਜਨਮਦਾਤਾ ਨੇਗੇ। ਸੋ ਨੀਤੀ ਆਯੋਗ ਦੀ ਰਿਪੋਰਟ ਆ, ਅਸੀਂ ਉਹਨੂੰ ਮੂਲੋਂ ਰੱਦ ਕਰਦੇ ਹਾਂ। ਦੇਖੋ ਜੇ ਅਕਾਲੀ ਦਲ ਨੇ ਮੈਂ ਸਮਝਦਾ ਹਾਈ ਕੋਰਟ ਵੱਲ ਰੁਖ ਤਿਆਰ ਕੀਤਾ ਗਿਆ ਤਾਂ ਹਾਈ ਕੋਰਟ ਡਿਸਾਈਡ ਕਰ ਦੂਗੀ ਕਿ ਅਕਾਲੀ ਦਲ ਧਾਰਮਿਕ ਪਾਰਟੀ ਹੈ ਜਾਂ ਅਕਾਲੀ ਦਲ ਸਿਆਸੀ ਪਾਰਟੀ ਹੈ। ਪੰਜਾਬ ਵਿੱਚ ਤਾਂ ਅਕਾਲੀ ਦਲ ਸਿਆਸੀ ਪਾਰਟੀ ਹੈ। ਸ਼ਾਇਦ ਮੈਂ ਸਮਝਦਾ ਪੰਜਾਬ ਦਾ ਬਾਰਡਰ ਟੱਪਦਾ ਹੀ ਅਕਾਲੀ ਦਲ ਧਾਰਮਿਕ ਪਾਰਟੀ ਬਣ ਜਾਂਦਾ ਹੋਵੇ। ਦੇਖੋ ਜਿਹੜੀ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਈ ਆ ਉਹ ਮੈਂ ਸਮਝਦਾ ਤੱਥਾਂ ਤੋਂ ਅਧੂਰੀ ਰਿਪੋਰਟ ਆ, ਕਿਉਂਕਿ ਆਲਰੇਡੀ ਸਾਰੀਆਂ ਕਿਸਾਨ ਜਥੇਬੰਦੀਆਂ ਉਸ ਕਮੇਟੀ ਨੂੰ ਰੱਦ ਕਰ ਚੁੱਕੀਆਂ ਨੇਗੀਆਂ ਔਰ ਉਸ ਕਮੇਟੀ ਦੇ 2 ਅਹਿਮ ਮੈਂਬਰ ਜਿਹੜੇ ਹੈਗੇ ਨੇ ਉਹ ਰਿਜ਼ਾਈਨ ਦੇ ਚੁੱਕੇ ਨੇਗੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹ ਰਿਪੋਰਟ ਜਿਹੜੀ ਆ ਮੈਂ ਸਮਝਦਾ ਉਹਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਉਹ ਰਿਪੋਰਟ ਜਿਹੜੀ ਆ ਕਿਸਾਨ ਜਥੇਬੰਦੀਆਂ ਉਸ ਕਮੇਟੀ 'ਚ ਰੱਦ ਕਰ ਚੁੱਕੀਆਂ। ਸੋ ਉਸ ਰਿਪੋਰਟ ਦਾ ਵੀ ਕੋਈ ਮਾਇਨੇ ਨਹੀਂ ਰਹਿ ਜਾਂਦਾ। ਕੋਈ ਸਵਾਲ ਤੁਸੀਂ ਕਰਨਾ ਚਾਹੁੰਦੇ ਹੋ ਸਾਥੀ ਜਿਹੜੇ ਨਵੇਂ ਜੁਆਇਨ ਕਰ ਰਹੇ ਨੇ? ਹਾਂ ਬੋਲੋ। ਸਰ ਮੈਂ ਬੇਸਿਕਲੀ 2008 ਦੇ ਵਿੱਚ ਹੀ ਇਹਨਾਂ ਨੂੰ ਜੁਆਇਨ ਕੀਤਾ ਸੀ, ਬਿਕੋਜ਼ ਯੂਨੀਵਰਸਿਟੀ ਜੌਬ ਦੇ ਵਿੱਚ ਸਾਡੇ ਕੈਲੰਡਰ 'ਚ ਵੀ ਲਿਖਿਆ ਵੀ ਅਸੀਂ ਯੂਨੀਵਰਸਿਟੀ ਦੀ ਜੌਬ ਦੇ ਨਾਲ ਆਪਣਾ ਪੋਲੀਟੀਕਲ ਇੰਟਰਸਟ ਰੱਖ ਸਕਦੇ ਹਾਂ। ਤਾਂ ਮੈਂ ਉਦੋਂ ਇਹਨਾਂ ਦਾ ਮੀਡੀਆ ਹੈਂਡਲ ਕੀਤਾ ਸੀ ਜੀ। ਚੰਦੂ ਮਾਜਰਾ ਸਾਹਿਬ ਦੇ ਅਗੇਂਸਟ ਅਸੀਂ MP ਦੀ ਇਲੈਕਸ਼ਨ ਲੜੀ ਸੀ, ਉਦੋਂ ਜਿੱਤੇ ਵੀ ਸੀਗੇ। ਉਹ ਮੀਡੀਆ ਮੈਂ ਉਦੋਂ ਹੈਂਡਲ ਕੀਤਾ। ਫਿਰ 12 'ਚ ਕੀਤਾ ਜੀ, ਮਾਰਾ ਸਾਹਿਬ ਦਾ ਵੀ ਕੀਤਾ। ਚਹਿਲ ਸਾਹਿਬ ਉਦੋਂ ਨਹੀਂ ਸੀ ਬਹੁਤ ਐਕਟਿਵ, ਤਾਂ ਉਸ ਟਾਈਮ ਦੇ ਉੱਤੇ ਥੋੜਾ ਗੈਪ ਸੀ ਵਿੱਚ। ਉਹ ਗੈਪ ਉਦੋਂ ਮੈਂ ਜਿਹੜਾ ਸੀ ਮਹਾਰਾਜ ਸਾਹਿਬ ਦੀਆਂ ਜਿੰਨੀਆਂ ਕਾਨਫਰੰਸਿਸ ਸੀਗੀਆਂ ਮੋਤੀ ਬਾਗ ਪੈਲੇਸ ਅਸੀਂ ਦੇਖਦੇ ਰਹੇ ਹਾਂ ਜੀ ਸਾਰੇ। ਤੇ ਉਸ ਤੋਂ ਬਾਅਦ ਇਹ ਹੈ ਜੀ ਜਦੋਂ ਐਂਡ ਦੇ ਵਿੱਚ ਆ ਕੇ ਮੈਂ ਇਹਨਾਂ ਨੂੰ ਐਕਚੁਅਲੀ 2008 ਤੋਂ ਲੈ ਕੇ 17 ਤੱਕ ਆਲਮੋਸਟ 1 ਡੈਕੇਡ ਆਫ ਮਾਈ ਲਾਈਫ ਬਹੁਤ ਨੇੜੋਂ ਦੇਖਿਆ ਜੀ। ਤੇ ਉਹ ਉਸ ਟਾਈਮ ਆਊਟ ਆਫ ਪਾਵਰ ਸੀਗੇ ਉਹ 10 ਸਾਲ, ਪਰ ਜਦੋਂ 17 ਤੋਂ ਬਾਅਦ ਉਹ ਪਾਵਰ 'ਚ ਆਏ ਜੀ ਤਾਂ ਥਿੰਗਸ ਟੋਟਲੀ ਚੇਂਜ ਹੋ ਗਈਆਂ। ਉਸ ਤੋਂ ਬਾਅਦ ਮੈਂ ਬੜਾ ਹੋਰ ਤਰ੍ਹਾਂ ਦਾ ਇਨਸਾਨ ਸੀ ਜੀ। ਮੈਨੂੰ ਆਸ ਸੀ ਇਹਨਾਂ ਤੋਂ ਵੀ ਜੇ ਇਹ ਜਿੱਤਣਗੇ ਤਾਂ ਹੋ ਸਕਦਾ ਜਿਹੜੀ ਮਾਈਨਿੰਗ ਹੋ ਰਹੀ ਹੈ, ਹੋ ਸਕਦਾ ਜਿਹੜੀ ਆਹ ਲਿਕਰ ਮਾਫੀਆ ਹੈਗਾ, ਹੋ ਸਕਦਾ ਹੋਰ ਜੋ ਮਾਫੀਆ ਪੰਜਾਬ ਚੱਲਦਾ ਉਹ ਸਾਰਾ ਠੀਕ ਹੋ ਸਕੇ। ਪਰ ਮੈਂ ਉਸ ਤੋਂ ਬਾਅਦ ਦੇਖਿਆ ਕਿ ਉਹੀ ਚੀਜ਼ਾਂ ਡਬਲ ਹੋ ਗਈਆਂ, ਉਹੀ ਕੇਬਲ ਮਾਫੀਆ, ਉਹੀ ਸਾਰਾ ਕੁਝ। ਤਾਂ ਮੇਰਾ ਮਨ ਨਹੀਂ ਕੀਤਾ। ਉਸ ਤੋਂ ਬਾਅਦ ਮੈਂ ਪੈਰਿਸ ਕਦੇ ਗਿਆ ਨਹੀਂ ਜੀ ਲਾਗੂ। ਤੇ ਹੁਣ ਆ ਕੇ ਅਖੀਰ 'ਚ ਜਦੋਂ ਅਸੈਂਬਲੀ ਇਲੈਕਸ਼ਨ ਨੂੰ 1 ਸਾਲ ਰਹਿ ਗਿਆ ਹੈ ਜੀ, ਮੈਂ ਯੂਨੀਵਰਸਿਟੀ ਤੋਂ ਵੀ ਰਿਜ਼ਾਈਨ ਕਰ ਚੁੱਕਿਆ ਤੇ ਮੈਂ VRS ਆਪਟ ਕਰ ਲਈ ਹੈ। ਤੇ ਮੈਂ ਫਿਰ ਫੁੱਲੀ ਆਪਣੀ ਲਾਈਫ 2 ਚੀਜ਼ਾਂ ਨੂੰ ਹੀ ਹੁਣ ਡਿਵੋਟ ਕਰੂੰਗਾ ਜੀ। ਨੰਬਰ 1 ਹੈਗਾ ਆਮ ਆਦਮੀ ਪਾਰਟੀ, ਜਿਹਦੋਂ ਮੈਨੂੰ ਬਹੁਤ ਵਿਸ਼ਵਾਸ ਹੈ ਤੇ ਉਮੀਦਾਂ ਨੇ ਕਿ 2022 ਤੋਂ ਬਾਅਦ ਸਾਰਾ ਕੁਝ ਠੀਕ ਹੋ ਜੂ ਪੰਜਾਬ ਦਾ। ਦੂਜਾ ਜੀ এনवायरमेंट ਪੰਜਾਬ ਦਾ। ਮੈਂ এনवायरमेंट ਵਾਸਤੇ ਪਹਿਲਾਂ ਵੀ ਬਹੁਤ ਕੰਮ ਕੀਤਾ ਜੀ। ਮੈਂ ਹੁਣ ਵੀ ਡਾਕਟਰੇਟ ਕਰ ਰਿਹਾ ਅੰਡਰਗਰਾਊਂਡ ਵਾਟਰ ਪੋਲਿਊਸ਼ਨ ਇਨ ਪੰਜਾਬ। ਤਾਂ ਮੈਨੂੰ ਬਹੁਤ ਪਿਆਰ ਆਪਣੀ ਮਿੱਟੀ ਨਾਲ ਜੀ, ਆਪਣੇ ਪਾਣੀ ਨਾਲ ਪੰਜਾਬ ਦੇ। ਤਾਂ ਮੈਂ ਉਸੇ ਚੀਜ਼ ਨੂੰ ਰਹਿੰਦੀ ਜ਼ਿੰਦਗੀ ਡਿਵੋਟ ਕਰੂੰਗਾ। ਥੈਂਕ ਯੂ ਸਰ, ਥੈਂਕ ਯੂ। ਸੁਮਰਿੰਦਰ ਸਿੰਘ ਸੁਮਰਿੰਦਰ SUMRINDER ਸੁਮਰਿੰਦਰ।
ਅਸੀਂ ਅੱਜ ਜੋ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਜੋ ਪਿਛਲੇ 15 ਸਾਲ ਤੋਂ ਅਕਾਲੀ ਕਾਂਗਰਸ ਵਾਰੀ-ਵਾਰੀ ਲੁੱਟ ਰਹੇ ਹੈ, ਉਹ ਅਸੀਂ ਦੇਖਿਆ ਕਿ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਹੈ ਜਿਹੜੀ ਇਸ ਨੂੰ ਰੋਕ ਸਕਦੀ ਹੈ, ਪੰਜਾਬ ਨੂੰ ਵਧੀਆ ਪੰਜਾਬ ਬਣਾ ਸਕਦੀ ਹੈ, ਪੰਜਾਬ ਦਾ ਵਿਕਾਸ ਕਰਾ ਸਕਦੀ ਹੈ। ਕੇਜਰੀਵਾਲ ਸਾਹਿਬ ਦੀਆਂ ਜੋ ਦਿੱਲੀ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਹੈ, ਉਹਨਾਂ ਕੰਮਾਂ ਨੂੰ ਦੇਖਦੇ ਹੋਏ ਜਾਂ ਜੋ ਪੰਜਾਬ ਦੇ ਵਿੱਚ ਸਾਡੀ ਪਾਰਟੀ ਆਮ ਆਦਮੀ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਸਿਸਟਮ ਲੈ ਕੇ ਆ ਰਹੀ ਹੈ, ਉਹਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਨਹੀਂ, ਖਹਿਰਾ ਸਾਹਿਬ ਨਾਲ ਸਾਡੀ ਇਸ ਬਾਰੇ ਕੋਈ ਗੱਲ ਨਹੀਂ ਹੋਈਗੀ ਤੇ ਅਸੀਂ ਪਹਿਲਾਂ ਵੀ ਮੈਂ ਸ਼ੁਰੂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਜੁੜਿਆ ਸੀਗਾ ਤੇ ਉਸ ਤੋਂ ਬਾਅਦ ਚਲੋ ਕੁਝ ਗੱਲਾਂ ਹੋ ਜਾਂਦੀਆਂ ਜਿਨ੍ਹਾਂ ਕਰਕੇ ਸਾਡੀ ਖਹਿਰਾ ਸਾਹਿਬ ਨਾਲ ਸ਼ੁਰੂ ਤੋਂ ਨੇੜਤਾ ਰਹੀ ਤੇ ਸਾਨੂੰ ਇੱਕ ਇਹ ਲੱਗਿਆ ਸੀਗਾ ਵੀ ਸ਼ਾਇਦ ਇਹ ਕੁਝ ਵਧੀਆ ਕਰਨਗੇ, ਪਰ ਉਹ ਜੋ ਗੱਲਾਂ ਬਾਤਾਂ ਜੋ ਉਹਨਾਂ ਨੇ ਕੀਤੀਆਂ ਉਹਨਾਂ ਤੋਂ ਸਾਨੂੰ ਲੱਗਿਆ ਵੀ ਨਹੀਂ, ਆਮ ਆਦਮੀ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਵੀ ਜਿਹੜੀ ਪੰਜਾਬ ਦੇ ਵਿੱਚ ਸੁਧਾਰ ਲਿਆ ਸਕਦੀ ਹੈ। ਤੇ ਕਿਉਂਕਿ ਉਹ ਤਾਂ ਇਲੈਕਸ਼ਨ ਤੋਂ ਬਾਅਦ ਉਹਨਾਂ ਨੇ ਕੋਈ ਆਪਦਾ ਜਿਹੜਾ ਐਮਪੀ ਦਾ ਇਲੈਕਸ਼ਨ ਲੜਿਆ, ਉਸ ਤੋਂ ਬਾਅਦ ਕੋਈ ਗਤੀਵਿਧੀ ਨਹੀਂ, ਕੁਛ ਨਹੀਂ, ਇਸ ਕਰਕੇ ਅਸੀਂ ਤਾਂ ਦੁਬਾਰਾ ਆਮ ਆਦਮੀ ਪਾਰਟੀ ਜੁਆਇਨ ਕੀਤੀ। ਅਸੀਂ ਵੀ ਇਹ ਸੋਸ਼ਲ ਮੀਡੀਆ ਤੇ ਹੀ ਸੁਣਿਆ ਜੀ ਤੇ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਵੀ ਸ਼ਾਮਲ ਹੁੰਦੇ ਆ ਜਾਂ ਨਹੀਂ ਹੁੰਦੇ, ਤੇ ਉਹ ਉਹਨਾਂ ਦੀ ਕੋਈ ਨਿੱਜੀ ਰਾਏ ਹੋ ਸਕਦੀ ਹੈ, ਕਿਤੇ ਵੀ ਜਾ ਸਕਦਾ ਕੋਈ ਵੀ, ਜਿਹਨੂੰ ਜੋ ਵੀ ਹੈ ਵਿਚਾਰ ਆਪਣਾ ਜਿਹਦਾ ਜਿਸ ਨਾਲ ਮਿਲਦਾ ਹੈ, ਤੇ ਸਾਡੀ ਖਹਿਰਾ ਸਾਹਿਬ ਨਾਲ ਕੋਈ ਗੱਲ ਨਹੀਂ ਹੋਈ ਇਸ ਬਾਰੇ। ਹਾਂਜੀ ਸਰ, ਮੈਂ ਰਿਟਾਇਰ ਹੋਇਆ ਤੇ ਮੈਨੂੰ ਵੈਸੇ ਐਡ ਹਾਊਸ ਤੇ ਇਹਨਾਂ ਨੇ ਨੌਕਰੀ ਦੇ ਦਿੱਤੀ ਸੀ ਕੰਟਰੈਕਟ ਤੇ, ਉਹ ਵੀ ਮੈਂ ਛੱਡ ਦਿੱਤੀ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਮੈਂ ਇਸ 'ਚ ਸ਼ਾਮਲ ਹੋਇਆ ਔਰ ਉਹਨਾਂ ਦੀ ਕਰਪਸ਼ਨ ਨੂੰ ਦੇਖ ਕੇ ਅਕਾਲੀ ਕਾਂਗਰਸ ਔਰ ਬੀਜੇਪੀ, ਇਸ ਕਰਕੇ ਮੈਂ ਇਹ ਪਾਰਟੀ ਉਹ ਕੀਤੀ, ਆਪਟ ਕੀਤੀ ਹੈ ਜੀ। ਧੰਨਵਾਦ ਜੀ ਸਾਰਿਆਂ ਦਾ। ਬੁਲਾ ਦਿਓ ਸਾਰਿਆਂ ਨੂੰ। ਠੀਕ ਹੈ ਜੀ, ਧੰਨਵਾਦ ਜੀ ਸਾਰਿਆਂ ਦਾ। 31 ਮਾਰਚ ਤੱਕ ਸੀ, ਉਹਨੂੰ 10 ਤੱਕ ਐਕਸਟੈਂਡ ਕਰਤਾ। 1 ਅਪ੍ਰੈਲ ਤੋਂ 45 ਤੋਂ ਉੱਤੇ ਸਾਲ ਦੇ ਦੀ ਵੈਕਸੀਨੇਸ਼ਨ ਹੋਣੀ ਹੈ, ਤਾਂ 31 ਮਾਰਚ ਨੂੰ ਕੱਲ੍ਹ ਤੱਕ ਰਿਪੋਰਟ ਕਰਨ ਲਈ ਕਿਹਾ ਕਿ ਸਾਰੀਆਂ ਹੈਲਥ ਫੈਸਿਲਿਟੀਜ਼ ਸ਼ੁਰੂ ਹੋ ਜਾਣ। ਪੁੱਛੋ ਜੀ। ਕੱਲ ਤੱਕ ਰਿਪੋਰਟ ਕਰਨਾ ਹੋਏਗਾ ਕਿ ਉਹ ਜਿਹੜੀਆਂ ਫੈਸਿਲਿਟੀਜ਼ ਨੇ ਉਹ ਸ਼ੁਰੂ ਹੋ ਜਾਣ ਤੇ ਇੱਕ ਵੈਕਸੀਨੇਸ਼ਨ ਡਰਾਈਵ ਵੀ ਲਾਂਚ ਕੀਤੀ ਜਾਏਗੀ ਪਟਿਆਲਾ ਦੇ ਵਿੱਚ, ਜਿੱਦਾਂ ਜੇਲ੍ਹ ਦੇ ਵਿੱਚ 40 ਵਿਮਨ ਪੋਜ਼ਿਟਿਵ ਆਈਆਂ ਸੀ। ਦੇਖੋ, ਮੈਂ ਸਮਝਦਾ ਕਰੋਨਾ ਜਿਹੜਾ ਕਾਲ ਆ ਉਹਨੂੰ ਸਾਲ ਤੋਂ ਉੱਪਰ ਹੋ ਗਿਆ ਸਮਾਂ, ਸਾਲ ਤੋਂ ਲਗਭਗ ਵੱਧ ਦਾ ਸਮਾਂ ਹੋ ਚੁੱਕਿਆ ਕਰੋਨਾ ਸਿਸਟਮ ਸ਼ੁਰੂ ਹੋਏ ਨੂੰ, ਜਦੋਂ ਦਾ ਕਰੋਨਾ ਦਾ ਆਇਆਗਾ। ਪਰ ਲੇਕਿਨ ਕੈਪਟਨ ਸਾਹਿਬ ਦੀ ਸਰਕਾਰ, ਕਾਂਗਰਸ ਪਾਰਟੀ ਦੀ ਸਰਕਾਰ ਲਗਾਤਾਰ ਫੇਰ ਰਹੀ ਆ। ਜਿੰਨੀਆਂ ਸਹੂਲਤਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਸੀਗੀਆਂ, ਚਾਹੇ ਉਹ ਹੈਲਥ ਸੈਕਟਰ ਦੇ ਵਿੱਚ ਸੀਗੀਆਂ, ਚਾਹੇ ਉਹ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ ਸੀਗੀਆਂ, ਚਾਹੇ ਹੋਰ ਖੇਤਰਾਂ ਦੇ ਵਿੱਚ, ਸਰਕਾਰ ਜਿਹੜੀ ਹੈ ਕੈਪਟਨ ਸਾਹਿਬ ਦੀ ਉਹ ਬੁਰੀ ਤਰ੍ਹਾਂ ਫੇਲ ਰਹੀ ਆ। ਕੈਪਟਨ ਸਾਹਿਬ ਨੂੰ ਚਾਹੀਦਾ ਸੀਗਾ ਕਿ ਹੁਣ ਤੱਕ ਕਰੋਨਾ ਨਾਲ ਨਜਿੱਠਣ ਦੇ ਲਈ ਘੱਟੋ ਘੱਟ ਨਵੇਂ ਹਸਪਤਾਲ ਬਣ ਜਾਣੇ ਚਾਹੀਦੇ ਸੀਗੇ, ਨਵੀਂ ਡਾਕਟਰਾਂ ਦੀ ਭਰਤੀ ਹੋ ਜਾਣੀ ਚਾਹੀਦੀ ਸੀਗੀ, ਨਰਸਾਂ ਦੀ ਭਰਤੀ ਹੋ ਜਾਣੀ ਚਾਹੀਦੀ ਸੀਗੀ, ਬੇਸਿਕ ਜਿਹੜਾ ਇਨਫਰਾਸਟ੍ਰਕਚਰ ਆ ਹੈਲਥ ਦਾ ਉਹ ਸੁਧਰਨਾ ਚਾਹੀਦਾ ਸੀਗਾ। ਪਰ ਲੇਕਿਨ ਕੈਪਟਨ ਸਾਹਿਬ ਨੇ ਕਰੋਨਾ ਦੇ ਮੋਢੇ ਧਰ ਕੇ ਆਪਣੀ ਸਿਆਸੀ ਗੇਮ ਖੇਡਦੇ ਰਹੇ। ਇੱਕ ਪਾਸੇ ਤਾਂ ਰਿਸਟਾਂ ਲਾ ਰਹੇ ਨੇਗੇ, ਇੱਕ ਪਾਸੇ ਤਾਂ ਪਾਬੰਦੀਆਂ ਲਾ ਰਹੇ ਨੇਗੇ, ਔਰ ਦੂਜੇ ਪਾਸੇ ਮੈਂ ਸਮਝਦਾਗਾ ਕਿ ਕੋਈ ਪ੍ਰਬੰਧ ਨਹੀਂ ਕਰ ਰਹੇ ਕਿ ਇਕੱਲਾ ਜਿਹੜਾ ਕਰੋਨਾ ਹੈਗਾ ਰਾਤ ਨੂੰ ਆਉਂਦਾ ਗਾ ਕਿ ਦਿਨ 'ਚ ਨਹੀਂ ਆਉਂਦਾ ਹੈਗਾ। ਸੋ ਮੈਂ ਸਮਝਦਾ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਆਪਣਾ ਪ੍ਰਬੰਧ ਸੁਧਾਰਨ, ਬਲਕਿ ਵੱਧ ਤੋਂ ਵੱਧ ਰਿਸਟਾਂ ਜਿਹੜੀਆਂ ਪਾਬੰਦੀਆਂ ਲਾਈ ਜਾਂਦੇ ਨੇ ਉਹਦੇ ਨਾਲ ਹੱਲ ਨਹੀਂ ਹੋਣਾਗਾ, ਪਾਬੰਦੀਆਂ ਦੇ ਨਾਲ ਹੱਲ ਨਹੀਂ ਹੋਣਾਗਾ। ਹੱਲ ਤਾਂ ਹੋਊਗਾ ਜੇਕਰ ਵੱਧ ਤੋਂ ਵੱਧ ਸਹੂਲਤਾਂ ਮਿਲਣਗੀਆਂ। ਧੰਨਵਾਦ। ਤੇ ਮੈਂ ਇਸ ਗੱਲ ਦੀ ਮਾਫੀ ਵੀ ਚਾਹੂੰਗਾ ਵੀ ਤੁਹਾਨੂੰ ਵੇਟ ਕਰਨਾ ਪਿਆ, ਪਰ ਅੱਜ ਅਜਨਾਲਾ ਹਲਕੇ ਦੇ ਅੰਦਰ ਜਿਸ ਤਰ੍ਹਾਂ ਦਾ ਲੋਕਾਂ ਦਾ ਉਤਸ਼ਾਹ, ਤੇ ਜਿਸ ਤਰ੍ਹਾਂ ਹੁਮਾ ਕੇ ਸਾਰੇ ਲੋਕ ਉੱਥੇ ਆਏ, ਉਹਨਾਂ ਦੇ ਸਾਰਿਆਂ ਦੇ ਚਿਹਰੇ ਤੇ ਇੱਕ ਬੜੀ ਚਿੰਤਾ
ਚਿੰਤਾ ਦੇ ਨਾਲ ਇੱਕ ਗੁੱਸਾ ਜਿਹੜਾ ਹੈ ਉਹ ਉਹਨਾਂ ਦੇ ਚਿਹਰਿਆਂ ਤੋਂ ਝਲਕ ਰਿਹਾ ਸੀਗਾ। ਤੇ ਅੱਜ ਜਿਹੜਾ ਸਮੱਸਿਆ ਪੰਜਾਬ ਦੇ ਸਾਹਮਣੇ ਦਰਪੇਸ਼ ਹੈ, ਧਿਆਨ ਕਰਿਓ, ਮੈਂ ਕਹਿ ਰਿਹਾ ਪੰਜਾਬ ਦੇ ਸਾਹਮਣੇ, ਕਿਉਂਕਿ ਇਹ ਮਸਲਾ ਸਿਰਫ ਹੁਣ ਕਿਸਾਨੀ ਦਾ ਨਹੀਂ, ਆਹ ਮਸਲਾ ਪੰਜਾਬ ਦਾ ਹੈ, ਪੰਜਾਬ ਦੇ ਅਰਥਚਾਰੇ ਦਾ ਹੈ, ਪੰਜਾਬ ਦੇ ਭਵਿੱਖ ਦਾ ਹੈ, ਪੰਜਾਬ ਦੀ ਜਵਾਨੀ ਦਾ ਹੈ। ਕਿਸਾਨੀ ਦਾ ਤਾਂ ਹੈ ਹੀ ਹੈ ਨਾਲ ਤੇ ਪੰਜਾਬ ਦੇ ਅਰਥਚਾਰੇ ਦੇ ਉੱਤੇ ਜਿਹੜਾ ਮਾੜਾ ਪ੍ਰਭਾਵ, ਜਿਸ ਕਿਸਮ ਦੇ ਕਦਮ ਕੇਂਦਰ ਸਰਕਾਰ ਚੁੱਕ ਰਹੀ ਹੈ, ਉਹ ਬੜੇ ਹੀ ਮੰਦਭਾਗੇ ਤੇ ਚਿੰਤਾਜਨਕ ਹੈ। ਕਾਲੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ, ਕਾਲੇ ਕਾਨੂੰਨ ਬਣਾਏ, ਕਿਸਾਨਾਂ ਦਾ ਨਾਮ ਲੈ ਕੇ ਬਣਾਏ, ਪਰ ਅਸਲ ਮਾਇਨਿਆਂ ਦੇ ਅੰਦਰ ਆ ਜਿਹੜੇ ਕਾਨੂੰਨ ਸੀਗੇ ਆ ਸਾਹੂਕਾਰਾਂ ਵਾਸਤੇ ਬਣੇ ਸੀਗੇ। ਕਿਸਾਨੀ ਦੀ ਕਬਰ ਖੋਦਣ ਦਾ ਕੰਮ ਕੀਤਾ ਹੈ ਇਹਨਾਂ ਕਾਲੇ ਕਾਨੂੰਨਾਂ ਨੇ। ਪੰਜਾਬ ਦੇ ਕਿਸਾਨ ਨੂੰ ਮਜ਼ਦੂਰ ਬਣਾਉਣ ਦਾ ਇੱਕ ਬਹੁਤ ਹੀ ਸਾਜ਼ਿਸ਼, ਵੱਡੇ ਪੱਧਰ ਤੇ ਸਾਜ਼ਿਸ਼ ਕਰਕੇ ਆ ਸਾਰਾ ਕੁਝ ਰਚਿਆ ਗਿਆ ਹੈ। ਇਕੱਲੇ ਪੰਜਾਬ ਤਾਂ ਹੀ ਸੀਮਿਤ ਨਹੀਂ ਰਹਿਣਾ, ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਸਬਕ ਸਿਖਾ ਕੇ ਸਾਰੇ ਹਿੰਦੁਸਤਾਨ ਦੇ ਅੰਦਰ ਇੱਕ ਮੈਸੇਜ ਭੇਜਣ ਦਾ ਪ੍ਰਯਾਸ ਬੀਜੇਪੀ ਦੀ, ਮੋਦੀ ਸਾਹਿਬ ਦੀ ਸਰਕਾਰ ਕਰ ਰਹੀ ਹੈ। ਮੈਂ ਬੜਾ ਸੋਚ ਸਮਝ ਕੇ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ, ਸਬਕ ਸਿਖਾਉਣ ਦਾ, ਕਿਉਂਕਿ ਜਿਸ ਕਿਸਮ ਦੇ ਪ੍ਰਯਾਸ ਚੱਲ ਰਹੇ ਕੇਂਦਰ ਸਰਕਾਰ ਦੇ, ਪਹਿਲਾਂ ਸਾਡੀ GST ਦੀ ਬਕਾਇਆ ਰਾਸ਼ੀ ਜਿਹੜੀ ਕੱਲ੍ਹ ਵੀ ਕੈਪਟਨ ਸਾਹਿਬ ਨੇ ਜ਼ਿਕਰ ਕੀਤਾ ਹੈ, ਸਪਟੈਂਬਰ ਮਹੀਨੇ ਤਾਈਂ ਦੀ 9,500 ਕਰੋੜ ਰੁਪਈਆ ਉਹਨਾਂ ਨੇ ਰੋਕ ਰੱਖੀ ਹੈ। ਉਹਦੇ ਬਾਅਦ ਜਿਸ ਤਰ੍ਹਾਂ ਬਲੌਕੇਡ ਕੀਤਾ ਜਾਂਦਾ ਹੈ, ਮੈਂ ਕੱਲ੍ਹ ਵੀ ਗੁਜ਼ਾਰਿਸ਼ ਕੀਤੀ ਸੀ, ਅੱਜ ਮੈਂ ਫਿਰ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੇ ਕੇਂਦਰ ਦੇ ਸਰਕਾਰ ਤਾਈਂ ਵੀ ਆਵਾਜ਼ ਪਹੁੰਚਾਉਣਾ ਚਾਹੁੰਦਾ ਕਿ ਇਸ ਕਿਸਮ ਦਾ ਬਲੌਕੇਡ, ਨਾਕਾਬੰਦੀ ਜਿਹੜੀ ਕੀਤੀ ਜਾਂਦੀ ਹੈ, ਅਜਨਾਲਾ ਸਾਹਿਬ ਬੈਠੇ ਹੈ, ਸੱਚਰ ਸਾਹਿਬ ਬੈਠੇ ਹੈ, DC ਸਾਹਿਬ ਬੈਠੇ ਹੈ, ਭਲਾਈਪੁਰ ਸਾਹਿਬ ਬੈਠੇ ਹੈ, ਸਾਰੇ ਅੱਛੀ ਤਰ੍ਹਾਂ ਸਮਝਦੇ ਹੈ ਵੀ ਜਦੋਂ ਅਮਰੀਕਾ ਦਾ ਕਿਊਬਾ ਦੇ ਨਾਲ ਤੇ ਰਸ਼ੀਆ ਦੇ ਨਾਲ ਜਦੋਂ ਪਿਆ ਸੀ ਬੇ ਆਫ ਪਿਗਸ, ਤੁਹਾਨੂੰ ਯਾਦ ਹੈ, ਕਿਊਬਾ ਦਾ ਬਲੌਕੇਡ ਕੀਤਾ ਸੀਗਾ ਅਮਰੀਕਾ ਨੇ, ਜਾਂ ਸਟ੍ਰੇਟ ਆਫ ਹਾਰਮੂਜ਼ ਦੇ ਅੰਦਰ ਈਰਾਨ ਦਾ ਜਦੋਂ ਬਲੌਕੇਡ ਕਰਨ ਦੀ ਨੌਬਤ ਆਉਂਦੀ ਹੈ ਤੇ ਅਮਰੀਕਾ ਆਪਣਾ ਬੇੜਾ ਭੇਜਦਾ ਹੈ। ਇਕਨੋਮਿਕ ਸੈਂਕਸ਼ਨਸ ਐਂਡ ਬਲੌਕੇਡ, ਇਹ ਅੰਤਰਰਾਜੀ ਪੱਧਰ ਦੇ ਉੱਤੇ ਜਦੋਂ ਅਮਰੀਕਾ ਦਾ ਪੇਚਾ ਕਿਤੇ, ਹੁਣ ਇਕਨੋਮਿਕ ਸੈਂਕਸ਼ਨ ਉਹਨਾਂ ਨੇ ਰਸ਼ੀਆ ਦੇ ਖਿਲਾਫ ਲਾ ਰੱਖੀਆਂ ਵੀ ਯੂਕਰੇਨ ਦੇ ਨਾਲ ਉਹਨਾਂ ਦਾ ਮਸਲਾ ਹੈ ਤੇ ਇਕਨੋਮਿਕ ਸੈਂਕਸ਼ਨਸ ਲਾਤੀਆਂ। ਇੱਥੇ ਪੰਜਾਬ ਹਿੰਦੁਸਤਾਨ ਦਾ ਇੱਕ ਅਟੂਟ ਅੰਗ ਹੈ, ਕੱਲਾ ਅੰਗ ਹੀ ਨਹੀਂ, ਦਿਸ ਇਜ਼ ਦਾ ਸੋਰਡ ਆਰਮ ਆਫ ਇੰਡੀਆ। ਜਦੋਂ ਕਿਤੇ ਭੀੜ ਪਈ ਹੈ ਹਿੰਦੁਸਤਾਨ ਦੇ ਉੱਤੇ ਤੇ ਪੰਜਾਬ ਨੇ ਅੱਗੇ ਹਿੱਕ ਡਾ ਕੇ ਆਪਣੇ ਸੀਨੇ ਦੇ ਉੱਤੇ ਉਚੇਲੀ ਹੈ। ਪਲੀਜ਼ ਪੰਜਾਬ ਖੜਗ ਭੁਜਾ ਹੈ ਹਿੰਦੁਸਤਾਨ ਦੀ, ਸੋਰਡ ਆਰਮ ਆਫ ਇੰਡੀਆ। ਜਿੱਥੇ ਕਿਤੇ ਵੀ ਭੀੜ ਪਈ ਹੈ, ਚਾਹੇ ਕਾਰਗਿਲ ਸੀ, ਚਾਹੇ 62 ਸੀ, ਚਾਹੇ 65 ਸੀ, ਚਾਹੇ 71 ਸੀਗੀ, ਚਾਹੇ ਹੁਣ ਵੀ ਚਾਈਨਾ ਦੇ ਬਾਰਡਰ ਦੇ ਉੱਤੇ ਜੋ ਕੁਝ ਵੀ ਵਾਪਰਿਆ, ਚਾਹੇ ਸਾਡੇ ਨੌਜਵਾਨਾਂ ਨੂੰ, ਸਾਡੇ ਬਹਾਦਰ ਜਵਾਨਾਂ ਨੂੰ, ਫੌਜਦਿਆਂ ਨੂੰ ਚਾਹੇ ਹਥਿਆਰ ਨਹੀਂ ਪਰ ਮੁਹੱਈਆ ਕਰਵਾਏ, ਫਿਰ ਵੀ ਕੁਰਬਾਨੀਆਂ ਦੇਣ ਦੇ ਅੰਦਰ ਪੰਜਾਬ ਦਾ ਸਭ ਤੋਂ ਅੱਗੇ ਨਾਮ ਸੀਗਾ। ਪਰ ਉਸ ਪੰਜਾਬ ਨੂੰ ਸ਼ਾਬਾਸ਼ੇ ਦੇਣ ਦੀ ਬਜਾਏ ਕੇਂਦਰ ਅੱਜ ਸਬਕ ਸਿਖਾਉਣ ਦੇ ਉੱਤੇ ਤੁਲਿਆ ਹੋਇਆ ਹੈ। ਬਲੌਕੇਡ ਕੀਤਾ ਗਿਆ, ਰੇਲਵੇ ਬੰਦ ਕੀਤੀਆਂ ਗਈਆਂ, GST ਰੋਕਿਆ ਗਿਆ। ਕੇਂਦਰ ਸਰਕਾਰ ਦਾ ਜਿਹੜਾ ਟੈਕਸ ਇਕੱਠਾ ਹੁੰਦਾ, ਜਿਹੜਾ ਡਿਵਿਜ਼ੀਬਲ ਪੂਲ ਹੈ, ਜਿਹਨੂੰ ਇਹਨਾਂ ਨੇ ਬੱਲੇ ਬੱਲੇ ਲੈਣ ਦੇ ਵਿੱਚ ਜਿਹੜੇ ਅਕਾਲੀ ਭਾਈਵਾਲ ਸੀਗੇ, ਇਹਨਾਂ ਨੇ ਖੜੇ ਹੋ ਕੇ ਕਿਹਾ ਸੀ ਬਹੁਤ ਇਤਿਹਾਸਿਕ ਕਦਮ ਚੁੱਕਿਆ ਮੋਦੀ ਸਾਹਿਬ ਨੇ। ਜਿਹੜੀ ਰੇਸ਼ੋ ਸੀ ਸਟੇਟਸ ਦੀ ਵਧਾ ਕੇ ਜਿਹੜੀ 40 ਤੋਂ 42% ਕੀਤੀ ਗਈ ਸੀ, ਉਹਨੂੰ ਫਿਰ 30% ਤੇ ਕਰਨ ਦੀ ਪ੍ਰਯਾਸ ਕੀਤੇ ਜਾ ਰਿਹਾ। ਤੇ ਅੱਜ ਜਿਹੜਾ ਕੀਤਾ ਹੈ ਪੰਜਾਬ ਦੀ RDF, ਰੂਰਲ ਡਿਵੈਲਪਮੈਂਟ ਫੰਡ, ਪੇਂਡੂ ਵਿਕਾਸ ਫੰਡ ਦੇ ਜਿਹੜੇ ਪੈਸੇ ਹੈ, ਜਿਹੜੀ ਝੋਨੇ ਦੀ ਇਸ ਫਸਲ ਦੀ ਖਰੀਦ ਦੇ ਵਿੱਚ ਪੰਜਾਬ ਸਰਕਾਰ ਆਪਣੀ ਮੰਡੀਆਂ 'ਚੋਂ FCI ਨੂੰ ਚਾਰਜ ਕਰਦੀ ਹੈ, ਉਹਨੂੰ ਅੱਜ ਰੋਕਣ ਦੇ ਜਿਹੜੇ ਇਹਨਾਂ ਦੇ ਇਰਾਦੇ ਸਾਹਮਣੇ ਆਏ ਹੈ ਕੇਂਦਰ ਸਰਕਾਰ ਦੇ। ਕਰੀਬਨ 1100 ਕਰੋੜ ਰੁਪਈਆ ਪੰਜਾਬ ਦਾ ਮਸਲਾ 1100 ਕਰੋੜ ਰੁਪਈਆ ਰੋਕਣ ਦਾ ਨਹੀਂ, ਮਸਲਾ ਪੰਜਾਬ ਦੇ ਘੁਟਨੇ ਟਿਕਾਉਣ ਵਾਸਤੇ, ਪੰਜਾਬ ਨੂੰ ਸਬਕ ਸਿਖਾਉਣ ਵਾਸਤੇ, ਕਿਉਂਕਿ ਪੰਜਾਬ ਨੇ ਹਿੰਮਤ ਦਿਖਾਈ ਹੈ
ਪੰਜਾਬ ਦੇ ਕੰਨੀ ਸਾਰਾ ਹਿੰਦੁਸਤਾਨ ਦੇਖ ਰਿਹਾ ਸੀਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹਨੇ ਕਾਲੇ ਕਾਨੂੰਨਾਂ ਦੇ ਖਿਲਾਫ ਇੱਕ ਕਿਸਾਨ ਪੱਖੀ ਜਿਹੜੇ ਕਾਨੂੰਨ ਪਾਸ ਕੀਤੇ ਹੈ, ਉਹਦੇ ਕਰਕੇ ਅੱਜ ਪੰਜਾਬ ਨੂੰ ਸਬਕ ਸਿਖਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਸੀ। ਆਹ ਸੋਚ ਜਿਹੜੀ ਇਸ ਕਿਸਮ ਦੀ ਛੋਟੀ ਸੋਚ ਹੈ, ਇਹਦੇ ਨਾਲ ਵੱਡੇ ਮੁਲਕ ਨਹੀਂ ਚੱਲਦੇ ਹੁੰਦੇ। ਆ ਇੱਕ ਬਚਕਨਾ ਲੜਾਈ ਜਿਸ ਤਰ੍ਹਾਂ ਕਾਲਜ ਦੇ ਅੰਦਰ, ਸਕੂਲ ਦੇ ਅੰਦਰ ਨੌਜਵਾਨ ਬੱਚੇ ਆਪਸ 'ਚ ਲੜ ਪੈਂਦੇ ਵੀ ਮੈਨੂੰ ਹੇਠਾਂ ਦਿਖਾਣਾ ਹੈ, ਮੈਨੂੰ ਨੀਵਾਂ ਕਰਨਾ ਹੈ। ਮੁਲਕ ਜਿਹੜੇ ਹੈ ਵੱਡੀ ਸੋਚ ਤੇ ਵੱਡੇ ਜਿਗਰੇ ਨਾਲ ਚੱਲਦੇ ਹੈ। ਤੇ ਆ ਜਿਹੜਾ ਕਨਫਰੰਟੇਸ਼ਨਿਸਟ ਐਟੀਟਿਊਡ ਹੈ ਸਰਕਾਰ ਦਾ, ਵੀ ਆਰ ਲੁਕਿੰਗ ਫॉर ਕਨਸੀਲੀਏਸ਼ਨ ਨਾਟ ਕਨਫਰੰਟੇਸ਼ਨ। ਚਾਈਨਾ ਨਾਲ ਝਗੜਾ ਹੁੰਦਾ ਹੈ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਫੋਰਨ ਮਿਨਿਸਟਰ ਜਿਹੜੇ ਹੈ ਉਹ ਜਾ ਕੇ ਕਹਿੰਦੇ ਹੈ ਵੀ ਵੁੱਡ ਨਾਟ ਲਾਈਕ ਅ ਡਿਸਪਿਊਟ ਅ ਡਿਫਰੈਂਸ ਟੂ ਬਿਕਮ ਅ ਡਿਸਪਿਊਟ। ਅਸੀਂ ਜਿਹੜਾ ਆਪਸ 'ਚ ਵਿਵਾਦ ਹੈ ਉਹਨੂੰ ਅਸੀਂ ਝਗੜੇ 'ਚ ਤਬਦੀਲ ਨਹੀਂ ਹੋਣ ਦਿਆਂਗੇ। ਪਰ ਇੱਥੇ ਜਿਹੜਾ ਮਸਲਾ ਕਿਸਾਨਾਂ ਨਾਲ ਗੱਲਬਾਤ ਕਰਕੇ ਸੁਲਝਾਇਆ ਜਾ ਸਕਦਾ ਹੈ, ਉੱਥੇ ਪੰਜਾਬ ਦੀ ਬਾਂਹ ਫੜਨ ਦੀ ਬਜਾਏ, ਇਫ ਯੂ ਮੇ ਪਰਮਿਟ ਮੀ, ਮੈਂ ਪੰਜਾਬੀ 'ਚ ਕਹਿਣਾ ਚਾਹੂੰਗਾ ਇਸ ਗੱਲ ਨੂੰ ਵੀ ਸਾਡੀ ਬਾਂਹ ਫੜਨ ਦੀ ਬਜਾਏ ਪੰਜਾਬ ਦੀ ਬਾਂਹ ਮਰੋੜ ਕੇ ਸਾਡੇ, ਮੈਂ ਸਮਝਦਾ ਪੰਜਾਬ ਦੇ ਘੁਟਨੇ ਟਿਕਾਉਣ ਦਾ ਪ੍ਰਯਾਸ ਮੋਦੀ ਸਰਕਾਰ ਕਰ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਜਿੱਥੇ ਸੰਘੀਏ ਢਾਂਚੇ ਦੇ ਖਿਲਾਫ ਹੈ, ਕਨਸਟੀਟਿਊਸ਼ਨ ਦੀ ਸਪਿਰਿਟ ਦੇ ਖਿਲਾਫ ਹੈ, ਉੱਥੇ ਹੀ ਕੇਂਦਰ ਸਰਕਾਰ ਦੇ ਸੀਨੀਅਰ ਮੋਸਟ ਮੰਤਰੀਜ਼, ਮੈਂ ਸ਼੍ਰੀ ਰਾਜਨਾਥ ਸਿੰਘ ਜੀ, ਤੋਮਰ ਸਾਹਿਬ, ਸਾਡੇ ਪੁਰੀ ਸਾਹਿਬ, ਪੰਜਾਬ ਦੇ ਚਾਹੇ ਇੱਥੋਂ ਨਹੀਂ ਜਿੱਤ ਸਕੇ ਅੰਮ੍ਰਿਤਸਰ ਦੀ ਇਸ ਪਾਵਨ ਧਰਤੀ ਤੋਂ, ਪਰ ਉਹਨਾਂ ਨੇ ਵੀ ਇੱਥੇ ਲੋਕਾਂ ਨੇ ਵੋਟ ਦੇ ਕੇ ਉਹਨਾਂ 'ਤੇ ਆਸ ਵੱਜੀ ਸੀਗੀ। ਤੇ ਚਾਹੇ ਸੋਮ ਪ੍ਰਕਾਸ਼ ਜੀ, ਇਹਨਾਂ ਸਾਰਿਆਂ ਨੇ ਬਾਰ-ਬਾਰ ਜਦੋਂ ਆ ਕਾਲੇ ਕਾਨੂੰਨ ਲੈ ਕੇ ਆਏ, ਤੁਹਾਡੇ ਵੀ ਸਾਰਿਆਂ ਦੇ ਰਿਕਾਰਡ 'ਚ ਹੈ, ਬਿਕੋਜ਼ ਸੋਸ਼ਲ ਜਿਹੜਾ ਇਲੈਕਟ੍ਰੋਨਿਕ ਮੀਡੀਆ ਰਿਕਾਰਡਸ ਐਵਰੀ ਵਰਡ ਐਵਰੀਥਿੰਗ ਯੂ ਸੇ ਇਜ਼ ਔਨ ਰਿਕਾਰਡ। ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਵੀ ਆਹ ਜਿਹੜੇ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਵੀ ਸਾਡੇ ਜਿਹੜੇ ਸਾਨੂੰ ਕਰੀਬਨ 5000 ਕਰੋੜ ਰੁਪਈਆ ਜਿਹੜਾ RDF ਮੰਡੀ ਟੈਕਸ ਦੇ ਰਾਹੀਂ ਇਕੱਠਾ ਹੁੰਦਾ ਹੈ, ਇਹਦੇ ਉੱਤੇ ਕੋਈ ਅਸਰ ਨਹੀਂ ਪਊਗਾ। ਕੋਈ ਵੀ ਜਿਹੜੀ ਖਰੀਦ ਹੈ ਜਿਹੜੀ ਪੰਜਾਬ ਸਰਕਾਰ ਦੀ ਮੰਡੀਆਂ ਦੇ ਅੰਦਰ ਹੁੰਦੀ ਹੈ, ਉਹਦੇ ਉੱਤੇ ਕਿਸੇ ਕਿਸਮ ਦਾ ਕਾਲੇ ਕਾਨੂੰਨਾਂ ਦਾ ਅਸਰ ਨਹੀਂ ਪੈਣਾ। ਅੱਜ ਜਿਹੜੇ RDF ਰੋਕੇ ਗਏ ਹੈ, ਅੱਜ ਤਾਈਂ ਤਾਂ ਉਹਨਾਂ ਦੇ ਵਾਅਦਿਆਂ ਦੀ ਸ਼ਾਹੀ ਵੀ ਨਹੀਂ ਸੁੱਕੀ। ਉਹ ਸਾਰੇ ਵਾਅਦੇ 15 ਦਿਨਾਂ ਦੇ ਅੰਦਰ ਜੁਮਲਾ ਬਣ ਚੁੱਕੇ ਹੈ। ਮੈਂ ਸਮਝਦਾ ਇੱਕ ਬਹੁਤ ਹੀ ਸ਼ਰਮਨਾਕ ਮੁਕਾਮ ਹੈ BJP ਵਾਸਤੇ, ਤੇ ਦੇਸ਼ ਦੀਆਂ ਸਰਕਾਰਾਂ ਇਸ ਕਿਸਮ ਦੇ ਝੂਠੇ ਜੁਮਲਿਆਂ ਤੇ ਨਹੀਂ ਚੱਲਦੀਆਂ। ਫੌਰੀ ਤੌਰ ਤੇ ਸੂਬਿਆਂ ਦੇ ਜਿਹੜੇ ਹਕੂਕ ਹੈ ਉਹਨਾਂ ਨੂੰ ਬਹਾਲ ਕੀਤੇ ਜਾਣ। ਪਹਿਲਾਂ ਸਾਡਾ ਖੇਤੀਬਾੜਾ, ਖੇਤੀਚਾਰੇ ਦਾ ਜਿਹੜਾ ਅਰਥ ਸੀਗਾ ਉਹਨੂੰ ਇਹਨਾਂ ਨੇ ਆਪਣੇ ਦਾਇਰੇ 'ਚ ਲਿਆ। ਦੇਖੋ, ਇਹਨਾਂ ਨੇ ਸੂਬਿਆਂ ਦੀ ਤਾਕਤਾਂ ਲੈ ਲਈਆਂ, ਅਧਿਕਾਰ ਲੈ ਲਏ, ਜ਼ਿੰਮੇਵਾਰੀ ਨਹੀਂ ਲਈ। ਕਿਸਾਨ ਦੀ ਜ਼ਿੰਮੇਵਾਰੀ ਨਹੀਂ ਲੈਂਦੇ। ਅਸੀਂ ਕਿਸਾਨ ਤੇ ਪੰਜਾਬ ਸਰਕਾਰ ਮੰਗ ਕੀ ਰਹੀ ਹੈ, ਅਸੀਂ ਆਪਣੇ ਜਿਹੜੇ ਕਾਨੂੰਨ ਦੇ ਜ਼ਰੀਏ ਆਹ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਸਾਨ ਨੂੰ ਬਚਾਉਣ ਦੀ, ਕਿਸਾਨ ਨੂੰ ਪ੍ਰੋਟੈਕਟ ਕਰਨ ਦੀ, ਕਿਸਾਨ ਦੀ MSP ਉਹਨੂੰ ਮਿਲਦੀ ਰਹੇ। ਜਿਸ ਤਰ੍ਹਾਂ ਜਿਹੜਾ ਸਿਸਟਮ ਚੱਲ ਰਿਹਾ ਹੈ ਝੋਨੇ ਤੇ ਕਣਕ ਦੇ ਉੱਤੇ, ਉਹਦੇ ਵਿੱਚ ਕੋਈ ਛੇੜਛਾੜ ਨਾ ਹੋਵੇ, ਉਹਦੇ ਵਾਸਤੇ ਅਸੀਂ ਕਾਨੂੰਨ ਲੈ ਕੇ ਆਏ ਹਾਂ। ਸਾਡੇ ਉਹਦੇ ਉੱਤੇ ਜਿਹੜਾ ਇਹਨਾਂ ਨੇ ਆ ਚੋਟ ਮਾਰੀ ਹੈ, ਮੈਂ ਸਮਝਦਾ ਇਹਦੀ ਕੜੇ ਤੋਂ ਕੜੇ ਸ਼ਬਦਾਂ ਦੇ ਅੰਦਰ ਨਿੰਦਾ ਸਾਰੇ ਹਿੰਦੁਸਤਾਨ 'ਚ ਹੋਣੀ ਚਾਹੀਦੀ ਹੈ। ਪੰਜਾਬ ਕਾਂਗਰਸ ਕਰਦੀ ਹੈ ਤੇ ਮੈਂ ਸਮਝਦਾ ਸਾਰਾ ਪੰਜਾਬ ਅੱਜ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਇਸ ਮਸਲੇ ਤੇ ਖੜਾ ਹੈ ਵੀ ਸਾਡੇ ਪੰਜਾਬ ਦੇ ਨਾਲ ਬਹੁਤ ਵੱਡਾ ਧੱਕਾ ਤੇ ਧੋਖਾ ਕੀਤਾ ਜਾ ਰਿਹਾ ਹੈ, ਜਿਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ। ਤੇ ਅੱਜ ਇਸੇ ਮਸਲੇ 'ਚ ਲੈ ਕੇ ਜਿਹੜੇ ਅਸੀਂ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਣਾਏ, ਉਹਨਾਂ ਦੇ ਧੰਨਵਾਦ। ਜਿਹੜੀ ਰੈਲੀ ਸੀਗੀ ਅਜਨਾਲਾ ਸਾਹਿਬ ਨੇ ਅੱਜ ਬਹੁਤ ਵੱਡੇ ਰੈਲੀ ਉੱਥੇ ਕੀਤੀ, ਪੂਰੇ ਪੰਜਾਬ ਦੇ ਅੰਦਰ ਜਾ ਕੇ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਤੇ ਲਾਮਬੰਦ ਵੀ ਕਰ ਰਹੇ ਹਾਂ, ਕਿਉਂਕਿ ਮੇਰਾ ਮੰਨਣਾ ਹੈ ਜਿਸ ਕਿਸਮ ਦਾ ਅੜੀਅਲ ਰਵੱਈਆ ਕੇਂਦਰ ਸਰਕਾਰ ਅਪਣਾ ਰਹੀ ਹੈ, ਉਹਦੇ ਨਾਲ ਇੱਕ ਗੱਲ ਸਪਸ਼ਟ ਹੋ ਗਈ ਵੀ ਆਹ ਜਿਹੜੀ ਲੜਾਈ ਹੈ, ਸੰਘਰਸ਼ ਜਿਹੜਾ ਹੈ ਲੰਬਾ ਚੱਲੂਗਾ। ਆਹ ਕੋਈ ਛੇਤੀ ਨਿਬੜਨ ਵਾਲਾ ਨਹੀਂ। ਤੇ ਅਸੀਂ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਵੀ ਅਸੀਂ ਹਰ ਕੀਮਤ ਚੁਕਾਉਣ ਨੂੰ ਤਿਆਰ ਹਾਂ। ਉਹਨਾਂ ਨੇ ਕਿਤੇ ਕੁਰਬਾਨੀ ਦੀ ਗੱਲ ਨਹੀਂ ਕੀਤੀ, ਕਿਉਂਕਿ ਕੈਪਟਨ ਸਾਹਿਬ ਤੇ ਕਾਂਗਰਸ ਪਾਰਟੀ ਸਰਕਾਰ ਛੱਡਣਾ ਜਾਂ ਕੁਰਸੀ ਛੱਡਣਾ ਕੋਈ ਕੁਰਬਾਨੀ ਨਹੀਂ ਮੰਨਦੀ। ਉਹ ਲੋਕ ਹੋਣੇ ਜਿਨ੍ਹਾਂ ਦੇ ਵਾਸਤੇ ਕੁਰਸੀ ਸਾਰਾ ਕੁਝ ਹੈ, ਕੁਰਸੀ ਉਹਨਾਂ ਦੀ ਭਗਵਾਨ ਹੋਊਗੀ। ਪਰ ਸਾਡੇ ਵਾਸਤੇ ਪੰਜਾਬ ਤੇ ਪੰਜਾਬ ਦਾ ਅਰਥਚਾਰਾ, ਪੰਜਾਬ ਦਾ ਭਵਿੱਖ ਹੈ, ਉਹਦੇ ਵਾਸਤੇ ਅਸੀਂ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ। ਪਰ ਸਾਨੂੰ ਇਸ ਗੱਲ ਕਿਤੇ ਵੀ ਮਨਜ਼ੂਰ ਨਹੀਂ ਵੀ ਸੂਬਿਆਂ ਦੀ ਸਰਕਾਰ ਨੂੰ ਮਿਊਨਿਸਪੈਲਿਟੀਆਂ ਬਣਾ ਕੇ ਛੱਡ ਦਿੱਤੀਆਂ ਜਾਣ। ਜਿਸ ਤਰ੍ਹਾਂ ਦਾ ਉਹਨਾਂ ਦਾ ਗਲਾ ਘੋਟਿਆ ਜਾ ਰਿਹਾ, ਜਿਸ ਤਰ੍ਹਾਂ ਉਹਨਾਂ ਦੇ ਆਰਥਿਕ ਇਕਨੋਮਿਕ ਬਲੋਕੇਡ ਕੀਤਾ ਜਾ ਰਿਹਾ ਹੈ,
ਉਹਦੇ ਨਾਲ ਹਾਲਾਤ ਉਹ ਮਿਊਨਿਸਪੈਲਿਟੀਆਂ ਵਾਲੇ ਬਣ ਜਾਣਗੇ ਵੀ ਉੱਥੋਂ ਮਤਾ ਪਾ ਕੇ ਭੇਜਦੀ ਹੈ ਮਿਊਨਿਸਪੈਲਿਟੀ, ਸਰਕਾਰ ਦੇ ਬਾਬੂ ਇੱਥੇ ਬੈਠ ਕੇ ਡਿਸਾਈਡ ਕਰਦੇ ਆ ਵੀ ਫਲਾਣੀ ਮਿਊਨਿਸਪੈਲਿਟੀ ਨੂੰ ਕਿੰਨਾ ਪੈਸਾ ਦੇਣਾ ਹੈ। ਆਹ ਜਿਹੜਾ ਹਿੰਦੁਸਤਾਨ ਦੇ ਸੰਘੀਏ ਢਾਂਚੇ ਦੇ ਉੱਤੇ ਬਹੁਤ ਵੱਡਾ ਇੱਕ ਚੋਟ ਮਾਰਨ ਦੀ ਪ੍ਰਯਾਸ ਕੇਂਦਰ ਸਰਕਾਰ ਕਰ ਰਿਹਾ, ਜਿਹਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਇਹਦੇ ਨਾਲ ਪੰਜਾਬ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੀ ਵੀ ਤੁਹਾਨੂੰ ਲੱਗਦਾ ਕਿਉਂਕਿ GST ਹੁਣ RDF ਜਾਂ ਹੋਰ ਜਿਹੜੀਆਂ ਚੀਜ਼ਾਂ ਟ੍ਰੇਨਾਂ ਭਾਵੇਂ ਨਹੀਂ ਚਲਾਈ ਜਾ ਰਹੀਆਂ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਭਾਵੇਂ ਨਹੀਂ ਚਲਾਈ ਜਾ ਰਹੀ ਹੈ, ਸਭ ਪੰਜਾਬ ਦਾ ਗਲਾ ਘੋਟਿਆ ਜਾ ਰਿਹਾ ਹੈ। ਬਿਲਕੁਲ ਪੰਜਾਬ ਨੂੰ ਆਰਥਿਕ ਤੌਰ ਤੇ ਮਾਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਪਹਿਲਾਂ ਕਾਨੂੰਨ ਦੇ ਨਾਲ, ਕਲਮ ਦੇ ਨਾਲ ਮਾਰਨ ਦਾ ਪ੍ਰਯਾਸ ਕੀਤਾ, ਪੰਜਾਬ ਦੇ ਸਾਡੇ ਖੇਤੀਬਾੜੀ ਨੂੰ ਖਤਮ ਕਰਨ ਦਾ ਪ੍ਰਯਾਸ ਕੀਤਾ ਗਿਆ। ਸਪਸ਼ਟ ਪ੍ਰਯਾਸ ਜਿਹੜਾ ਕਾਲਾ ਕਾਨੂੰਨ ਹੈ, ਆਹ ਸਿਰਫ ਪੰਜਾਬ ਸੈਂਟਰਿਕ, ਇਹਨੂੰ ਮੈਂ ਅਗਰ ਕਹਾਂ ਤਾਂ ਕੋਈ ਅਤਿਸ਼ਯੋਕਤੀ ਨਹੀਂ ਹੋਣੀ। ਕਿਉਂ ਮੈਂ ਕਹਿ ਰਿਹਾ, ਤੁਸੀਂ ਦੇਖੋ ਪੰਜਾਬ ਨੂੰ ਸਿੰਗਲ ਆਊਟ ਕੀਤਾ ਜਾ ਰਿਹਾ, ਪੂਰੇ ਹਿੰਦੁਸਤਾਨ ਦੇ ਅੰਦਰ ਵਿਰੋਧ ਹੋ ਰਿਹਾ, ਪਰ 31 ਜਿਹੜੀ ਮੈਂਬਰੀ ਕਮੇਟੀ ਬੁਲਾਈ ਗਈ, ਸਿਰਫ ਪੰਜਾਬ ਦੇ ਕਿਸਾਨਾਂ ਨੂੰ ਬੁਲਾਇਆ ਗਿਆ। ਪਹਿਲਾਂ ਹੀ ਦੋ ਫਾੜ ਕਰਨ ਦਾ ਪ੍ਰਯਾਸ ਕੀਤਾ ਗਿਆ। ਇੱਕ ਹਿੰਦੁਸਤਾਨ ਦੇ ਅੰਦਰ ਮੈਸੇਜ ਭੇਜਣ ਦਾ ਪ੍ਰਯਾਸ ਕੀਤਾ ਮੋਦੀ ਸਾਹਿਬ ਦੀ ਸਰਕਾਰ ਨੇ ਵੀ ਆਹ ਮਸਲਾ ਕੇਂਦਰ ਸਰਕਾਰ ਤੇ ਪੰਜਾਬ ਦੇ ਵਿਚਕਾਰ ਹੈ, ਬਾਕੀ ਹਿੰਦੁਸਤਾਨ ਦਾ ਕੋਈ ਲੈਣਾ ਦੇਣਾ ਨਹੀਂ, ਜੋ ਕਿ ਬਿਲਕੁਲ ਗਲਤ ਹੈ। क्योंकि मेरा मानना है डूबेगी किश्ती तो डूबेंगे सारे, न तुम ही बचोगे न साथी तुम्हारे। सारा मुल्क अगर किसानी खत्म होगी तो मैं समझदा सारा हिंदुस्तान वो फिर PL 480 जाके भीख मंगते फिरांगे अमरीका कोल, वो हालात बन जाए। मदन मोहन मित्तल होना ने भी ये गल दोहराई है कि ਜਿਹੜੇ ਧਰਨਿਆਂ ਤੇ ਬੈਠੇ ਉਹ ਕਿਸਾਨ ਨਹੀਂ ਹੈ। ਇਹ ਚੀਜ਼ ਕਾਂਗਰਸ ਦੇ ਲੀਡਰ ਲਗਾਤਾਰ ਐਸੀ ਬਿਆਨਬਾਜ਼ੀ ਕਰ ਰਹੇ ਆ, ਉਹਨੂੰ ਲੈ ਕੇ ਦੇਖੋ ਮਦਨ ਮੋਹਨ ਮਿੱਤਲ ਸਾਹਿਬ ਦੇ ਬਿਆਨ ਜਿਹੜੇ ਤੁਸੀਂ ਕਹੇ ਵੀ ਇਹ ਕਿਸਾਨ ਨਹੀਂ, ਸ਼ਾਇਦ ਇੱਥੇ ਗੱਲ ਛੱਡ ਕੇ ਹੋਣਗੇ, ਪਰ ਮਦਨ ਮੋਹਨ ਮਿੱਤਲ ਸਾਹਿਬ ਤੋਂ ਵੀ ਵੱਡੇ ਜਿਹੜੇ BJP ਦੇ ਲੀਡਰ ਹੈ, ਮੈਂ ਸਭ ਤੋਂ ਪਹਿਲਾਂ ਗੱਲ ਕਰਨੀ ਚਾਹੂੰਗਾ। ਸਭ ਤੋਂ ਪਹਿਲੇ ਜਿਹੜੇ ਬਿਆਨ ਆਏ ਸੀਗੇ ਪੁਰੀ ਸਾਹਿਬ ਦੇ ਆਏ ਸੀਗੇ, ਜਦੋਂ ਇੱਥੇ ਇਸੇ ਪਾਵਨ ਧਰਤੀ ਤੇ ਆ ਕੇ ਉਹਨਾਂ ਨੇ ਕਾਨਫਰੰਸ ਕੀਤੀ। ਪੁਰੀ ਸਾਹਿਬ ਨੇ ਜਿਹੜੇ ਸ਼ਬਦ ਇਸਤੇਮਾਲ ਕੀਤੇ ਸੀ, ਉਹਨਾਂ ਨੇ ਕਹਿੰਦੇ ਜਿਹੜੇ ਧਰਨੇ ਤੇ ਬੈਠੇ ਆ ਦੇ ਆਰ ਆਲ ਹੂਲੀਗਨਸ। ਹੂਲੀਗਨਸ ਇਜ਼ ਦਾ ਰਾਈਟ ਵਰਡ, ਉਹਨੂੰ ਕਿਸੇ ਤਰ੍ਹਾਂ ਪੰਜਾਬੀ ਜਾਂ ਹਿੰਦੀ 'ਚ ਤਰਜਮਾ ਕਰ ਲਓ, ਉਹਨੂੰ ਬਦਮਾਸ਼ ਕਹੋਗੇ, ਲੁੰਗਾੜ ਕਹੋਗੇ ਜਾਂ ਗੁੰਡੇ ਕਹੋਗੇ। ਹੂਲੀਗਨਸ ਕੈਨ ਬੀ ਟਰਾਂਸਲੇਟਿਡ ਇਨ ਐਨੀ ਵੇ, ਪਰ ਉਹਨਾਂ ਨੇ ਹੂਲੀਗਨਸ ਕਿਹਾ। ਉਹਦੇ ਬਾਅਦ BJP ਦੇ ਰਾਸ਼ਟਰੀ ਅਧਿਕਸ਼ ਨੱਡਾ ਸਾਹਿਬ ਨੇ ਕਿਹਾ ਵੀ ਆ ਜਿਹੜੇ ਧਰਨੇ ਲਾਈ ਬੈਠੇ ਹੈ, ਰੇਲ ਰੋਕੀ ਬੈਠੇ ਆ, ਸਾਰੇ ਵਿਚੋਲੀਆਂ ਦਾ ਕੰਮ ਹੈ, ਵਿਚੋਲੀਏ, ਕਿਸਾਨਾਂ ਨੂੰ ਵਿਚੋਲੀਆ ਕਿਹਾ ਗਿਆ। ਤੇ ਕੱਲ ਸ਼ਾਇਦ ਤੁਸੀਂ ਨੋਟਿਸ ਨਹੀਂ ਕੀਤਾ, ਤੁਸੀਂ ਮਿੱਤਲ ਸਾਹਿਬ ਦੀ ਗੱਲ ਫੜੀ ਬੈਠੇ ਹੋ। ਕੱਲ ਮੈਂ ਇੱਕ ਬੜਾ ਸੀਰੀਅਸ ਐਂਡ ਵਿਦ ਵੈਰੀ ਡੇਂਜਰਸ ਇੰਪਲੀਕੇਸ਼ਨਸ, ਬਹੁਤ ਹੀ ਗੰਭੀਰ ਜਿਨ੍ਹਾਂ ਦੇ ਉਹਦੇ ਪਿੱਛੇ ਸਾਜ਼ਿਸ਼ ਨਜ਼ਰ ਆ ਰਹੀ ਹੈ। ਕਿਉਂਕਿ ਦੇਖੋ ਜਨਰਲ ਸੈਕਟਰੀ ਬਣ ਗਏ ਆਲ ਇੰਡੀਆ BJP ਦੇ ਤਰੁਣ ਚੁਗ ਸਾਹਿਬ, ਪਰ ਮੇਰਾ ਮੰਨਣਾ ਹੈ ਵੀ ਸਾਡੇ ਵਾਂਗੂ ਉਹ ਬੜੇ ਸਧਾਰਨ ਜਿਹੇ ਸਿੱਧੇ ਸਾਦੇ ਇਨਸਾਨ ਹੈ, ਜਿਹੜੇ ਆਪਣੇ ਆਪ ਉਹ ਜਿਹੜਾ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਆਪਣੇ ਆਪ ਨਹੀਂ ਸੀ ਕਰ ਸਕਦੇ। ਉਹਨਾਂ ਨੇ ਵਰਡ ਇਸਤੇਮਾਲ ਕੀਤਾ ਹੈ, ਰਿਕਾਰਡਿੰਗ ਆਫ ਦੈਟ। ਉਹਨਾਂ ਨੇ ਕਿਹਾ ਜੋ ਕੁਝ ਵੀ ਕੈਪਟਨ ਅਮਰਿੰਦਰ ਸਿੰਘ ਇਜ਼ ਡੂਇੰਗ ਐਟ ਦਾ ਬਿਹੈਸਟ ਆਫ ਅਰਬਨ ਨੈਕਸਲਸ। ਅਰਬਨ ਨੈਕਸਲ ਸਾਡੇ ਪੰਜਾਬ 'ਚ ਵਰਡ ਜਿਹੜਾ ਇਸਤੇਮਾਲ ਹੁੰਦਾ, ਪਹਿਲਾਂ ਨਕਸਲਾਈਟ ਕਹਿੰਦੇ ਸੀ ਵੀ ਨਕਸਲੀ ਤੁਰੇ ਫਿਰਦੇ ਆ, ਬਟ ਜਿਹੜਾ ਅਰਬਨ ਨਕਸਲ ਇਸਤੇਮਾਲ ਕੀਤਾ ਉਹਨਾਂ ਨੇ ਵਰਡ, ਇਸ ਆਈ ਥਿੰਕ ਇਸ ਪ੍ਰੈਗਨੈਂਟ ਵਿਦ ਸੋ ਮਚ implications, such dangerous tones it has। ਹਾਂ, ਬਹੁਤ ਹੀ ਇੱਕ ਖਤਰਨਾਕ ਸੋਚ ਦਾ ਨਤੀਜਾ ਹੈ ਜਿਹੜੇ ਬੀਜ ਬੋਏ ਜਾ ਰਹੇ ਆ। ਮੈਨੂੰ ਖਤਰਾ ਹੈ ਵੀ ਆਉਣ ਵਾਲੇ ਸਮੇਂ ਦੇ ਅੰਦਰ ਕਿਤੇ ਕਿਸਾਨ ਨੂੰ ਦੇਸ਼ ਦਰੋਹੀ ਨਾ ਕਰਾਰ ਕਰ ਦੇਣ। ਸਾਹਿਬ ਦੇਖੋ ਬੜਾ ਮੰਦਭਾਗੀ ਆ ਬਿਆਨ ਹੈ। ਮੈਂ ਸਮਝਦਾ ਤਰੁਣ ਚੁਗ ਸਾਹਿਬ ਆਪਣੀ ਗਲਤੀ ਦਾ ਅਹਿਸਾਸ ਕਰਨਗੇ, ਸ਼ਬਦ ਵਾਪਸ ਲੈਣਗੇ, ਕਿਉਂਕਿ ਕਿਸਾਨਾਂ ਦੇ ਨਾਲ ਤੁਹਾਡੇ ਡਿਫਰੈਂਸਿਸ ਹੋ ਸਕਦੇ ਹੈ, ਵਿਚਾਰ ਮਤਭੇਦ ਹੋ ਸਕਦੇ ਹੈ, ਉਹਨਾਂ ਦੀ ਗੱਲ ਨਾ ਸੁਣੋਗੇ, ਮਤਭੇਦ ਅੱਗੇ ਕਿਵੇਂ ਰੰਗ ਲੈਂਦੇ ਆ। ਪਰ ਇਹਦਾ ਮਤਲਬ ਨਹੀਂ ਵੀ ਤੁਸੀਂ ਉਹਨਾਂ ਨੂੰ ਨਕਸਲਾਈਟ ਜਾਂ ਅਰਬਨ ਨਕਸਲਸ ਕਹੋ, ਉਹਨਾਂ ਨੂੰ ਵਿਚੋਲੀਏ ਕਹੋ, ਉਹਨਾਂ ਨੂੰ ਹੂਲੀਗਨਸ ਕਹੋ। ਸ਼ੋਭਾ ਨਹੀਂ ਦਿੰਦਾ। ਉਹ ਕਿਸਾਨ ਹੈ ਜਿਨ੍ਹਾਂ ਨੇ ਹਿੰਦੁਸਤਾਨ ਦਾ ਪੇਟ ਭਰਿਆ। ਪੰਜਾਬ ਇਜ਼ ਨੋਨ ਐਜ਼ ਅ ਫੂਡ ਬਾਊਲ ਆਫ ਦ ਕੰਟਰੀ, ਨਾਟ ਓਨਲੀ ਦ ਸੋਰਡ ਆਰਮ। ਅਸੀਂ ਖੜਗ ਬੁਝਾਂ ਹੈਗੇ ਹਾਂ ਅਤੇ ਅਸੀਂ ਫੂਡ ਬਾਸਕਟ, ਬ੍ਰੈਡ ਬਾਸਕਟ ਆਫ ਇੰਡੀਆ ਇਜ਼ ਪੰਜਾਬ। ਇੱਥੇ ਕਿਸਾਨ ਨੂੰ ਅਗਰ ਸ਼ਾਬਾਸ਼ੀ ਨਹੀਂ ਦੇ ਸਕਦੇ ਤਾਂ ਤੁਸੀਂ ਲਾਂਛਨ ਨਾ ਲਓ, ਮੇਰੀ ਇੰਨੀ ਬੇਨਤੀ ਹੈ। ਅਤੇ ਮੈਂ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਪੰਜਾਬ ਕੰਨਿਓ, ਪੰਜਾਬ ਕਾਂਗਰਸ ਕੰਨਿਓ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ, ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਨਾਲ ਬੈਠ ਕੇ ਗੱਲ ਕਰੋ, ਉਹਨਾਂ ਦਾ ਦਰਦ ਸਮਝੋ, ਉਹਨਾਂ ਦੀ ਸਮੱਸਿਆਵਾਂ ਸੁਣੋ, ਉਹਨਾਂ ਦੇ ਖਦਸ਼ੇ ਦੂਰ ਕਰੋ ਅਤੇ ਇਹਨਾਂ ਕਾਨੂੰਨਾਂ ਤੋਂ ਕਿਸਾਨ ਨੂੰ ਬਚਾਓ, ਕਿਸਾਨੀ ਨੂੰ ਬਚਾਓ, ਦੇਸ਼ ਨੂੰ। RDF ਬੰਦ ਕਰਦਾ, ਤੁਸੀਂ ਟਵੀਟ ਵੀ ਕੀਤਾ ਸੀਗਾ, RDF ਦੇ
1150 ਕਰੋੜ ਦੀ ਅਮਾਉਂਟ ਸੀ ਪੰਜਾਬ ਨੂੰ, ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਫੰਡ ਨੇ ਕਿਉਂ ਬੰਦ ਕੀਤੇ ਜਾ ਰਹੇ ਨੇ, ਕੀ ਲੱਗਦਾ ਤੁਹਾਨੂੰ ਝਾਕਰ ਸਾਹਿਬ? ਪੰਜਾਬ ਦੇ ਘੁਟਨੇ ਟੇਕਣ ਵਾਸਤੇ ਪੰਜਾਬ ਨੇ ਹਿੰਮਤ ਦਿਖਾਈ ਹੈ, ਕੈਪਟਨ ਅਮਰਿੰਦਰ ਸਿੰਘ ਜੀ ਨੇ ਜੁਰਤ ਦਿਖਾਈ ਹੈ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਖੜੇ ਹੋਣ ਦੀ, ਜਿਹੜਾ ਇੱਕ ਨਾਰਮਲ ਪ੍ਰੋਸੈਸ ਹੈ ਲੋਕਤੰਤਰ ਦੇ ਅੰਦਰ। ਪਰ ਮੈਨੂੰ ਲੱਗਦਾ ਹੈ ਲੋਕਤੰਤਰ ਜਿਸ ਤਰ੍ਹਾਂ ਛਿੱਕੇ ਤੇ ਟੰਗਣ ਦਾ ਪ੍ਰयास ਕੀਤਾ ਜਾ ਰਿਹਾ ਹੈ, ਹੁਕਮਰਾਨ ਜਿਹੜੇ ਹੈ ਇੱਕ ਲੋਕਤੰਤਰ ਦੇ ਅੰਦਰ ਜੋ ਵੀ ਸ਼ਾਸਕ ਹੈ ਉਹ ਅਹੰਕਾਰ ਦਾ, ਉਹਦੇ ਕੋਲ ਕਿਤੇ ਵੀ ਕੋਈ ਅਧਿਕਾਰ ਨਹੀਂ ਹੈ ਵੀ ਉਹ ਅਹੰਕਾਰੀ ਹੋਵੇ। ਉਹਨੂੰ ਆਪਣੇ ਖਿਲਾਫ ਜਿਹੜੀ ਵਿਰੋਧ ਦੀ ਆਵਾਜ਼ ਹੈ ਸੁਣਨ ਦਾ ਜਿਗਰਾ ਚਾਹੀਦਾ ਹੈ, ਮਾਦਾ ਚਾਹੀਦਾ ਹੈ। ਲੋਕਤੰਤਰ ਦੀ ਬੁਨਿਆਦ ਹੈ ਡਿਫਰੈਂਸ ਆਫ ਓਪੀਨੀਅਨ ਹੈਜ਼ ਟੂ ਐਗਜ਼ਿਸਟ, ਦੇਅਰ ਹੈਜ਼ ਟੂ ਬੀ ਅ ਪੋਜੀਸ਼ਨ। ਪਰ ਜਿਸ ਕਿਸਮ ਦੀ ਸੋਚ ਦਿਖਾਈ ਜਾ ਰਹੀ ਹੈ ਵੀ ਸਾਡੇ ਖਿਲਾਫ ਇਹਨਾਂ ਨੇ ਆਵਾਜ਼ ਚੱਕੀ ਕਿਵੇਂ ਹੈ, ਉਹ ਜਿਹੜਾ ਐਟੀਟਿਊਡ ਹੈ ਸਾਨੂੰ ਉਸ ਐਟੀਟਿਊਡ ਤੋਂ ਖਤਰਾ ਹੈ। ਸਰ छत्तीसगढ़ में पंजाब विधानसभा की तरह खेती बिलों के खिलाफ क्यों लाया जा रहा है? तो अगला हालात छत्तीसगढ़ के भी यही होंगे साहब। देखिए आज जो ये अड़ियलपन दिखाया जा रहा है केंद्र सरकार के द्वारा, ये देश के हित में नहीं है, लोकतंत्र के और हमारी आज़ादी के भी हित में नहीं है साहब। ये आज़ादी और ये लोकतंत्र और यहाँ से अंग्रेज़ों को निकालने के लिए छत्तीसगढ़ की भी कुर्बानियाँ रहेंगी। और पंजाब चाहे 2% 2% हिस्सा है, पर कुर्बानियों में हमारा हिस्सा, हमारी जनसंख्या और हमारे आबादी और उस जोग्राफिकल एरिया से बहुत ज़्यादा रहा है। तो मैं समझता हूँ कि ये आज़ादी बपोती में नहीं मिली बीजेपी को, ये आज़ादी पंजाबियों ने और पूरे हिंदुस्तान वासियों ने कुर्बानियाँ दे के अंग्रेज़ों को यहाँ से निकाला। इसलिए नहीं निकाला कि यहाँ पे अंग्रेज़ की रूह जो है काले अंग्रेज़ों में आके गोरे अंग्रेज़ निकाल दिए, काले अंग्रेज़ आके उसी आज आत्मा और उसी स्पिरिट और उसी भावना के साथ बैठे आज देश के ऊपर इस किस्म का व्यवहार कर रहे हैं जो कि उचित नहीं। ਜਾਲੀ ਔਰ ਫਰਜ਼ੀ ਕਿਸਾਨਾਂ ਦਾ ਜ਼ਿਕਰ ਆਪਣੇ ਸਪੀਚ ਦੇ ਵਿੱਚ ਵੀ ਕੀਤਾ, ਉਹ ਕੌਣ ਲੋਕ ਨੇ? ਕਿਉਂਕਿ ਦਾਅਵਾ ਤਾਂ ਹਰ ਪਾਰਟੀ ਕਿਸਾਨ ਹਿਤੈਸ਼ੀ ਹੋਣ ਦਾ ਕਰਦੀ ਹੈ। ਦਾਅਵੇ ਕਰਨ ਨਾਲ ਕੋਈ ਨਹੀਂ ਹੁੰਦਾ ਸਾਹਿਬ। ਮੈਨੂੰ ਮੈਂ ਜੇ ਇੱਥੇ ਅੱਜ ਕੁੜਤੇ ਪਜਾਮੇ 'ਚ ਬੈਠਾ ਤਾਂ ਮੈਨੂੰ ਕਿਸਾਨ ਹੋਣ ਵਾਸਤੇ ਪ੍ਰੂਵ ਕਰਨ ਵਾਸਤੇ ਨਹੀਂ, ਮੈਂ ਜੀਨ ਪਾ ਕੇ ਵੀ ਗੱਲ ਕਰਦਾ, ਮੈਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ। ਪਰ ਜਿਨ੍ਹਾਂ ਦੇ ਮਨ 'ਚ ਚੋਰ ਹੁੰਦਾ, ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਵਿਚਾਰ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ, ਦੇਖੋ ਸਾਡੇ ਡਿਫਰੈਂਸ ਆਫ ਓਪੀਨੀਅਨ ਹੈ ਭਗਵੰਤ ਮਾਨ ਜੀ ਨਾਲ, ਉਹਨਾਂ ਦੀ ਪਾਰਟੀ ਨਾਲ ਸਾਡੇ ਡਿਫਰੈਂਸ ਆਫ ਓਪੀਨੀਅਨ ਹੈ। ਪਰ ਜੇ ਜਿਹੜੀ ਗੱਲ ਉਹਨਾਂ ਨੇ ਕੀਤੀ ਸੀਗੀ ਵੀ ਲੋਕ ਸਭਾ ਦੇ ਅੰਦਰ ਜਿਹੜੀ ਪੁਸ਼ਪਾ ਦੇਵੀ ਆ ਪੁਸ਼ਪਾ ਰਾਣੀ ਦੀ ਗੱਲ ਕੀਤੀ ਹੈ ਉਹਨਾਂ ਨੇ, ਉਹ ਅੱਜ ਸਾਰੇ ਲੋਕਾਂ ਨੂੰ, ਸਭ ਲੋਕਾਂ ਨੂੰ ਪਤਾ ਸਭ। ਆਹੀ ਦੁਰਭਾਗਿਆ ਹੈ ਅਕਾਲੀ ਦਲ ਦਾ, ਜਿਹੜੀ ਕਿਸਾਨਾਂ ਦੀ ਪਾਰਟੀ ਸੀ, ਪੰਥਕ ਪਾਰਟੀ ਸੀ ਪਹਿਲਾਂ, ਉਸ ਪਾਰਟੀ ਦੀ ਪ੍ਰੈਜ਼ੈਂਟ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ। ਹੁਣ ਉਸੇ ਪਾਰਟੀ ਨੇ ਹੁਣ ਕਿਸਾਨੀ ਦੇ ਪਿੱਠ 'ਚ ਛੁਰਾ ਮਾਰਿਆ। ਤੇ ਅੱਜ ਮੈਂ ਫਿਰ ਦੁਹਰਾਊਂਗਾ ਜਿਹੜੀ ਗੱਲ ਮੈਂ ਜਨਾਲੇ ਕਰਕੇ ਆਇਆ, ਸ਼ਾਂਤਾ ਕੁਮਾਰ ਕਮੇਟੀ ਦੀ ਜਿਹੜੀ ਰეკਮੈਂਡੇਸ਼ਨ ਸੀਗੀ, ਮੇਨ ਰეკਮੈਂਡੇਸ਼ਨ ਸੀਗੀ FCI ਨੂੰ ਬੰਦ ਕਰੋ। ਉਹਦੇ ਵਿੱਚ ਉਹਨਾਂ ਨੇ ਕਾਰਨ ਦਿੱਤਾ ਸੀ FCI ਦੇ ਅੰਦਰ ਧੋਖਾਧੜੀ, ਹੇਰਾਫੇਰੀ ਤੇ ਚੋਰੀ ਬਹੁਤ ਹੋ ਰਹੀ ਹੈ। ਉਸ ਦੇ ਉੱਤੇ ਸਬੂਤ ਜਿਹੜਾ ਹੈ ਉਹਨਾਂ ਨੇ ਇਸਤੇਮਾਲ ਕੀਤਾ, ਜਿਹੜਾ ਅਕਾਲੀ BJP ਸਰਕਾਰ 31,000 ਕਰੋੜ ਰੁਪਏ ਦਾ ਅਨਾਜ ਘੁਟਾਲਾ, ਜਿਹੜਾ ਫੂਡ ਗ੍ਰੇਨ ਸਕੈਮ ਸੀਗਾ, ਉਹ ਲਿਜਾ ਕੇ ਉਹਦੇ ਵਿੱਚ ਅਕਾਲੀ ਸਰਕਾਰ ਨੇ ਇੱਕ ਦਿਨ ਪਹਿਲਾਂ, ਸਰਕਾਰ ਬਦਲਣ ਤੋਂ ਪਹਿਲਾਂ, ਕੈਪਟਨ ਸਾਹਿਬ 11 ਮਾਰਚ ਨੂੰ ਸਰਕਾਰ ਬਣੀ ਹੈ ਕਾਂਗਰਸ ਦੀ, ਤੇ 10 ਮਾਰਚ 2017 ਨੂੰ ਜਾ ਕੇ ਵਾਅਦਾ ਮਾਫ ਗਵਾਹ ਬਣ ਕੇ ਆਈ ਹੈ ਅਕਾਲੀ ਪਾਰਟੀ, ਕਿਉਂਕਿ ਇਹਨਾਂ ਦੀ ਲੀਡਰਸ਼ਿਪ ਉਸ ਚੋਰੀ ਦੇ ਵਿੱਚ, ਉਹਨਾਂ ਦੇ ਸੰਰਕਸ਼ਣ ਦੇ ਅੰਦਰ, ਉਹਨਾਂ ਦੀ ਨਿਗਹਿਬਾਨੀ ਦੇ ਅੰਦਰ ਆ ਚੋਰੀ ਹੋਈ। ਤੇ ਆਦੇਸ਼ ਪ੍ਰਤਾਪ ਕੈਰੋਂ ਜੀ ਤੇ ਪਰਮਿੰਦਰ ਢੀਂਡਸਾ ਜੀ ਜਾ ਕੇ ਉੱਥੇ ਸਾਈਨ ਕਰਕੇ ਆਏ ਵੀ ਪੰਜਾਬ ਤੁਹਾਨੂੰ 31,000 ਕਰੋੜ ਰੁਪਇਆ ਕੇਂਦਰ ਨੂੰ ਦੇਊਗਾ, ਸਾਨੂੰ ਵਾਅਦਾ ਮਾਫ ਗਵਾਹ ਬਣਾ ਕੇ ਸਾਨੂੰ ਬਖਸ਼ੋ। ਉਹਦੇ ਕਰਕੇ ਸ਼ਾਂਤਾ ਕੁਮਾਰ ਕਮੇਟੀ ਦੀ ਜਿਹੜੀ ਰਿਪੋਰਟ ਸੀਗੀ ਉਹਨੂੰ ਬਲ ਮਿਲਿਆ, ਉਹ ਸਹੀ ਸਾਬਤ ਹੋਈ ਵੀ ਐਡੇ ਐਡੇ ਘਪਲੇ ਜੇ ਸਰਕਾਰਾਂ ਕਰਾ ਰਹੀਆਂ ਤਾਂ FCI ਨੂੰ ਬੰਦ ਕਰਨਾ ਹੀ ਬਣਦਾ। ਉਹਦੇ ਕਰਕੇ ਆ ਦਿਨ ਅੱਜ ਪੰਜਾਬ ਨੂੰ ਦੇਖਣੇ ਪੈ ਰਹੇ ਹੈ। ਉਹ ਜਿਹੜੇ ਹੈ ਉਹ ਨਾ ਸਿਰਫ पंथ ਦੇ गद्दार है, वो किसानी ਦੇ भी गद्दार है। किसानों की आमदन बढ़ाने के लिए फलों सब्जियों में MSP लागू कर दिया गया, पंजाब में ये कब होगा? ये देखिए साहब, जिस दिन हमारे पास RBI की चाबी आ जाएगी उस दिन हम करेंगे साहब। हमारे पास देखिए केरल के पास, केरल का जो रेवेन्यू है और हमारा जो रेवेन्यू है, हमारे के रेवेन्यू स्रोत था जिसके ऊपर आज ये RDF और ये मंडी फीस, दिस इज़ अ इंटैग्रल पार्ट ऑफ साडा रेवेन्यू ਉਹਦੇ ਚੋਂ ਨਿਕਲਦਾ साहब। ਸਾਡੇ ਕੋਲ RBI ਦੀ ਚਾਬੀ ਨਹੀਂ, ਮੋਦੀ ਸਾਹਿਬ ਕੋਲ RBI ਦੀ ਚਾਬੀ, ਐਸੇ ਕਰਕੇ ਵਾਰੀ ਕਹਿ ਦਿੰਦੇ ਆ। ਸੁਖਬੀਰ ਜੀ ਕਹਿੰਦੇ ਆ MSP ਅਸ਼ੋਰ ਕਰੋ। ਸੁਖਬੀਰ ਜੀ ਮਾੜਾ ਮੋਟਾ ਤੁਸੀਂ ਆਪਣੇ ਬੈਂਕ ਦੇ, ਹੋਟਲਾਂ ਦੇ ਬੈਂਕ ਦੇ ਖਾਤੇ ਦੇਖਦੇ ਹੋ, ਇੱਧਰ ਵੀ ਮਾੜਾ ਜਿਹਾ ਨਿਗਾਹ ਕਰਕੇ ਢੰਗ ਨਾਲ ਗੱਲ ਕਰਨ, ਸੋਚ ਵਿਚਾਰ ਕੇ ਗੱਲ ਕਰਨ। ਪਲਟਾ ਮਾਰਨਾ ਇਜ਼ ਨਾਟ ਦ ਓਨਲੀ ਥਿੰਗ, ਸੋਚ ਕੇ ਗੱਲ ਕਰੋ। MSP ਜਿਹੜੀ ਹੈ
ਕੇਂਦਰ ਸਰਕਾਰ ਦੀ ਮੈਂ ਜਿਹੜੀ ਗੱਲ ਪਹਿਲਾਂ ਕੀਤੀ ਹੈ, ਸਰਕਾਰ ਨੇ ਕਿਸਾਨੀ ਦੇ ਤਾਕਤਾਂ ਲੈ ਲਈਆਂ ਕਾਨੂੰਨ ਬਣਾਉਣ ਦੀਆਂ, ਕਿਸਾਨ ਦੀ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੇ ਹੈ। ਮੋਦੀ ਸਾਹਿਬ ਜ਼ਿੰਮੇਵਾਰੀ ਲਓ, ਕਿਸਾਨ ਦੇ ਹਿਤੈਸ਼ੀ ਬਣੋ, ਕਰਜ਼ਾ ਮਾਫ ਕਰੋ, MSP ਇਨਸ਼ੋਰ ਕਰੋ, ਬਾਕੀ ਫਸਲਾਂ ਦੀ ਵੀ ਕਰੋ, ਤੇ ਸਾਡੀ ਜਿਹੜੀ MSP ਸਾਨੂੰ ਮਿਲ ਰਹੀ ਹੈ ਉਹਨੂੰ ਰੋਕੋ ਨਾ, ਉਹਨੂੰ ਬਹਾਲ ਕਰੋ, ਉਹਦੇ ਤੇ ਪੱਕਾ ਪਹਿਰਾ ਦਿਓ। ਸਰ ਉਹ ਕਹਿੰਦੇ ਜੀ ਕਿ ਅਸੀਂ ਜਿਹੜਾ ਅਸਤੀਫਾ ਦਿੱਤਾ ਇਸ ਤੋਂ ਵੱਡੀ ਮਿਸਾਲ ਕੋਈ ਨਹੀਂ ਹੈਗੀ, ਕਿਉਂਕਿ ਕਿਸੇ ਵੀ ਅੱਜ ਤੱਕ ਲੀਡਰ ਨੇ ਕਿਸਾਨੀ ਕਰਕੇ ਅਸਤੀਫਾ ਨਹੀਂ ਦਿੱਤਾ ਤਾਂ ਇਤਿਹਾਸ ਕਾਇਮ ਹੋ ਗਿਆ ਜੀ। ਦੇਖੋ ਇਤਿਹਾਸ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੈ, ਭਗਵੰਤ ਮਾਨ ਜੀ ਨੇ ਇਤਿਹਾਸ ਦੱਸਤਾ ਕਿੰਨਾ ਕੁ ਇਤਿਹਾਸ ਹੈ, ਪਰ ਇੱਕ ਗੱਲ ਸਾਰਿਆਂ ਨੂੰ ਸਪਸ਼ਟ ਹੋਣੀ ਚਾਹੀਦੀ ਹੈ ਸਾਹਿਬ, 2 ਘੋੜਿਆਂ ਤੇ ਜਿਹੜੇ ਸਵਾਰ ਹੁੰਦੇ ਆ ਉਹਨਾਂ ਦਾ ਹਾਲ ਆਈ ਹੁੰਦਾ। ਦੇਖੋ ਕੀ ਹੋਇਆ, ਮੈਂ ਬੜੇ ਤੱਥ ਨਾਲ ਗੱਲ ਕਰੂੰਗਾ, ਸੌਰੀ ਉਸ 'ਚ ਸਮਾਂ ਤੁਹਾਡਾ ਲਊਂਗਾ, ਲੰਚ ਦਾ ਵੀ ਟਾਈਮ ਹੈ, ਪਰ ਇੱਕ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ, ਅਸਤੀਫਾ ਦਿੱਤਾ ਨਹੀਂ ਸਾਹਿਬ, ਲਿਆ ਗਿਆ। ਕਿਉਂ ਮੈਂ ਕਹਿ ਰਿਹਾ, ਤੁਸੀਂ ਯਾਦ ਕਰੋ ਜਿਸ ਦਿਨ 15 ਤਰੀਕ ਨੂੰ ਪਹਿਲੀ ਵਾਰੀ ਬੋਲੇ ਹੈ ਸੁਖਬੀਰ ਬਾਦਲ ਜੀ, ਉਸ ਦਿਨ ਐਸੈਂਸ਼ੀਅਲ ਕਮੋਡਿਟੀਜ਼ ਐਕਟ ਪੇਸ਼ ਹੋਇਆ ਸੀਗਾ, ਆ ਜਿਹੜਾ ਦੂਜਾ ਐਕਟ ਹੈ ਜੇ ਪੇਸ਼ ਨਹੀਂ ਸੀ ਹੋਇਆ, ਤੇ ਉਸ ਦਿਨ ਉਹਨਾਂ ਨੇ ਜਿਸ ਦਿਨ ਖੜੇ ਹੋ ਕੇ ਕਿਹਾ ਮੈਂ किसान हूँ और मैंने देखा कि जियो वाले सिम कार्ड पहले सस्ते दे के बाकी कंपनियां बंद करा दी, ये ਜਿਹੜਾ उस दिन किया उस दिन उन्होंने किते बीजेपी के खिलाफ नहीं बोले, वो किते मोदी साहब के खिलाफ तो बोलना ही की सी, ते ना ही उन्होंने सिर्फ इन्ना कहा भी मैं इस एसेंशियल कमोडिटी कानून जिहड़ा है आ किसान वास्ते घातक साबित होगा, इस जमाखोरी वाले उन्होंने गल की तो नहीं की, पर मैं कह रहा भी आ जमाखोरी कानून है। पर उस दिन ਬੀਬਾ ਹਰਸਿਮਰਤ ਕੌਰ ਜੀ ਲੋਕ ਸਭਾ 'ਚ ਨਹੀਂ ਸੀ ਬੈਠੇ ਜਦੋਂ ਆ ਬੋਲ ਰਹੇ ਸੀਗੇ। ਕਿਉਂ? ਇਹ ਦੇਖੋ ਸੋਚਣੇ ਪੈਂਦੀਆਂ ਗੱਲਾਂ ਨੂੰ, ਥੋੜਾ ਜਿਹਾ ਕੋਖੋਂ ਸਾਰਿਆਂ ਦੇ ਸਮਝ ਆ ਜੂਗੀ। ਉਹਨਾਂ ਦਾ ਸੀ ਵੀ ਮੈਂ ਜਾ ਕੇ ਕਿਸਾਨਾਂ ਨੂੰ ਆਹ ਕਹਿ ਸਕੂੰਗਾ ਵੀ ਦੇਖੋ ਮੈਂ ਤੁਹਾਡੀ ਗੱਲ ਅੰਦਰ ਬੈਠ ਕੇ ਸਰਕਾਰ 'ਚ ਬੈਠ ਕੇ ਵੀ ਸਰਕਾਰ ਦੇ ਖਿਲਾਫ ਕਾਨੂੰਨ ਦਾ ਮੈਂ ਵਿਰੋਧ ਕਰਕੇ ਆਇਆ, ਤੇ ਬੀਬਾ ਜੀ ਜਾ ਕੇ ਮੋਦੀ ਸਾਹਿਬ ਨੂੰ ਕਹਿ ਦੇਣਗੇ ਵੀ ਜੀ ਉਹ ਸੁਖਬੀਰ ਜੀ ਕਰੀ ਜਾਂਦੇ, ਮੈਂ ਉਹਨਾਂ ਦੇ ਨਾਲ ਦੀ। ਉਹਨਾਂ ਦਾ ਅਸਤੀਫਾ ਦੇਣ ਦੇ ਬਾਅਦ ਵੀ ਬਿਆਨ ਆਇਆ ਬੀਬਾ ਜੀ ਦਾ ਵੀਡੀਓ ਜਿਹੜਾ ਉਹਨਾਂ ਨੇ ਇੱਕ ਪੱਤਰਕਾਰ ਨਾਲ ਗੱਲ ਕਰਦੇ ਕਿਹਾ ਵੀ ਆਈ ਐਮ ਨਾਟ ਕਾਲਿੰਗ ਥੀਸ ਲਾਜ਼ ਐਜ਼ ਐਂਟੀ ਫਾਰਮਰ ਲਾਅ ਔਰ ਬਲੈਕ ਲਾਅ, ਕਾਲਾ ਕਾਨੂੰਨ ਨਹੀਂ ਕਹਿ ਰਹੀ, ਕਿਸਾਨ ਕਹਿ ਰਹੇ, ਕਿਸਾਨ ਕਮਲੇ। ਸੋ ਉਹਨਾਂ ਦਾ ਸੀਗਾ ਵੀ ਅੰਦਰ ਵੀ ਰਹਿ ਲਾਂਗੇ, ਕਿਸਾਨਾਂ ਨਾਲ ਵੀ ਸਕੀਰੀ ਪਾ ਲਾਂਗੇ ਤੇ ਇੱਧਰ। ਪਰ ਮੋਦੀ ਸਾਹਿਬ ਡਾਕਟਰ ਮਨਮੋਹਨ ਸਿੰਘ ਤਾਂ ਹੈ ਨਹੀਂ ਸਾਹਿਬ ਵੀ ਜਿਨ੍ਹਾਂ ਨੇ ਪੰਜਾਬ ਦੇਖ ਕੇ ਸਾਰਾ ਕੁਝ ਲੁਟਾਤਾ। ਉਹ ਮੋਦੀ ਸਾਹਿਬ ਸੀ, ਉਹਨਾਂ ਨੇ ਕਿਹਾ ਵੀ ਤੁਹਾਡੇ ਨਾਲ ਸਾਡਾ ਬੜਾ ਲੰਬਾ ਜਿਹੜਾ ਨੂੰਹ ਮਾਸ ਦਾ ਰਿਸ਼ਤਾ ਰਿਹਾ ਹੈ, ਤੇ ਇਸ ਕਰਕੇ ਇੰਨਾ ਕਿ ਤੁਹਾਨੂੰ ਮੈਂ ਦੇ ਦੇਣਾ ਲੀਵ ਹੈ, ਅੱਜ ਉਹਨੂੰ ਕਹਿੰਦੇ ਮਾੜੀ ਜੀ ਢਿੱਲ ਦੇ ਦੇਣਾ ਵੀ ਅਸਤੀਫਾ ਦੇ ਦਿਓ, ਉਹਨੂੰ ਮੈਂ ਬਰਖਾਸਤ ਕਰਨ ਲੱਗਿਆ। ਤੇ ਉਹ ਜਿਹੜਾ ਸਮਾਂ ਦਿੱਤਾ, ਇਸੇ ਕਰਕੇ ਯਾਦ ਕਰੋ ਜਿਸ ਦਿਨ ਦੁਬਾਰਾ ਬਿੱਲ ਪੇਸ਼ ਹੋਏ ਤੇ ਸੁਖਬੀਰ ਬਾਦਲ ਜੀ ਨੂੰ ਸਪੀਕਰ ਨੇ ਆਹ ਨਹੀਂ ਕਹਿਣ ਦਿੱਤਾ ਵੀ ਮੈਂ ਅਸਤੀਫਾ ਦੇ ਰਿਹਾ, ਮੈਂ ਉਹਨੇ ਬੰਦ ਕਰਾਤਾ। ਜਦੋਂ ਆਏ ਅੰਦਰੋਂ ਸਪੀਕਰ ਸਾਹਿਬ ਉਹ ਕਹਿੰਦੇ ਮੇਰੀ ਗੱਲ ਸੁਣੋ, ਕਹਿੰਦੇ ਬਹਿ ਜਾ। ਇੱਕ ਐਡਾ ਸੀਨੀਅਰ ਪਾਰਟਨਰ ਹੋਵੇ ਸਰਕਾਰ ਦਾ, ਜਿਨ੍ਹਾਂ ਦੀ ਵਾਈਫ ਉੱਥੇ ਮੰਤਰੀ ਹੋਣ ਤੇ ਉਹਨਾਂ ਨੂੰ ਬੋਲਣ ਨਾ ਦੇਣ, ਸਾਹਿਬ ਆਹ ਨਾ ਕਹਿਣ ਦੇਣ ਮੈਂ ਅਸਤੀਫਾ ਦੇ ਰਿਹਾ, ਕਿਉਂਕਿ ਮੋਦੀ ਸਾਹਿਬ ਨੇ ਕਿਹਾ ਵੀ ਇਹਨੂੰ ਸ਼ਹੀਦ ਨਾ ਬਣ ਦਿਓ, ਮੈਨੂੰ ਕੰਨੋਂ ਫੜ ਕੇ ਬਾਹਰ ਕੱਢਣੇ ਅਕਾਲੀਆਂ ਨੂੰ। ਆ ਹੋਇਆ ਉਹਨਾਂ ਦੇ ਨਾਲ, ਇਹਨੂੰ ਤੁਸੀਂ ਬੇਇੱਜ਼ਤੀ ਕਹਿ ਲਓ, ਇਹਨੂੰ ਕੁਰਬਾਨੀ ਕਹਿ ਲਓ। ਦੇਖੋ सर बादल साहब जो माल गड्डियां रोकना पंजाब में कौन सा अलग बॉर्डर आप कह रहे थे कि अलग बॉर्डर बन सकता है? मैंने बॉर्डर बनने की बात नहीं की साहब, मैं क्या हम तो बॉर्डर खुलाने की बात कर रहे थे, पाकिस्तान के साथ बॉर्डर खुले ताकि यहाँ की हमारे पंजाब की और ख़ास तौर पे माझे की जो इकॉनमी है इसको फ़ायदा मिले। और हमारी तो रेलवे रोकी जा रही है, कैसे हालात बनते जा रहे हैं, हम देश के अंदर भी हमारे साथ वो सलूक किया जा रहा है, ब्लॉकेड किया जा रहा है। ये रेलवे माल गड्डियां की गल की माल गड्डियां राਹੀਂ ਕਾਫੀ ਕੋਲਾ ਆਉਂਦਾ ਸੀਗਾ ਜਾਂ ਇੱਥੋਂ ਵੀ ਜਿਹੜੀ ਫਸਲ ਸੀ ਬਾਹਰ ਜਾਣੀ ਸੀਗੀ, ਹੁਣ ਉਹਨਾਂ ਨੇ ਕਹਿਤਾ ਕਿ ਪੈਸੇਂਜਰ ਗੱਡੀਆਂ ਚੱਲਣਗੀਆਂ ਤੇ ਮਾਲ ਗੱਡੀਆਂ ਚੱਲਣ ਦੇਣੀਆਂ ਕੇਂਦਰ ਨੇ। ਕੀ ਗਾ ਇਹਦੇ ਬਾਰੇ? ਦੇਖੋ ਸਾਹਿਬ ਇਹ ਤਾਂ ਬਹਾਨੇਬਾਜ਼ੀ ਹੈ, ਤੁਸੀਂ ਮੇਮਣੇ ਦੀ ਤੇ ਉਹਦੀ ਭੇੜੀਏ ਦੀ ਗੱਲ ਨਹੀਂ ਸੁਣੀ ਵੀ ਆਪਾਂ ਕਹਿੰਦਾ ਜੀ ਪਾਣੀ ਝੂਠਾ ਕਰੀ ਜਾਂਦਾ ਮੈਂ ਤੈਨੂੰ ਖਾਣਾ ਹੈ, ਉਹ ਕਹਿੰਦਾ ਨਹੀਂ ਜੀ ਪਾਣੀ ਤਾਂ ਉਧਰੋਂ ਹੇਠਾਂ ਤੁਹਾਡੇ ਕਿ ਨਹੀਂ ਤੁਰਿਆ ਜਾਂਦਾ, ਕਹਿੰਦਾ ਚਲੋ ਫਿਰ ਤੇਰੇ ਕਿਤੇ ਹੋਰ ਕੀਤਾ। ਉਹਨਾਂ ਨੇ ਪੰਜਾਬ ਦੇ ਘੁੱਟਨੇ ਟੇਕਣ ਦਾ ਇੱਕ ਮਨ ਬਣਾ ਰੱਖਿਆ, ਪੰਜਾਬ ਨੂੰ ਸਬਕ ਸਿਖਾਉਣ ਦਾ ਮਨ ਬਣਾ ਰੱਖਿਆ। ਉਹਦੇ ਵਾਸਤੇ ਨਾ ਤਾਂ ਜੇ ਪੈਸੇਂਜਰ ਵੀ ਚੱਲ ਜਾਣਗੀਆਂ ਉਹ ਵੀ ਚੱਲ ਜਾਣਗੀਆਂ, ਜੇ ਸਵੇਰੇ ਅਸੀਂ ਕਹਿ ਦਈਏ ਵੀ ਇਹ ਕਾਲੇ ਕਾਨੂੰਨ ਸਾਨੂੰ ਮਨਜ਼ੂਰ ਹੈ, ਕਿਸਾਨੀ ਮਾਰਨਾ ਸਾਨੂੰ ਮਨਜ਼ੂਰ ਹੈ, ਜੇ ਕੁਰਸੀ ਬਚਾ ਕੇ ਰੱਖਣੀ ਹੈ ਕੈਪਟਨ ਸਾਹਿਬ ਤਾਂ ਸਾਰਾ ਕੁਝ ਮੰਨਣਾ ਪਊਗਾ। ਪਰ ਮੈਂ ਸਮਝਦਾ ਵੀ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਸਾਹਿਬ। ਮੈਂ ਕੋਈ ਭਵਿੱਖਬਾਣੀ ਨਹੀਂ ਕਰਦਾ, ਬਟ ਆਈ ਥਿੰਕ ਪੰਜਾਬ ਦੇ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਇਹਨਾਂ ਹਾਲਾਤਾਂ ਦੇ ਵਿੱਚ ਚੀਫ ਮਿਨਿਸਟਰ ਅਸਤੀਫਾ ਦੇਣ ਨੂੰ ਫਿਰਦੇ ਹੈ, ਉਹ ਘੁੱਟਨੇ ਟਿਕਾਣ ਨੂੰ ਹੋਏ ਖੜੇ ਹੈ। ਇਹਦਾ ਕਨਫਰੰਟੇਸ਼ਨ ਦਾ ਨਤੀਜਾ ਕੁਝ ਵੀ ਨਿਕਲ ਸਕਦਾ ਹੈ। मतलब गवर्नरी राज ਜਾਂ ਸਰਕਾਰ ਬਰਖਾਸਤ ਕਰ ਸਕਦੀ ਲੱਗਦਾ ਤੁਹਾਨੂੰ ਇਸ ਤਰ੍ਹਾਂ? सरफरोशी की तमन्ना अब हमारे दिल में है, देखना है जोर कितना बाजुए कातिल में। असी तो ਲਈ ਫਿਰਦੇ ਹਾਂ ਸਾਹਿਬ,
ਅਸੀਂ ਤਾਂ ਲਈ ਫਿਰਦੇ ਹਾਂ ਜੇ ਇਸੇ ਤਰ੍ਹਾਂ ਪੰਜਾਬ ਦੇ ਹਿੱਤ ਬਚਾਉਣ ਵਾਸਤੇ ਸਾਨੂੰ ਜੇ ਜੋ ਕੁਝ ਵੀ ਕਰਨਾ ਪਿਆ ਸਾਹਿਬ ਉਹ ਤਾਂ ਫੈਸਲਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਕਰਨਾ ਹੈ, ਪਰ ਪਾਰਟੀ ਉਹਨਾਂ ਦੇ ਨਾਲ ਖੜੀ ਹੈ। ਜੇ ਉਹ ਕਹਿਣ ਵੀ ਸਵੇਰੇ ਮੈਂ ਸਰਕਾਰ ਨੂੰ ਡਿਸਮਿਸ ਕਰਦਾ, ਲੋਕਾਂ ਦੀ ਰਾਏ ਲਈਏ, ਅਸੀਂ ਤਿਆਰ ਖੜੇ ਹਾਂ, ਡਟ ਕੇ ਖੜੇ ਹਾਂ, ਪੰਜਾਬ ਦੇ ਲੋਕ ਨਾਲ ਖੜੇ। ਥੈਂਕ ਯੂ। ਅਸੀਂ ਪਿੰਡ ਸਰਲੀ ਖੁਰਦ ਤਰਨਤਾਰਨ ਤਹਿਸੀਲ ਤਰਨਤਾਰਨ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ। ਕਿੰਨੀ ਕੁ ਸੰਗਤ ਹੈਗੀ ਜਿਹੜੀ ਚੱਲੀ ਜਾ ਰਹੀ ਹੈ? ਸੰਗਤ ਅੱਜ 50 ਟਰਾਲੀਆਂ ਸਾਡੀਆਂ ਜਾਣ ਰਹੀਆਂ ਅੱਜ 50 ਟਰਾਲੇ ਜਾਣ ਡੇ ਅੱਜ 50 ਟਰਾਲੀਆਂ। ਤੇ ਰਸਦ ਦੀ ਗੱਲ ਕਰੀਏ ਕਿ ਰਸਦ ਕਿੰਨੀ ਕੁ ਲੈ ਕੇ ਚੱਲੇ ਨੇ? ਰਾਸ਼ਨ 6 ਮਹੀਨਿਆਂ ਦਾ। ਤੇ ਕੀ ਬੰਦ ਕੀ ਕਰਦੇ ਹੋ? ਲਗਾਤਾਰ ਮੀਟਿੰਗਾਂ ਚੱਲ ਰਹੀਆਂ। ਮੰਗ ਜਾਂਦੇ ਆ ਵੀ ਜਿਹੜੇ ਕਾਨੂੰਨ ਆ ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰੋ, ਉਹਨਾਂ ਚਿਰ ਵਾਪਸ ਨਹੀਂ ਆਉਣਾ। ਤੇ ਜਿਹੜੇ ਕੁਝ ਕਿਸਾਨ ਉੱਥੋਂ ਵਾਪਸ ਵੀ ਆਏ ਆ ਦਿੱਲੀੋਂ, ਉਹ ਵਾਪਸ ਆ ਗਏ ਆ, ਫੇਰ ਉਹ ਰਾਸ਼ਨ ਲੈ ਕੇ ਫੇਰ ਜਾਣ ਡਏ ਆ। ਰਾਸ਼ਨ ਲੈ ਕੇ ਟਰਾਲੀਆਂ ਲੈ ਕੇ ਆਏ ਆ, ਟਰਾਲੀਆਂ ਲੈ ਕੇ ਫੇਰ ਪਹੁੰਚ ਜਾਣਾ ਉੱਥੇ ਵਾਪਸ। ਤੁਹਾਡਾ ਹੀ ਕਹਿਣਾ ਅੰਕਲ ਜੀ? ਸਾਡਾ ਕਹਿਣਾ ਜੀ ਲਖਵੰਤ ਸਿੰਘ ਸਰਲੀ ਜਿਹੜੇ ਆ ਰਹੇ ਆ ਉਧਰੋਂ, ਉਹ ਜੀ ਉਹਨਾਂ ਬਣਾਇਆ ਪਾਰਟੀਆਂ ਬਣੀਆਂ ਵਾ, ਉਧਰੋਂ ਆ ਜਾਣਗੇ, ਅਸੀਂ ਉਧਰੋਂ ਜਾਣ ਡੇ ਆ ਜੀ। ਤੇ ਉਹ ਜਦੋਂ ਸਾਡਾ 15 ਦਿਨ ਵਾਸਤੇ ਜਿਹੜੇ ਆ ਹਰ ਟਰਾਲੇ ਪਿੰਡ ਚੋਂ ਕੀਤਾ ਵੀ 15 ਦਿਨ ਯੂਨਿਟਾਂ ਬਣੀਆਂ, ਤੇ ਉਹ ਲਾਉਣਗੇ ਮਗਰੇ ਫੇਰ ਤੁਰੇ ਜਾਣਗੇ ਨਵੇਂ। ਇਹ ਪਤਾ ਨਹੀਂ ਸਾਲ ਚੱਲੇ 6 ਮਹੀਨੇ ਚੱਲੇ, ਜਿੰਨਾ ਚਿਰ ਵੀ ਚੱਲੂਗਾ। ਤੇ ਮੀਟਿੰਗਾਂ ਚੱਲ ਰਹੀਆਂ ਕੇਂਦਰ ਸਰਕਾਰ ਨਾਲ ਜਥੇਬੰਦੀਆਂ ਦੀਆਂ, ਪਰ ਸਿੱਟਾ ਨਹੀਂ ਕੋਈ ਨਿਕਲ ਰਿਹਾ ਹੈਗਾ ਅਜੇ ਜੀ। ਹੁਣ ਉਹਨਾਂ ਇਹ ਗੱਲ ਕਹਿਤੀ ਆ ਸਾਡੇ ਲੀਡਰਾਂ ਨੇ ਵੀ ਕੋਈ ਗੱਲ ਨਹੀਂ ਕਰਨੀ ਇਹਨਾਂ ਨਾਲ, ਠੀਕ ਆ। ਜਦੋਂ ਇਹ ਸਾਡੇ ਤਿੰਨੇ ਜਿਹੜੇ ਆ ਬਿੱਲ ਕਾਨੂੰਨ ਜਿਹੜੇ ਬਣੇ ਆ, ਇਹ ਜਿੰਨਾ ਚਿਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇਹਨਾਂ ਨਾਲ ਹੁਣ ਕੋਈ ਮੀਟਿੰਗ ਨਹੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਅੱਜ ਕਿੰਨਾ ਇਕੱਠ ਜਾ ਰਿਹਾ ਆ ਔਰ ਕਿਸ ਤਰ੍ਹਾਂ ਦਾ ਜਿਹੜੀ ਤੁਹਾਡੀ ਤਿਆਰੀਆਂ ਨੇ, ਕੀ ਰਣਨੀਤੀ ਹੈ ਤੁਹਾਡੀ ਅਗਲੀ? ਦੇਖੋ ਜੀ ਰਣਨੀਤੀ ਸਾਡੀ ਜਿਹੜੀ ਆ, ਸਾਡੀਆਂ ਕਿਸਾਨ ਸੰਘਰਸ਼ ਕਮੇਟੀਆਂ ਜੋ ਨੇ ਉਹਨਾਂ ਦੀ ਰਣਨੀਤੀ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ। ਹੁਣ ਅੱਜ ਅਸੀਂ ਤਕਰੀਬਨ 50-60 ਟਰਾਲੀਆਂ ਦਾ ਸਾਡਾ ਜਥਾ ਵਾ। ਰਾਸ਼ਨ ਪਾਣੀ ਸਾਰਾ ਸਾਡਾ 6 ਮਹੀਨਿਆਂ ਦਾ ਅਸੀਂ ਆਪਣਾ ਲੈ ਕੇ ਜਾ ਰਹੇ ਹਾਂ। ਇਹ ਜਿਹੜੇ ਮੋਦੀ ਨੇ 3 ਕਾਲੇ ਕਾਨੂੰਨ ਲੈ ਕੇ ਆਇਆ ਵਾ, ਇਹ ਕਿਸਾਨਾਂ ਦੇ ਹੱਕ 'ਚ ਨਹੀਂ ਆ। ਅਸੀਂ ਆਪਣੇ ਕਾਲੇ ਕਾਨੂੰਨ ਜਿਹੜੇ ਆ ਵਾਪਸ ਕਰਾਉਣਾ ਚਾਹੁੰਦੇ ਆ। ਮੋਦੀ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਜਿਹੜੇ ਬਿੱਲ ਆ ਵਾਪਸ ਕੀਤੇ ਜਾਣ। ਸਾਡੇ ਬਜ਼ੁਰਗ ਬੀਬੀਆਂ, ਬਜ਼ੁਰਗ ਸਾਡੇ ਪਿਓ ਜਿਹੜੇ ਉੱਥੇ ਠੰਡ ਦੇ ਵਿੱਚ ਠਰ ਰਹੇ ਨੇ। ਕਿੰਨੇ ਜੱਥੇ ਦੇ ਵਿੱਚ ਇਕੱਠ ਹੈਗਾ, ਕਿੰਨੇ ਕਿਸਾਨ ਹੋਰ ਜਿਹੜੇ ਇਹ ਜੱਥੇ ਦੇ ਨਾਲ ਜਾ ਰਹੇ ਨੇ? ਇਹ ਦੇਖੋ ਜੀ 40-50 ਟਰਾਲੀਆਂ, ਹਰ ਟਰਾਲੀ ਦੇ ਵਿੱਚ 10-20, 10, 15, 18 ਦੇ ਤਕਰੀਬਨ ਇੰਨੇ ਕੁ ਬੰਦੇ ਬੈਠੇ ਨੇ। ਹਾਂਜੀ, ਬਾਕੀ ਇਸ ਤਰਨਤਾਰਨ ਤੋਂ ਆਏ ਆ, ਡਿਸਟ੍ਰਿਕਟ ਸਾਡਾ ਤਰਨਤਾਰਨ ਆ, ਪਿੰਡ ਸਰਲੀ ਤੋਂ। ਪਰ ਜਿਸ ਤਰ੍ਹਾਂ ਹੁਣ ਪਿੱਛੇ ਕਈ ਮੀਟਿੰਗਾਂ ਹੈਗੀਆਂ ਆ ਸਰਕਾਰ ਵੱਲੋਂ ਹੋਈਆਂ, ਜਿਹੜੀ ਬੇਨਤੀਜਾ ਰਹੀਆਂ, ਬੇਸਿੱਟਾ ਰਹੀਆਂ, ਅੱਗੇ ਕੀ ਲੱਗਦਾ ਹੈਗਾ ਕਿ ਸਰਕਾਰ ਕਿਸ ਤਰ੍ਹਾਂ? ਦੇਖੋ ਜੀ ਵੀਰ ਜੀ, ਇਹ ਜਿਹੜਾ ਮੋਦੀ ਸਰਕਾਰ ਆ, ਇਹ ਸਾਨੂੰ ਸਿੱਖਾਂ ਨੂੰ ਬੇਵਕੂਫ ਬਣਾ ਰਿਹਾ ਵਾ। ਇਹ ਸੰਘਰਸ਼ ਨੂੰ ਲੰਬਾ ਕਰ ਰਿਹਾ ਵਾ। ਇਹ ਜਿਹੜੀਆਂ ਇਹਦੀਆਂ ਰਣਨੀਤੀਆਂ ਵਾ ਸਹੀ ਨਹੀਂ ਗੀਆਂ। ਬੜਾ ਸੰਘਰਸ਼ ਕਮੇਟੀ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਸੀਗੀਆਂ, ਉਹਨਾਂ ਦੇ ਆਪਣੀਆਂ ਮੀਟਿੰਗਾਂ ਵੀ ਹੋਈਆਂ ਵਾ। ਉਹਨਾਂ ਨੇ ਸਰਕਾਰ ਨੇ ਆਪਣੀਆਂ ਮੀਟਿੰਗਾਂ ਕੀਤੀਆਂ ਵਾ, ਪਰ ਛਿੱਟਾ ਕੋਈ ਨਹੀਂ ਨਿਕਲਿਆ। ਹੁਣ ਇੱਕ ਹੀ ਬਸ ਉਹਨੂੰ ਕਹਿਤਾ ਜੈਸ ਜਾਂ ਨੋ, ਕਿ ਚਾਹੇ ਸਾਨੂੰ ਸਾਡਾ ਹੱਕ ਦਿਓ, ਚਾਹੇ ਸਾਨੂੰ ਮਾਰ ਦਿਓ। ਕੱਲ ਕਿਸਾਨਾਂ ਵੱਲੋਂ ਦਿੱਲੀ ਜੈਪੁਰ ਹਾਈਵੇ ਨੈਸ਼ਨਲ ਜਿਹੜਾ ਉਹ ਵੀ ਬੰਦ ਕੀਤਾ ਜਾ ਰਿਹਾ ਹੈ, ਔਰ 14 ਤਰੀਕ ਨੂੰ ਵੀ ਜਿਹੜਾ ਅੱਗੇ ਕੀ ਪ੍ਰੋਗਰਾਮ ਲੱਗਦਾ ਹੈਗਾ? 14 ਤਰੀਕ ਨੂੰ ਪੂਰਾ ਚੱਕਾ ਜਾਵੇਗਾ? ਉਹ ਵੇਖੋ ਜੀ, ਹੁਣ ਅਸੀਂ ਜਾ ਰਹੇ ਹਾਂ ਉੱਥੇ, ਸਾਡੀਆਂ ਜੋ ਵੀ ਜਥੇਬੰਦੀਆਂ ਦੀ ਰਣਨੀਤੀ ਹੋਏਗੀ ਉਹਦੇ ਮੁਤਾਬਕ ਅਸੀਂ, ਜੋ ਸਾਡੇ ਆਗੂ ਕਹਿਣਗੇ ਉਹਨਾਂ ਦੇ ਮੁਤਾਬਕ ਅਸੀਂ ਚੱਲਾਂਗੇ। ਪਰ ਜਿਹੜੀ ਇੱਕ
ਫੌਜ ਹੈਗੀ ਉਹ ਵੀ ਉੱਥੇ ਕਾਫੀ ਦਿੱਲੀ 'ਚ ਸੱਦ ਲਈ ਗਈ ਹੈਗੀ ਹੈ, ਕੀ ਲੱਗਦਾ? ਦੇਖੋ ਜੀ, ਸਰਕਾਰਾਂ ਜਦੋਂ ਇਹੋ ਜਿਹਾ ਕੋਈ ਵੀ ਸੰਘਰਸ਼ ਵਿੱਢਿਆ ਜਾਂਦਾ ਵਾ, ਸਰਕਾਰਾਂ ਆਪਣਾ ਤਾਂ ਪੂਰਾ ਪ੍ਰਬੰਧ ਕਰਦੀਆਂ ਨੇ। ਉਹ ਤੁਸੀਂ ਵੀ ਪੱਤਰਕਾਰ ਭਰਾ ਵੀ ਚੰਗੀ ਤਰ੍ਹਾਂ ਜਾਣਦੇ ਹੋ ਵੀ ਸਰਕਾਰਾਂ ਸਹੀ ਨੇ ਜਾਂ ਕਿਸਾਨ ਸਹੀ ਨੇ। ਇਹ ਤਾਂ ਵੇਖੋ ਜੀ, ਇਹ ਜਿਹੜੇ ਕਾਲੇ ਕਾਨੂੰਨ ਆ ਜ਼ਿਆਦਾਤਰ ਨਹੀਂ ਚੱਲਣਗੇ। ਪੰਜਾਬ ਸਾਡਾ ਹੁਣ ਜਾਗ ਚੁੱਕਿਆ ਵਾ, ਹਰਿਆਣਾ ਭਰਾ ਸਾਡੇ ਨਾਲ ਆ, ਰਾਜਸਥਾਨ ਤੋਂ ਆ, ਦਿੱਲੀ, ਹਿਮਾਚਲ ਸਾਰਾ ਸਾਡੇ ਨਾਲ ਆ। ਵੇਖੋ ਇਹਦਾ ਹੁਣ ਕੀ ਸਿੱਟਾ ਨਿਕਲਦਾ ਵਾ। ਅਸੀਂ ਤਾਂ ਆਪਣੇ ਦਿਲ 'ਚ ਇਹ ਸੋਚ ਕੇ ਚੱਲੇ ਆ ਕਿ ਅਸੀਂ ਇਹ ਬਿੱਲ ਵਾਪਸ ਕਰਾ ਕੇ ਆਪਣੀ ਜਿੱਤ ਪ੍ਰਾਪਤ ਕਰਕੇ ਵਾਪਸ ਆਵਾਂਗੇ, ਨਹੀਂ ਤਾਂ ਮਰ ਜਾਵਾਂਗੇ ਉੱਥੇ। ਕੀ ਨਾਮ ਹੈ ਜੀ ਆਪਣਾ? ਜਗਤਾਰ ਸਿੰਘ ਜੀ। ਦੁਆਬੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵਧਾਈ ਦੇਣਾ ਚਾਹੁੰਦਾ। ਤੁਸੀਂ ਕੀਤਾ ਜਦੋਂ ਮੈਂ ਸੜਕ ਤੇ ਆ ਰਿਹਾ ਸੀ, ਜਿੰਨੀ ਸੰਗਤ ਇੱਥੇ ਬੈਠੀ ਹੈ ਪੰਡਾਲ ਵਿੱਚ, ਤਕਰੀਬਨ ਇਹ ਤੋਂ 3 ਗੁਣਾ ਸੰਗਤ ਬਾਹਰ ਸੜਕਾਂ ਤੇ ਰਹੀ ਹੈ। ਕਿ पंडाल छोटा हो गया, संगत वध गई है, असं इंतजाम नहीं कर सके। मैं बीबी जगीर कौर जी का भी धन्यवाद करना है। पिछले 8-10 दिन लगातार हर वर्कर नाल तालमेल किया, हर हल्के इंचार्ज नाल तालमेल करके उन्होंने सारे हल्कों च अपनी पार्टी को मोबिलाइज किया। ਅੱਜ ਆਪਾਂ ਕਿਉਂ ਇੱਥੇ ਇਕੱਠੇ ਹੋਏ ਆ? ਕਿਉਂਕਿ ਇੱਕ ਦਰਿੰਦੇ ਨੇ ਲੱਖਾਂ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ। ਇੱਕ ਮੰਤਰੀ ਦੀ ਲਾਲਚ ਨੇ ਤਕਰੀਬਨ 3 ਲੱਖ ਸਾਲ ਦੇ ਬੱਚੇ ਜਿਹੜੇ ਪੜ੍ਹਦੇ ਸੀ ਪੜ੍ਹਾਈ ਤੋਂ ਵਾਂਝੇ ਕਰ ਦਿੱਤੇ। ਇੰਨੀ ਕਿਹੜੀ ਲਾਲਚ? ਤੁਸੀਂ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ। ਇਕੱਲੇ ਬੱਚਿਆਂ ਦੀ ਨਹੀਂ, ਸਾਰੇ ਪਰਿਵਾਰਾਂ ਦਾ ਅਗਲਾ ਭਵਿੱਖ ਖਰਾਬ ਕਰ ਦਿੱਤਾ। ਆ ਉਹ ਲੋਕ ਹੈ ਜਿਨ੍ਹਾਂ ਨੂੰ ਪਿਆਰ ਤੁਹਾਡੇ ਨਾਲ ਨਹੀਂ ਹੈ। ਮੈਨੂੰ ਯਾਦ ਹੈ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ, ਪਹਿਲੀ ਕੈਬਨਿਟ ਚਾਹੇ ਸਾਰੇ ਬੈਠੇ ਸੀ, बादल साहब ने कहा जे पंजाब तरक्की होनी है, पंजाब के गरीब बच्चों को पढ़ाना पैना है। कल्ले खेती नाल आपां तरक्की नहीं कर सकते। दुनिया में जिहड़े देश है, मुल्क है, भावें अमरीका भावें कैनेडा, वो मुल्कां ने तरक्की क्यों की? क्योंकि वो मुल्कां ने पढ़ाई ते जोर दिता। आ जी स्कॉलरशिप स्कीम शुरू हुई, तुसी याद करो, पहले मसा 5-10 हज़ार बच्चे स्कॉलरशिप लेंदे सी। मैं फिर मीटिंग की थी, अफसर बुलाए, मैं क्या हर गुरु घर के पोस्टर लाओ, टीवी ते या अपना एड कढो, बच्चों को दसिए किवें स्कॉलरशिप मिल सकती है। ऑनलाइन पोर्टल बनाया, जिथे 15-20 हज़ार बच्चे सी, उथे 4 लाख बच्चे पहुंच गए साल दे। लगातार जिन्ने साल साहब प्रकाश सिंह जी बादल जिन्ने साल मुख्यमंत्री रहे, थोड़े सारे SC BC के बच्चों को पढ़ाई मुफ्त दिंदे सी। असीं पढ़ाई लगातार करते। ਜਦੋਂ कैप्टन आया, पहले ही साल तो सारा स्कॉलरशिप का काम बंद होने लग गया। अज 4 साल हो गए, कॉलेज भी बंद हो गए, बच्चे भी पढ़ाई तो वांझे हो गए। जिहड़ा पैसा आया सी कॉलेजां नूं देण दे बजाय आप ही छक गए, ते बेचारे बच्चे अज घरे बैठे आ। ਜਿਹੜੀਆਂ ਨੌਕਰੀਆਂ ਮਿਲਣੀਆਂ ਸੀ ਪੜ੍ਹ ਕੇ, ਉਹਨਾਂ ਤੋਂ ਵਾਂਝੇ ਹੋ ਗਏ। ਇਹ ਤੋਂ ਵੱਡਾ ਪਾਪ ਨਹੀਂ ਹੋ ਸਕਦਾ। ਮੈਂ ਕਹਿੰਦਾ
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਸਭ ਤੋਂ ਵੱਡਾ ਗੁਨਾਹ, ਜਿਹੜੇ 4 ਸਾਲਾਂ 'ਚ ਸਭ ਤੋਂ ਵੱਡਾ ਪਾਪ ਗੁਨਾਹ ਕੀਤਾ ਕਿ ਗਰੀਬਾਂ ਦੇ ਪਿੱਠ ਤੇ ਛੁਰਾ ਮਾਰਿਆ ਤੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਕੀਤਾ ਹੈ। ਸਭ ਤੋਂ ਵੱਡੀ ਮਾੜੀ ਗੱਲ ਜੇ ਕੀਤੀ ਹੈ 4 ਸਾਲਾਂ 'ਚ ਆ ਕੀਤੀ ਹੈ। ਕੈਪਟਨ ਸਾਹਿਬ ਸਾਧੂ ਸਿੰਘ ਧਰਮਸੋਤ ਤੇ ਇੱਥੋਂ ਦਾ ਜਿਹੜਾ ਇਹਨਾਂ ਦਾ ਲੀਡਰ ਹੈ, ਜਿਹੜਾ ਪੈਸਾ ਖਾਧਿਆ ਉਹਨੂੰ ਵਫਾ ਨਹੀਂ ਕਰਨਾ। ਕੋਈ ਨਾ ਕੋਈ, ਜਿਵੇਂ ਪ੍ਰਮਾਤਮਾ ਕਹਿੰਦੇ ਆ ਅੱਜ ਜਿਹੜਾ ਜਾਂ ਪੈਸਾ ਹੁੰਦਾ ਨਾ ਘਰ 'ਚ ਵਫਾ ਨਹੀਂ ਦਿੰਦਾ, ਜਾਂ ਬਿਮਾਰੀਆਂ ਰਾਹੀਂ ਜਾਂ ਘਾਟੇ ਰਾਹੀਂ ਸਾਰਾ ਕੁਝ ਨਿਕਲ ਜਾਂਦਾ ਹੈ। ਜੇ ਤੁਸੀਂ ਸੋਚਦੇ ਕਿ ਹੁਣ ਤਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ 50 ਕਰੋੜ ਕਮਾ ਲਿਆ, 100 ਕਰੋੜ ਕਮਾ ਲਿਆ, ਤੁਹਾਨੂੰ ਪਤਾ ਲੱਗੂਗਾ ਪਰਮਾਤਮਾ ਇਨਸਾਫ ਕਰੂਗਾ ਜਿੰਨਾ ਵੱਡਾ ਪਾਪ ਤੁਸੀਂ ਕੀਤਾ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਪਰਮਾਤਮਾ ਮਿਹਰ ਕਰੇ, ਸਰਕਾਰ ਤੁਸੀਂ ਆਪਣੀ ਬਣਾ ਲਓ ਪੰਜਾਬ 'ਚ ਅਗਲੇ ਸਾਲ। ਮੈਂ ਤੁਹਾਨੂੰ ਵਾਅਦਾ ਕਰਦਾ ਇੱਕ, ਤੇ ਅੱਜ ਤੱਕ ਤੁਸੀਂ ਜਾਣਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਕਿਹਾ ਪੂਰਾ ਕੀਤਾ। ਜੇ ਮੈਂ ਕਿਹਾ ਬਿਜਲੀ ਆ ਮੂੰਹ ਦੂੰਗਾ, ਕਰਕੇ ਦਿਖਾਤੀ। ਉਦੋਂ ਤਾਂ ਲੋਕੀ ਕਹਿੰਦੇ ਸੀ ਕਿਵੇਂ ਹੋਊਗੀ, ਆ ਥਰਮਲ ਪਲਾਂਟ ਲਾ ਕੇ ਸਾਰੇ। ਜੇ ਮੈਂ ਕਿਹਾ ਸੜਕਾਂ 6 ਲੇਨ ਦੀਆਂ ਬਣਾ ਕੇ ਸਾਰੇ ਵੱਡੇ ਸ਼ਹਿਰਾਂ ਨੂੰ ਜੋੜ ਦੂੰਗਾ, ਉਦੋਂ ਕਹਿੰਦੇ ਸੀ ਕਿਵੇਂ ਹੋਊਗਾ। ਅੱਜ ਤੁਹਾਡੇ ਸਾਹਮਣੇ ਆ ਜਿਹੜੀ ਸੜਕ ਦੇ ਸਾਹਮਣੇ ਇਹ ਜਿਹੀਆਂ ਸੜਕਾਂ ਸਾਰੇ ਪੰਜਾਬ 'ਚ। ਜੇ ਅਸੀਂ ਕਿਹਾ ਸੀ ਗਰੀਬ ਨੂੰ ਆਟਾ ਦਾਲ ਦੇਵਾਂਗੇ, ਮੈਨੂੰ ਯਾਦ ਹੈ ਬਾਦਲ ਸਾਹਿਬ ਨੇ ਕਿਹਾ ਕਿ ਮੈਂ ਹਰ ਗਰੀਬ ਨੂੰ ਪੰਜਾਬ 'ਚ, ਮੇਰਾ ਗਰੀਬ ਪਰਿਵਾਰ ਕੋਈ ਭੁੱਖਾ ਨਹੀਂ ਰਹੂਗਾ, ਉਹਨਾਂ ਨੂੰ ਆਟਾ ਦਾਲ ਅਸੀਂ ਦੇਵਾਂਗੇ। ਉਦੋਂ ਕਾਂਗਰਸੀ ਦਾ ਬਿਆਨ ਸੀ ਕਿਵੇਂ ਦੇਣਗੇ। ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਅਸੀਂ ਕੋਈ ਸਾਲ 2 ਸਾਲ 3 ਸਾਲ ਨਹੀਂ ਟਿਕਿਆ, ਪਹਿਲੀ ਕੈਬਨਿਟ ਮੀਟਿੰਗ 'ਚ ਬਾਦਲ ਸਾਹਿਬ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ। ਜੇ ਅਸੀਂ ਕਿਹਾ ਤੁਹਾਨੂੰ 200 ਯੂਨਿਟ ਬਿਜਲੀ ਦੇ ਐਸੀ ਭਾਈਚਾਰੇ ਦੇ ਮਾਫ ਹੋਣਗੇ ਤੇ ਮਾਫ ਕੀਤੇ। ਅਸੀਂ ਲਾਰੇ ਨਹੀਂ ਲਾਏ ਕਿ ਖਜ਼ਾਨਾ ਖਾਲੀ ਸੀ, ਇਹ ਸੀ ਉਹ ਸੀ। ਜਿੰਨੀਆਂ ਵੀ ਸਹੂਲਤਾਂ ਐਸੀ ਭਾਈਚਾਰੇ ਨੂੰ, ਕਿਸੇ ਭਾਈਚਾਰੇ ਨੂੰ, ਕਿਸਾਨ ਨੂੰ, ਵਪਾਰੀ ਨੂੰ, ਜਿੰਨੀਆਂ ਵੀ ਸਹੂਲਤਾਂ ਪੰਜਾਬ 'ਚ ਮਿਲੀਆਂ ਜਦੋਂ ਦਾ ਪੰਜਾਬ ਬਣਿਆ, ਸਾਰੀਆਂ ਹੀ ਸਹੂਲਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ। ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ। ਜਿਵੇਂ ਮੈਂ ਕਿਹਾ ਅਸੀਂ ਆਟਾ ਦਾਲ ਦਿੱਤਾ, ਲਗਨ ਦਿੱਤਾ, ਪੈਨਸ਼ਨ ਦਿੱਤਾ। ਆ ਜਿਹੜੀ ਆਉਣ ਵਾਲੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਇਰਟੀ ਸਾਡੀ ਹੋਊਗੀ, ਨੰਬਰ 1 ਨਿਸ਼ਾਨਾ ਸਾਡਾ ਹੋਊਗਾ ਕਿ ਮੇਰੇ ਪੰਜਾਬ ਵਿੱਚ ਕੋਈ ਵੀ ਗਰੀਬ ਪੜ੍ਹਾਈ ਤੋਂ ਵਾਂਝਾ ਨਹੀਂ ਰਹੂਗਾ, ਸਾਰਿਆਂ ਨੂੰ ਮੁਫਤ ਦਿੱਤੀ ਜਾਊਗੀ। ਕਾਲਜ ਤੱਕ ਪੜ੍ਹਾਈ ਐਸਸੀ BC ਗਰੀਬਾਂ ਦੀ ਮੁਫਤ ਹੋਊਗੀ, ਗਰੰਟੀ ਕਰਦਾ। ਕਿਹੜੇ ਕਾਲਜ ਜਾਏ, ਸਭ ਤੋਂ ਪਹਿਲਾ ਕੰਮ ਹੀ ਇੱਥੋਂ ਪੜ੍ਹਾਈ ਤੋਂ ਸ਼ੁਰੂ ਕਰਾਂਗੇ। ਨਾਲੇ ਦੁਆਬੇ ਵਿੱਚ ਜਿੱਥੇ ਐਸੀ ਭਾਈਚਾਰਾ ਬਹੁਤ ਵਸਰੇ ਰਹਿੰਦਾ, ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਂ ਤੇ ਇੱਕ ਬਹੁਤ ਵਧੀਆ ਯੂਨੀਵਰਸਿਟੀ ਬਣਾਵਾਂਗੇ ਇੱਥੇ। ਜਦੋਂ ਸਰਕਾਰ ਬਣੂਗੀ ਐ ਨਹੀਂ ਹੋਊਗਾ ਕਿ ਪੈਸਾ ਹੈ ਨਹੀਂ, ਪਹਿਲੇ ਹੀ ਸਾਲ ਤੋਂ ਕੰਮ ਸ਼ੁਰੂ ਕਰਕੇ ਪਹਿਲੇ 1.5 ਸਾਲ 'ਚ ਬਣਾ ਕੇ ਦਿਖਾਵਾਂਗੇ। ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ 2-3 ਗੱਲਾਂ ਸਿਖਾਈਆਂ ਜਿਹੜੀਆਂ ਮੈਂ ਆਪਣੇ ਪੱਲੇ ਬੰਨੀਆਂ। ਇੱਕ ਗੱਲ ਹੈ, ਮੈਨੂੰ ਕਹਿੰਦੇ ਸੁਖਬੀਰ ਜੇ ਤੂੰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਓਨਾ ਹੀ ਵਾਅਦਾ ਕਰੀ ਜਿਹੜਾ ਪੂਰਾ ਕਰ ਸਕਾਂ, ਕਿਉਂਕਿ ਕਈ ਲੀਡਰ ਵਾਅਦੇ ਜਾਣ ਕੇ ਵੋਟਾਂ ਲੈਣ ਵਾਸਤੇ ਬੜੇ ਕਰਦੇ ਆ, ਜਿਵੇਂ ਕੈਪਟਨ ਨੇ ਕੀਤਾ। ਇੱਕ ਵਾਰ ਠੱਗੀ ਮਾਰੀ ਹੈ, ਦੂਜੀ ਵਾਰ ਫਿਰ ਪੂਰੀ ਜ਼ਿੰਦਗੀ ਤੁਹਾਡਾ ਕਲੰਕਿਤ ਹੋ ਜਾਂਦੇ ਆ, ਤੁਹਾਨੂੰ ਕੋਈ ਵਿਸ਼ਵਾਸ ਨਹੀਂ ਕਰਦੇ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 5 ਵਾਰ ਮੁੱਖ ਮੰਤਰੀ ਬਣੇ ਆ ਪੰਜਾਬ ਦੇ। ਕਿਉਂ ਬਣੇ ਆ? ਕਿਉਂਕਿ ਵਾਅਦੇ ਦੇ ਪੱਕੇ। ਆਹੀ ਗੱਲ ਮੈਂ ਆਪਣੇ ਪੱਲੇ ਬਣੀ ਹੈ। ਤੁਸੀਂ ਦੇਖ ਲਓ, ਮੇਰੇ ਪਿਛਲੇ 10 ਸਾਲਾਂ ਦੇ ਬਿਆਨ ਦੇਖ ਲਓ।
जो भी मैं किया पूरा किया, ऐजे वादे मैं कीते, मैं सोच समझ पर पूरे पूरे कीते। के मैं सारा का कर्जा माफ कर दूंगा, घर घर BS इंस्पेक्टर ला दूंगा, मोबाइल फोन दे दूंगा, ये दे दूंगा, वो दे दूंगा। मन च खोट है। ये कांग्रेसी, तुसी कांग्रेस का विरसा जानते हो, कांग्रेस की विरासत देखते हो, किते कांग्रेस ने कुछ किया है? मैनू याद है, मैं पंजाब की असैंबली साड़ी बहस चल रही सी, एक पासे कांग्रेस के लोग मंत्री अपने बैठे सी, लीडर चन्नी सी, बीबी भट्टल सी, लाल सिंह सी, सारे बैठे सी, एक पासे असीं बैठे सी, बहस चल पई किहड़ी सरकार ने की काम कीते हैं। मैं बहस भी करना चाहना, मैं कल्ले 5 सवाल पूछना चाहना कैप्टन तो। अब कैप्टन नहीं सी, वो तो बीबी भट्टल ते चन्नी लीडर सी। 2007 तक 5 मुख्यमंत्री रहा, 5 साल। मैनू 5 चीजां कीतियां, 5 कलियां। देखो सारे बीबी भट्टल लाल सिंह पूछन लगे, दसो की 5 कीतियां। लाल सिंह चन्नी नूं पूछन लग गया, खुसर पुसर दस नहीं सके, फिर मैं क्या ऐ करो 5 छड़ दो, 4 दस दो। फिर तो खुसर पुसर कर लग गए, दसिया कुछ नहीं। मैं क्या चल 3 दस दो, 3 भी नहीं दस सके। फिर मैं अखीर च औखा जो के गया, यार मैं क्या तुम शर्म करो, तुम 5 साल मुख्यमंत्री रहे हो, तुम एक गल तो दस दो, एक गल। चन्नी खड़ा होया, उदों लीडर ऑफ द ऑपोजिशन सी चन्नी, खड़ा होके कहता हाँ कीता साडे कैप्टन ने। तुसी टीवी च देखिया होना, सारा लाइव चल रहा सी उदों। मैं समझा पता नहीं की बंब सिटिया, हाँ जी असीं बह गए थल्ले। मैं क्या दसो चन्नी साहब की कीता तुहाडे कैप्टन ने? कहंदा सड़कां ते जिहड़ी टुटियां सड़कां ते असीं पैच लाए है। मैं हुण पुछना चाहना सारी जनता नूं, 4 साल पूरे हो गए, मैनूं दस दिओ एक चीज जो कैप्टन ने की है, एक चीज की है तो छड़ दिओ। मैनू एक गल दस दो, कितनियां चीजां बंद कर दित्तियां? पेंशना, आटा दाल दे कार्ड थोड़े कटते, पेंशना, शगन, जेड़े मुलाजम सरकारी मुलाजम दे DA नहीं दिते, ते पे कमीशन की तो गल ही छड़ दिओ। पहले असीं थोड़े जिम बनाउंदे हुंदे सी नौजवानों वास्ते, जिम देने बंद कर दिते, खेडां दा समान देना बंद कर दिता। थोड़े घरे में, थोड़े पिंडां 'च मैं सेवा केंद्र खोदे सी, तुसीं दफ्तर ना जाओ, तुहानूं काम करन दी DC दफ्तर जाण दी लोड़ नहीं, घरे थोड़े सारे काम हो जाण। सेवा केंद्र भी बंद कर दिते, सेवा केंद्र बंद कर दिते। अज सब तो वड्डे नशे दा माफिया व्यापार कर रहे कौन? कांग्रेसी MLA पैसे ले रहे, महीना ले रहे नशियां तो। सब तो वड्डा सैंड माफिया कांग्रेस के MLA है। जिन्ने शराब, जाली शराब पंजाब जा रही है, सारी कांग्रेस के MLA लिया रहे है ते खजाने नूं खाली कर दिता। अज गैंगस्टरां दा राज है। रोज अखबार कर लो, कल मैं गया तरन तारण, ASI नूं गैंगस्टर ने मार दिता। बैंक लुटे जा रहे हैं, गैंगस्टर जेलों च रह के फड़ौती कर रहे हैं लोगों नूं, लोग पैसे इकट्ठे कर रहे हैं क्योंकि पता है अज पैसे का राज है। कोई मर्जी काम कराना पैसे का राज करके करता है। मैनू एक गल दसो, थोड़े चो कोई भी अपने आप पंजाब के कपा कोने तो आए दुआबे थोड़ा कोई कांग्रेसी मित्र होए, उन्होंने पुछ लो कि तुसी कैप्टन अमरिंदर सिंह नूं 4 साल होए मुख्यमंत्री नूं मिले हो? जेड़े लोग आम वर्कर अपने मुख्यमंत्री नूं नहीं मिल सकते ते जनता की गल है? दुआबे वाले मैनू इन्ना दस दो, कैप्टन अमरिंदर सिंह पिछले 4 साल फ्लोर तुसी किते देखिया है? फगवाड़े देखे, हुशियारपुर देखे, टांडे देखे, कपूरथले देखे, सुल्तानपुर लोधी देखे, जो देखे ही नहीं 4 साल। फिर मुख्यमंत्री किस वास्ते?
ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਮੈਂ ਉਪ ਮੁੱਖ ਮੰਤਰੀ ਸੀ। ਮੈਨੂੰ ਲੱਗਦਾ ਕੋਈ ਦਿਨ ਨਹੀਂ ਸੀ ਕਿਤੇ ਨਾ ਕਿਤੇ ਅਸੀਂ ਹੁੰਦੇ ਸੀ, ਤੁਹਾਡੇ ਵਿੱਚ ਹੁੰਦੇ ਸੀ, ਸੰਗਤ ਦਰਸ਼ਨ ਹੁੰਦੇ ਸੀ। ਮੈਨੂੰ ਯਾਦ ਆ ਹਰ ਹਲਕੇ ਤੁਹਾਡੇ ਸੰਗਤ ਦਰਸ਼ਨ ਹੋਇਆ। ਜਿੱਥੇ ਤੁਸੀਂ 20 ਕਰੋੜ ਮੰਗਿਆ ਹਲਕੇ ਨੇ ਅਸੀਂ 100 ਕਰੋੜ ਦੇ ਕੇ ਗਏ। ਪਿਛਲੇ 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ, ਕੋਈ ਖਜ਼ਾਨੇ ਦੀ ਕਮੀ ਨਹੀਂ ਸੀ। ਉਦੋਂ ਦਾ ਖਜ਼ਾਨਾ ਭਰਿਆ ਸੀ। ਅਸੀਂ ਕਿਤੇ ਸਾਡੇ ਬਿਆਨ ਦੁਨੇ ਕਿ ਖਜ਼ਾਨਾ ਖਾਲੀ ਹੈ। ਹੁਣ ਕੈਪਟਨ ਕਿਉਂਕਿ ਘਰੋਂ ਨਿਕਲਣਾ ਨਹੀਂ, ਘਰੇ ਆਪਣੇ ਫਾਰਮ ਹਾਊਸ 'ਚ ਰਹਿੰਦਾ ਹੈ। ਰੋਜ਼ ਤੁਸੀਂ ਵੀਡੀਓ ਦੇਖਦੇ ਹੋ ਕੈਪਟਨ ਸਾਹਿਬ ਕੀ ਕਰਦੇ ਆ, ਫਾਰਮ ਹਾਊਸ ਵੀਡੀਓ ਦੇਖਦੇ ਹੋ ਕਿ ਨਹੀਂ? ਸੋਸ਼ਲ ਮੀਡੀਆ ਤੇ ਉਹਨੀਆਂ ਦੇਖਿਆ ਕਰੋ। ਇੱਥੇ ਲੋਕੀ ਕਰੋਨਾ ਨੂੰ ਮਰ ਰਹੇ ਆ, ਇੱਥੇ ਲੋਕੀ ਭੁੱਖ ਤੋਂ ਮਰ ਰਹੇ, ਇੱਥੇ ਲੋਕੀ ਬੁਰਾ ਹਾਲ ਹੈ। ਉੱਥੇ ਕੈਪਟਨ ਸਾਹਿਬ ਐਸ਼ ਕਰ ਰਹੇ ਆ। ਜਿਹੜਾ ਵੀ ਅਸੀਂ ਕਹੀਏ, ਜਿਹੜਾ ਵੀ ਠੱਗੀ ਮਾਰਦਾ, ਕੈਪਟਨ ਸਾਹਿਬ ਇੱਕੋ ਗੱਲ ਹੈ, ਕਲੀਨ ਚਿੱਟ। ਕੈਪਟਨ ਸਾਹਿਬ ਕਿੰਨੀ ਦੇਰ ਕਲੀਨ ਚਿੱਟ ਦੇ ਦੋਗੇ? ਇੱਕ ਗਰਮੀ ਰਹਿ ਗਈ, ਆਹ ਸਰਦੀ ਤਾਂ ਗਈ, ਅਗਲੀ ਸਰਦੀ ਤੁਹਾਡੀ ਸਰਕਾਰ ਆ ਜਾਣੀ ਹੈ ਪੰਜਾਬ 'ਚ। ਮੈਂ ਤੁਹਾਨੂੰ ਅੱਜ ਗਰੰਟੀ ਕਰਦਾ, ਆ ਜਿਹੜੇ ਧਰਮਸੋਰ ਵਰਗੇ ਡਾਕੂ ਹੈ ਸਰਕਾਰ ਬੰਦ ਦੇ ਪਹਿਲੇ ਮਹੀਨੇ ਚ ਅੰਦਰ ਹੋਣਗੇ। ਇਹਨਾਂ ਤੋਂ ਜਿੰਨਾ ਪੈਸਾ ਖਾਧਾ ਸਾਰਾ ਪੈਸਾ ਕਢਾ ਕੇ ਬੱਚਿਆਂ ਦੀ ਪੜ੍ਹਾਈ ਵਿੱਚ, ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਲਾਇਆ ਜਾਊਗਾ। ਮੈਂ ਜਿੰਨਾ ਇਹਨਾਂ ਨੇ ਲੁੱਟਿਆ, ਜਿੰਨਾ ਲੁੱਟਿਆ ਇਹਨਾਂ ਨੇ, ਆ ਸੋਚਦੇ ਕਿ ਪੂਰੀ ਜ਼ਿੰਦਗੀ ਸਾਡਾ ਰਾਜ ਕਰਨਾ। ਸ਼੍ਰੋਮਣੀ ਅਕਾਲੀ ਦਲ ਤੁਹਾਡੀ ਪਾਰਟੀ ਹੈ, ਗਰੀਬ ਦੀ, ਕਿਸਾਨ ਦੀ, ਮਜ਼ਦੂਰ ਦੀ, ਵਪਾਰੀ ਦੀ, ਸਾਰੇ ਵਰਗਾਂ ਦਾ ਸਤਿਕਾਰ ਕਰਦੀ ਹੈ। ਤੁਸੀਂ ਸਾਰੇ ਜਾਣਦੇ ਹੋ। ਮੇਰੇ ਪਿਤਾ ਬਾਦਲ ਸਾਹਿਬ ਨੇ ਇੱਕ ਮੈਨੂੰ ਹੋਰ ਗੱਲ ਸਿਖਾਈ, ਆਹ ਗੱਲ ਸਿਖਾਈ ਹੈ ਕਿ ਜੇ ਪੰਜਾਬ ਤਰੱਕੀ ਤਾਂ ਕਰ ਸਕਦਾ ਹੈ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ, ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ, ਸਾਰੇ ਧਰਮਾਂ ਦੇ ਪਵਿੱਤਰ ਦਿਨ ਆਉਂਦੇ ਸੀ, ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ। ਜਿੰਨੀਆਂ ਵੀ ਯਾਤਰਾ ਨਿਕਲਦੀਆਂ ਸੀ ਮੁੱਖ ਮੰਤਰੀ ਬਾਦਲ ਸਾਹਿਬ ਆਪ ਆਉਂਦੇ ਸੀ। ਜਿੰਨੇ ਵੀ ਗੁਰੂ ਘਰ ਹੈ ਸਾਰੇ ਧਰਮਾਂ ਦੇ, ਉਹਨਾਂ ਨੂੰ ਆਪ ਸਜਾਇਆ ਕਰੋੜਾਂ ਰੁਪਏ ਲਾ ਕੇ। ਰਾਮ ਤੀਰਥ ਜਾ ਕੇ ਦੇਖੋ, ਪਵਿੱਤਰ ਸਥਾਨ, ਮੈਂ ਵਾਲਮੀਕੀ ਮਹਾਰਾਜ ਦਾ ਕਿੰਨਾ 300 ਕਰੋੜ ਰੁਪਏ ਲਾ ਕੇ ਕਿੰਨਾ ਖੂਬਸੂਰਤ ਬਣਾ ਦਿੱਤਾ। ਦੁਰਗਿਆਨਾ ਮੰਦਿਰ ਜਾ ਕੇ ਦੇਖੋ ਕਿੰਨਾ ਖੂਬਸੂਰਤ ਬਣਾਤਾ। ਗੁਰੂ ਰਵਿਦਾਸ ਜੀ ਮਹਾਰਾਜ ਦੇ ਸਥਾਨ ਕਰਾਲਗੜ੍ਹ ਵਾਸਤੇ 250-300 ਕਰੋੜ ਮਨਜ਼ੂਰ ਕਰਾ ਕੇ ਕੰਮ ਸ਼ੁਰੂ ਕੀਤਾ। ਪਰ ਦੋਖੀ ਕਮਰਿੰਦਰ ਸਿੰਘ ਦੀ ਸਰਕਾਰ ਆ ਗਈ, ਅੱਜ ਉੱਥੇ ਇੱਕ ਇੱਟ ਨਹੀਂ ਲੱਗੀ। 1.5 ਸਾਲ ਹੋ ਗਏ, 4 ਸਾਲ ਹੋ ਗਏ, ਇੱਕ ਇੱਟ ਨਹੀਂ ਲੱਗੀ। ਕੋਈ ਗੱਲ ਨਹੀਂ, ਸਾਲ ਬਾਅਦ ਐਡਾ ਖੂਬਸੂਰਤ ਬਣਾ ਦਾਂਗੇ ਸਥਾਨ, ਹਿੰਦੁਸਤਾਨ ਤੇ ਦੁਨੀਆ ਦੇ ਕੋਨੇ-ਕੋਨੇ ਤੇ ਲੋਕੀ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਆਉਣਗੇ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਸੀ, ਛੋਟੀ-ਛੋਟੀਆਂ ਗੱਲਾਂ, ਤੁਹਾਡੀ ਮਨ ਦੀਆਂ ਗੱਲਾਂ ਬਾਦਲ ਸਾਹਿਬ ਸਮਝ ਆਉਂਦੇ ਸੀ। ਮੈਨੂੰ ਯਾਦ ਹੈ ਇੱਕ ਦਿਨ ਬਾਦਲ ਸਾਹਿਬ ਤਲਵੰਡੀ ਸਾਬੋ ਤੋਂ ਗਏ, ਸ਼ਾਮ ਨੂੰ ਕੈਬਨਿਟ ਮੀਟਿੰਗ ਸੀ, ਆਏ ਤਲਵੰਡੀ ਸਾਬੋ ਜਦ ਮੱਥਾ ਟੇਕਣ ਗਏ, ਗੁਰੂ ਘਰ ਦੇ ਵਿੱਚ ਇੱਕ ਬਜ਼ੁਰਗ ਆਇਆ ਤੇ ਇੱਕ ਮਾਈ ਆਈ। ਬਾਦਲ ਸਾਹਿਬ ਨੂੰ ਕਹਿਣ ਲੱਗੇ ਕਿ ਬਾਦਲ ਸਾਹਿਬ ਤੁਸੀਂ ਸਾਰਾ ਕੁਝ ਸਾਨੂੰ ਕੀਤਾ ਹੈ, ਇੱਕ ਕੰਮ ਰਹਿ ਗਿਆ, ਤੁਸੀਂ ਆਹ ਜ਼ਰੂਰ ਕਰਿਓ। ਸਾਡਾ ਸੁਪਨਾ ਕਿ ਮਰਨ ਤੋਂ ਪਹਿਲੇ ਅਸੀਂ ਆਪਣੇ ਹਜ਼ੂਰ ਸਾਹਿਬ ਦਰਸ਼ਨ ਕਰ ਸਕੀਏ। ਸਾਡੇ ਬੱਚੇ ਲੈ ਕੇ ਨਹੀਂ ਜਾਂਦੇ, ਅਸੀਂ ਬਜ਼ਾਰੇ ਬਜ਼ੁਰਗ ਹਾਂ, ਕਿਵੇਂ ਜਾਈਏ? ਬਾਦਲ ਸਾਹਿਬ ਮੈਨੂੰ ਯਾਦ ਹੈ ਸ਼ਾਮ ਨੂੰ ਆਏ ਤੇ ਕਹਿਣ ਲੱਗੇ ਮੈਂ ਇੱਕ ਨਵੀਂ ਸਕੀਮ ਅੱਜ ਸ਼ੁਰੂ ਕਰਨ ਲੱਗਿਆ, ਮੁੱਖ ਮੰਤਰੀ ਤੀਰਥ ਯਾਤਰਾ। ਯਾਦ ਕਰੋ ਉਦੋਂ ਅਸੀਂ ਫੈਸਲਾ ਕਰ ਲਿਆ ਬਾਦਲ ਸਾਹਿਬ ਨੇ ਕਿ ਹਰ ਜ਼ਿਲ੍ਹੇ ਤੋਂ ਮੁੱਖ ਮੰਤਰੀ ਤੀਰਥ ਯਾਤਰਾ, ਜਿਹੜੇ ਜਿਹੜੇ ਧਰਮਾਂ ਦੇ ਪਵਿੱਤਰ ਸਥਾਨ ਆ ਉੱਥੇ ਟ੍ਰੇਨਾਂ ਜਾਇਆ ਕਰਨਗੀਆਂ, ਮੁਫਤ ਜਾਇਆ ਕਰਨਗੀਆਂ। ਹਜ਼ੂਰ ਸਾਹਿਬ, ਵਾਰਾਣਸੀ, ਹਰ ਜਗ੍ਹਾ ਤੇ ਕ੍ਰਿਸਚਨ ਭਾਈਚਾਰੇ ਵਾਸਤੇ, ਪਹਿਲਾਂ ਤਾਂ ਮਦਰਾਸ ਕੋਲੇ ਜਗ੍ਹਾ ਸੀ, ਉੱਥੋਂ ਤੱਕ ਅਸੀਂ ਮੁਫਤ ਟ੍ਰੇਨਾਂ ਸ਼ੁਰੂ ਕੀਤੀਆਂ। ਹਰ ਹਫ਼ਤੇ ਜਾਂਦੀਆਂ ਸੀ ਟ੍ਰੇਨਾਂ, ਕਿਉਂਕਿ ਚਾਹੁੰਦੇ ਸੀ ਵਿਚਾਰੇ ਬਜ਼ੁਰਗ ਜਾ ਸਕਣ। ਐਡੀਆਂ ਛੋਟੀਆਂ ਗੱਲਾਂ ਤੇ ਬਾਦਲ ਸਾਹਿਬ ਦੀ ਸੋਚ ਸੀ। ਪਰ ਕੈਪਟਨ ਸਾਹਿਬ ਆਇਆ, ਪਹਿਲੇ ਦਿਨ ਹੀ ਬੰਦ ਕਰ ਦਿੱਤਾ। ਆ ਕਬੱਡੀ ਆਪਣੀ ਮਾਂ ਖੇਡ, ਯਾਦ ਕਰੋ ਕਿਵੇਂ ਕਬੱਡੀ ਦੁਆਬੇ 'ਚ ਕਿਵੇਂ ਆਪਾਂ ਵਰਲਡ ਕੱਪ ਕਬੱਡੀ ਕਰਾਉਂਦੇ ਹੁੰਦੇ ਸੀ।
ਮੇਲਾ ਲੱਗ ਜਾਂਦਾ 15-20 ਦਿਨ, ਨੌਜਵਾਨ ਕਬੱਡੀ ਖੇਡਣ ਲੱਗ ਗਏ ਸੀ। ਜਦੋਂ ਕੈਪਟਨ ਆਇਆ ਵਰਲਡ ਕੱਪ ਕਬੱਡੀ ਬੰਦ। ਮੈਂ ਤਾਂ ਕਿਹਾ 5 ਸਾਲ 4 ਸਾਲ ਹੋ ਗਏ ਕੈਪਟਨ ਨੇ ਬੰਦ ਹੀ ਕੀਤਾ, ਇੱਕ ਨਵੀਂ ਚੀਜ਼ ਇੱਕ ਨਹੀਂ ਸ਼ੁਰੂ ਕੀਤੀ, ਇੱਕ ਨਹੀਂ ਸ਼ੁਰੂ। ਅੱਜ ਪਾਪੀ ਹੈ, ਦੋਖੀ ਹੈ, ਸਭ ਤੋਂ ਵੱਡੀ ਬੇਅਦਬੀ ਜੇ ਹੋਈ ਹੈ ਤੇ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ, ਜਿਹੜੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਹੈ। ਜਿਹੜਾ ਇਨਸਾਨ ਆਪਣੇ ਗੁਰੂ ਦੀ ਝੂਠੀ ਸਹੁੰ ਖਾ ਸਕਦਾ ਹੈ, ਇਹ ਤੋਂ ਮਾੜਾ ਇਨਸਾਨ ਕੋਈ ਨਹੀਂ ਹੋ ਸਕਦਾ। ਉਹ ਤੋਂ ਵਿਸ਼ਵਾਸ ਕਿਵੇਂ ਕਰ ਸਕਦੇ हैं? ਆਪਣੇ ਪਿੰਡਾਂ 'ਚ ਵੀ ਆਪ ਦੇਖਿਆ, ਜੇ ਕੋਈ ਲੜਾਈ ਝਗੜਾ ਹੋ ਜਾਏ, 2 ਗਰੁੱਪਾਂ 'ਚ ਲੜਾਈ ਹੋ ਜਾਏ, ਆਪਾਂ ਕੀ ਕਰਦੇ ਹਾਂ? ਆਪਾਂ ਕਹਿੰਦੇ ਚੱਲ ਗੁਰੂ ਘਰ ਦੇ ਅੱਗੇ ਅੰਦਰ ਆਓ। ਜਿਹੜਾ ਝੂਠਾ ਹੋਊਗਾ ਗੁਰੂ ਘਰ ਨਹੀਂ ਜਾਂਦਾ, ਡਰਦਾ ਪਰਮਾਤਮਾ ਤੋਂ। ਤੇ ਕੈਪਟਨ ਤਾਂ ਸ਼ੁਰਿਆਮ ਹੀ ਗੁਟਕਾ ਸਾਹਿਬ ਹੱਥ ਰੱਖ ਕੇ। ਅੱਜ ਇਸ ਕਰਕੇ ਤੁਹਾਨੂੰ ਪਛਾਣਨ ਦੀ ਲੋੜ ਹੀ, ਆਪਣੇ ਕਿਹੜੇ ਆ, ਪਰਾਏ ਕਿਹੜੇ ਆ। ਬਾਦਲ ਸਾਹਿਬ ਦੇ ਕੀਤੇ ਹੋਏ ਕੰਮ ਜਾਣਦੇ ਹੋ, ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮ ਜਾਣਦੇ ਹੋ। ਅੱਜ ਕਈ ਪਾਰਟੀਆਂ, ਹੁਣ ਤੁਸੀਂ ਆਮ ਆਦਮੀ ਪਾਰਟੀ ਆਈ, ਉਹਨਾਂ ਵੀ ਡਰਾਮਾ ਕੀਤਾ ਕੈਪਟਨ ਵਾਂਗੂ, ਇਨਕਲਾਬ, ਪੱਗ ਵੀ ਭਗਤ ਸਿੰਘ ਜੀ ਵਰਗੀ ਪਾ ਲਈ। ਸਰ ਪੱਗ ਭਗਤ ਸਿੰਘ ਜੀ ਵਰਗੀ ਪਾਉਣ ਨਾਲ ਇਨਕਲਾਬੀ ਨਹੀਂ ਬਣਦੇ। ਇਨਕਲਾਬੀ ਦਿਲੋਂ ਬਣਦੇ ਆ, ਦਿਲੋਂ ਦਿਲੋਂ ਜਜ਼ਬਾ ਚਾਹੀਦਾ ਹੈ। ਜਜ਼ਬਾ ਹੈ, ਇਨਕਲਾਬੀ ਜਜ਼ਬਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਹੈ, ਜਿਨ੍ਹਾਂ ਨੇ 16 ਸਾਲ ਜੇਲ੍ਹਾਂ ਕੱਟੀਆਂ। ਇਨਕਲਾਬੀ ਜਜ਼ਬਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਚ ਹੈ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਡੀਆਂ ਸ਼ਹਾਦਤਾਂ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿੱਤੀਆਂ, ਪੰਜਾਬੀਆਂ ਨੇ ਦਿੱਤਾ। ਐ ਪੱਗ ਬਣ ਕੇ ਮਿੱਟੀ ਦੀ ਸਹੁੰ ਖਾ ਕੇ ਡਰਾਮੇ ਨਾਲ ਨਹੀਂ। ਇਹਨਾਂ ਦਾ ਲੀਡਰ ਭਗਵੰਤ ਮਾਨ ਇਹਨਾਂ ਦਾ ਪ੍ਰਧਾਨ ਹੈ, ਇਨਕਨ ਸ਼ਕਲ ਤੋਂ ਇਨਕਲਾਬੀ ਲੱਗਦਾ ਹੈ। ਸ਼ਾਮ ਨੂੰ 2 ਬੋਤਲ ਵਿਸਕੀ ਦੀ ਪੀ ਜਾਂਦਾ, ਇਨਕਲਾਬੀ ਲੱਗਦਾ ਹੈ। ਬਸ ਡਰਾਮੇ ਜਿੰਨੀ ਮਰਜ਼ੀ ਕਰ ਲਓ। ਤਾਂ ਹੀ ਉਹ ਤੁਸੀਂ ਦੇਖਿਆ ਹੁਣ ਖਤਮ ਹੋ ਗਏ, ਕਿਉਂਕਿ ਅਸਲੀ ਚਿਹਰਾ ਸਾਹਮਣੇ ਆਇਆ ਹੈ। ਪਿਛਲੀ ਵਾਰ ਐਡਾ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੀਤਾ, ਸਾਰੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੜ ਗਏ, ਪਰ ਫਿਰ ਵੀ ਤੂਫਾਨ ਦਾ ਸਾਹਮਣਾ ਅਕਾਲੀ ਵਰਕਰ ਨਾਲ ਕੀਤਾ। ਪੂਰੇ ਪੰਜਾਬ ਭਾਵੇਂ ਸਾਨੂੰ 15-16 ਸੀਟਾਂ ਆਈਆਂ, ਪਰ ਵੋਟਾਂ ਦਾ ਤੁਸੀਂ ਦੇਖੋ 31% ਵੋਟਾਂ, 31% ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ। 37% ਵੋਟਾਂ ਕਾਂਗਰਸ ਨੂੰ ਪਈਆਂ, ਇਕੱਲੇ 5-6%। ਉਹ ਵੀ ਅਖੀਰਲੇ 4 ਦਿਨ 5 ਦਿਨ ਆਰਐਸਐਸ ਤੇ ਬੀਜੇਪੀ ਨੇ ਕਾਂਗਰਸ ਨੂੰ ਸਪੋਰਟ ਕਰਤੀ ਸੀ। ਉਹਨਾਂ ਨੂੰ ਵੀ ਪਤਾ, ਕਿਉਂਕਿ ਮੈਂ ਆਪ ਉਹਨਾਂ ਨਾਲ ਅਸੀਂ ਲੜੇ। ਆਮ ਆਦਮੀ ਪਾਰਟੀ ਨੂੰ 21% ਸੀ ਉਦੋਂ। ਐਡੇ ਤੂਫਾਨ ਫਿਰ ਵੀ ਤੁਸੀਂ ਚੱਲਿਆ, ਕਿਉਂਕਿ ਨੀਂਹ ਮਜ਼ਬੂਤ ਹੈ। ਜਿਹੜੇ ਘਰ ਦੀ ਨੀਂਹ ਮਜ਼ਬੂਤ ਹੋਏ, ਉਸ ਘਰ ਨੂੰ ਕੋਈ ਢਾਹ ਨਹੀਂ ਸਕਦਾ। ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਮਹੀਨੇ 100 ਸਾਲ ਪੁਰਾਣੇ ਹੋ ਜਾਣਗੇ। ਸਭ ਤੋਂ ਪੁਰਾਣੀ ਪਾਰਟੀ ਹੈ। ਆਹ ਪਾਰਟੀ ਤੁਹਾਡੀ ਹੈ, ਤੁਹਾਡੇ ਬਜ਼ੁਰਗਾਂ ਦੀ ਹੈ। ਜੇ ਤੁਹਾਡੀ ਪਾਰਟੀ ਤਕੜੀ ਹੈ, ਪੰਜਾਬ ਤਕੜਾ ਹੈ। ਇਸ ਕਰਕੇ ਮੈਂ ਅੱਜ ਆਈ ਬੇਨਤੀ ਕਰਨਾ ਹੈ, ਪੰਜਾਬ ਨੂੰ ਬਚਾਈਏ, ਪੰਜਾਬ ਨੂੰ ਵਾਪਸ ਤਰੱਕੀ ਦੀ ਲਾਹ ਲੈ ਕੇ ਆਈਏ। ਪੰਜਾਬ ਵਿੱਚ ਫਿਰ ਤੋਂ ਆ ਗੈਂਗਸਟਰਾਂ ਦਾ ਰਾਜ ਬੰਦ ਕਰਾਈਏ, ਆ ਲੁਟੇਰਿਆਂ ਦਾ ਰਾਜ ਬੰਦ ਕਰਾਈਏ। ਲਿਆਈਏ ਆਪਣੀ ਸਰਕਾਰ ਜਿਹੜੀ ਇਨਸਾਫ ਦੇਊਗੀ, ਜਨਤਾ ਦੀ ਸਰਕਾਰ ਹੋਊਗੀ, ਤੁਹਾਡੇ ਵਿੱਚ ਰਹਿ ਕੇ ਪੰਜਾਬ ਦੇ ਗਰੀਬ ਨੂੰ ਇਨਸਾਫ ਦਿਵਾਊਗੀ, ਪੰਜਾਬ ਦੇ ਬੱਚਿਆਂ ਨੂੰ ਮੁਫਤ ਪੜ੍ਹਾਊਗੀ, ਪੰਜਾਬ ਵਿੱਚ ਘਰ ਘਰ ਤਰੱਕੀ ਕਰਾਊਗੀ। ਉਹ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਰਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ।